महकमिਆਂ ਦੀ ਵੰਡ ਕਰ ਦਿੱਤੀ ਗਈ ਹੈ। ਪੰਜਾਬ ਦੇ ਨਵੇਂ ਬਣੇ ਮੰਤਰੀਆਂ ਨੂੰ ਸਭ ਤੋਂ ਪਹਿਲਾਂ ਨਿਊਜ਼ 18 ਤੇ ਅਸੀਂ ਜਾਣਕਾਰੀ ਦੇ ਰਹੇ ਹਾਂ। ਗ੍ਰਹਿ ਮੰਤਰਾਲਾ ਸੀਐਮ ਭਗਵੰਤ ਮਾਨ ਦੇ ਕੋਲ ਹੀ ਰਹੇਗਾ। ਗ੍ਰਹਿ ਮੰਤਰਾਲਾ ਜਿਸ ਬਾਰੇ ਸਭ ਦੀਆਂ ਨਜ਼ਰਾਂ ਸੀ ਕਿ ਕਿਸ ਮੰਤਰੀ ਨੂੰ ਦਿੱਤਾ ਜਾਂਦਾ ਹੈ, ਸੀਐਮ ਭਗਵੰਤ ਮਾਨ ਕੋਲ ਰਹੇਗਾ। ਹਰਪਾਲ ਚੀਮਾ ਨੂੰ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਗਿਆ ਹੈ। ਹਰਪਾਲ ਚੀਮਾ ਪੰਜਾਬ ਦੇ ਫਾਈਨੈਂਸ ਮਿਨਿਸਟਰ ਹੋਣਗੇ। ਖਜ਼ਾਨਾ ਮਹਿਕਮਾ ਹਰਪਾਲ ਚੀਮਾ ਕੋਲ ਗਿਆ ਹੈ। ਮੀਤ ਏਅਰ ਉਹਨਾਂ ਦੇ ਕੋਲ ਐਜੂਕੇਸ਼ਨ ਮੰਤਰਾਲਾ ਹੋਏਗਾ। ਸਿੱਖਿਆ ਮੰਤਰੀ ਪੰਜਾਬ ਦੇ ਮੀਤ ਏਅਰ। ਇਸ ਤੋਂ ਇਲਾਵਾ ਹਰਜੋਤ ਬੈਂਸ ਉਹਨਾਂ ਦੇ ਕੋਲ ਕਾਨੂੰਨ ਤੇ ਟੂਰਿਜ਼ਮ ਜਿਹੜਾ ਸੈਰ ਸਪਾਟਾ ਵਿਭਾਗ ਹੈ ਉਹ ਹਰਜੋਤ ਬੈਂਸ ਨੂੰ ਦਿੱਤਾ ਗਿਆ ਹੈ। ਹਰਭਜਨ ਸਿੰਘ ਈਟੀਓ ਪਾਵਰ ਮਿਨਿਸਟਰ ਹੋਣਗੇ। ਉਹਨਾਂ ਨੂੰ ਬਿਜਲੀ ਮੰਤਰਾਲਾ ਦਿੱਤਾ ਗਿਆ ਹੈ। ਡਾਕਟਰ ਬਲਜੀਤ ਕੌਰ ਇਹਨਾਂ ਨੂੰ ਮਹਿਲਾ ਤੇ ਬਾਲ ਵਿਕਾਸ ਜਿਹੜਾ ਮਹਿਕਮਾ ਹੈ ਮਹਿਲਾਵਾਂ ਦੀ ਭਲਾਈ ਦੇ ਲਈ ਔਰ ਬੱਚਿਆਂ ਦੀ ਭਲਾਈ ਦੇ ਲਈ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਡਾਕਟਰ ਬਲਜੀਤ ਕੌਰ ਕੋਲ ਰਹੇਗਾ। ਇਹ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ। ਇੱਕ ਇੱਕ ਕਰਕੇ ਅਸੀਂ ਦੱਸ ਰਹੇ ਹਾਂ ਕਿਹੜੇ ਕਿਹੜੇ ਮਹਿਕਮੇ ਪੰਜਾਬ ਦੇ ਇਹਨਾਂ 10 ਮੰਤਰੀਆਂ ਦੇ ਕੋਲ ਰਹਿਣਗੇ। ਸਭ ਤੋਂ ਵੱਡਾ ਗ੍ਰਹਿ ਮੰਤਰਾਲਾ ਖੁਦ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ ਹੈ। ਬਾਕੀ ਮਹਿਕਮੇ ਵੀ ਅਸੀਂ ਦੱਸਾਂਗੇ ਕਿ ਕਿਹੜੇ ਕਿਹੜੇ ਕਿਸ ਦੇ ਕੋਲ ਜਾਣਗੇ। ਮੁੱਖ ਤੌਰ ਤੇ ਅਸੀਂ ਫਿਲਹਾਲ ਇਹ ਦੱਸ ਰਹੇ ਹਾਂ ਕਿ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਨੂੰ ਬਣਾਇਆ ਗਿਆ ਹੈ। ਹਰਪਾਲ ਚੀਮਾ ਕਿਉਂਕਿ ਕੱਲ ਵਿਧਾਨ ਸਭਾ ਦੇ ਵਿੱਚ ਵੋਟ ਔਨ ਅਕਾਊਂਟ ਪੇਸ਼ ਕੀਤਾ ਜਾਣਾ ਹੈ 3 ਮਹੀਨਿਆਂ ਦਾ ਲੇਖਾ ਅਨੁਦਾਨ। ਤਾਂ ਹਰਪਾਲ ਚੀਮਾ ਬਤੌਰ ਖਜ਼ਾਨਾ ਮੰਤਰੀ 3 ਮਹੀਨਿਆਂ ਦਾ ਲੇਖਾ ਅਨੁਦਾਨ ਪੇਸ਼ ਕਰਨਗੇ। ਬਜਟ ਦਾ ਜਿਹੜਾ 3 ਮਹੀਨਿਆਂ ਦਾ ਵੋਟ ਔਨ ਅਕਾਊਂਟ ਸੋ ਮਾਨ ਬ੍ਰਿਗੇਡ ਨੂੰ ਮੰਤਰਾਲੇ ਦੇ ਦਿੱਤੇ ਗਏ ਨੇ। ਸਭ ਤੋਂ ਪਹਿਲਾਂ ਨਿਊਜ਼ 18 ਤੇ ਅਸੀਂ ਇਹਨਾਂ ਦੀ ਜਾਣਕਾਰੀ ਦੇ ਰਹੇ ਹਾਂ। ਸੀਐਮ ਭਗਵੰਤ ਮਾਨ ਜਿਨ੍ਹਾਂ ਦੇ ਕੋਲ ਗ੍ਰਹਿ ਮੰਤਰਾਲਾ ਰਹੇਗਾ। ਕਰ ਤੇ ਆਬਕਾਰੀ ਵਿਭਾਗ ਵੀ ਐਕਸਾਈਜ਼ ਐਂਡ ਟੈਕਸੇਸ਼ਨ ਸਭ ਤੋਂ ਅਹਿਮ ਹੁੰਦੇ ਨੇ। ਆਬਕਾਰੀ ਵਿਭਾਗ ਵੀ ਭਗਵੰਤ ਮਾਨ ਦੇ ਕੋਲ ਹੀ ਰਹੇਗਾ। ਖਜ਼ਾਨਾ ਮੰਤਰੀ ਹਰਪਾਲ ਚੀਮਾ ਹੋਣਗੇ। ਮੀਤ ਏਅਰ ਦੇ ਕੋਲ ਐਜੂਕੇਸ਼ਨ, ਹਰਜੋਤ ਬੈਂਸ ਦੇ ਕੋਲ ਟੂਰਿਜ਼ਮ, ਹਰਭਜਨ ਸਿੰਘ ਈਟੀਓ ਦੇ ਕੋਲ ਪਾਵਰ ਮਿਨਿਸਟਰੀ ਔਰ ਡਾਕਟਰ ਬਲਜੀਤ ਕੌਰ ਨੂੰ ਮਹਿਲਾ ਤੇ ਬਾਲ ਵਿਕਾਸ ਮਹਿਕਮਾ ਜਿਹੜਾ ਹੈ ਉਹ ਦਿੱਤਾ ਗਿਆ ਹੈ। ਮਹਿਲਾ ਤੇ ਬਾਲ ਵਿਕਾਸ ਮਹਿਕਮਾ। ਇਸ ਦੇ ਨਾਲ ਹੀ ਲਾਲਚੰਦ ਕਟਾਰੂ ਚੱਕ ਨੂੰ ਫੂਡ ਸਪਲਾਈ ਖੁਰਾਕ ਸਪਲਾਈ ਮਹਿਕਮਾ ਦਿੱਤਾ ਗਿਆ ਹੈ। ਲਾਲਚੰਦ ਕਟਾਰੂ ਚੱਕ ਨੂੰ ਕੁਲਦੀਪ ਸਿੰਘ ਧਾਰੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ। ਲਾਲਜੀਤ ਭੁੱਲਰ ਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਹੈ। ਟਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਔਰ ਬ੍ਰਹਮ ਸ਼ੰਕਰ ਜਿੰਪਾ ਨੂੰ ਪਾਣੀ ਤੇ ਕੁਦਰਤੀ ਆਫਤ ਵਾਟਰ ਰਿਸੋਰਸਿਸ ਜਿਹੜੀ ਮਿਨਿਸਟਰੀ ਹੁੰਦੀ ਹੈ ਉਹ ਬ੍ਰਹਮ ਸ਼ੰਕਰ ਜਿੰਪਾ ਨੂੰ ਦਿੱਤੀ ਗਈ ਹੈ। ਹੋਰ ਕਿਹੜੇ ਕਿਹੜੇ ਮਹਿਕਮੇ ਨੇ ਅਸੀਂ ਇੱਕ ਇੱਕ ਕਰਕੇ ਦੱਸਾਂਗੇ। ਫਾਈਨੈਂਸ ਮਿਨਿਸਟਰ ਜਿਹੜੇ ਨੇ ਉਹ ਹਰਪਾਲ ਚੀਮਾ ਹੋਣਗੇ ਔਰ ਹੈਲਥ ਮਹਿਕਮਾ ਸਿਹਤ ਮਹਿਕਮਾ ਡਾਕਟਰ ਵਿਜੇ ਸਿੰਗਲਾ ਨੂੰ ਸਿਹਤ ਮੰਤਰਾਲਾ ਦਿੱਤਾ ਗਿਆ ਹੈ। ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਹੋਣਗੇ ਪੰਜਾਬ ਦੇ। ਇਹ ਮਹਿਕਮਿਆਂ ਦੀ ਵੰਡ ਹੈ ਜਿਹੜੀ ਹੋਈ ਹੈ ਸੋ ਅਸੀਂ ਇਸ ਦੀ ਜਾਣਕਾਰੀ ਦੇ ਰਹੇ ਹਾਂ ਇੱਕ ਇੱਕ ਕਰਕੇ ਕਿਹੜੇ ਕਿਹੜੇ ਮੰਤਰਾਲੇ ਨੇ। ਹੋਰ ਵੀ ਕਈ ਸਾਰੇ ਮੰਤਰਾਲੇ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ। ਮੁੱਖ ਮੰਤਰੀ ਨੇ ਆਪਣੇ ਕੋਲ ਕਿੰਨੇ ਮੰਤਰਾਲੇ ਕੁੱਲ ਰੱਖੇ ਨੇ ਉਹ ਵੀ ਅਸੀਂ ਦੱਸਾਂਗੇ। ਪਰ ਦੋ ਜਿਹੜੇ ਅਹਿਮ ਮੰਤਰਾਲੇ ਨੇ ਖਾਸ ਕਰਕੇ ਜਿਹੜੇ ਸਾਰੇ ਪੰਜਾਬ ਦਾ ਸਰਮਾਇਆ ਜਿੱਥੋਂ ਆਉਂਦਾ ਹੈ ਆਬਕਾਰੀ ਮਹਿਕਮਾ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ ਹੈ। ਔਰ ਇਸ ਦੇ ਨਾਲ ਜਿਹੜੇ ਬਾਕੀ ਮੰਤਰੀ ਨੇ ਉਹਨਾਂ ਨੂੰ ਵਿਭਾਗ ਦੇ ਦਿੱਤੇ ਗਏ ਨੇ। ਹਰਪਾਲ ਚੀਮਾ ਖਜ਼ਾਨਾ ਮੰਤਰੀ ਹੋਣਗੇ। ਮੀਤ ਏਅਰ ਦੇ ਕੋਲ ਸਿੱਖਿਆ ਮੰਤਰਾਲਾ ਹੈ। ਹਰਜੋਤ ਬੈਂਸ ਟੂਰਿਜ਼ਮ ਮਿਨਿਸਟਰ ਬਣਾਏ ਗਏ ਨੇ। ਹਰਭਜਨ ਸਿੰਘ ਈਟੀਓ ਦੇ ਕੋਲ ਬਿਜਲੀ ਮੰਤਰਾਲਾ ਹੈ। ਡਾਕਟਰ ਬਲਜੀਤ ਕੌਰ ਨੂੰ ਮਹਿਲਾ ਤੇ ਬਾਲ ਵਿਕਾਸ ਮਹਿਕਮਾ ਦਿੱਤਾ ਗਿਆ ਹੈ। ਲਾਲਚੰਦ ਕਟਾਰੂ ਚੱਕ ਫੂਡ ਸਪਲਾਈ ਮੰਤਰੀ ਨੇ। ਕੁਲਦੀਪ ਸਿੰਘ ਧਾਲੀਵਾਲ ਪੰਚਾਇਤੀ ਰਾਜ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਰੂਰਲ ਡਿਵੈਲਪਮੈਂਟ ਜਿਹੜਾ ਮੰਤਰਾਲਾ ਹੁੰਦਾ ਹੈ। ਲਾਲਚੰਦ ਭੁੱਲਰ ਟਰਾਂਸਪੋਰਟ ਮਿਨਿਸਟਰ। ਬ੍ਰਹਮ ਸ਼ੰਕਰ ਜਿੰਪਾ ਪਾਣੀ ਤੇ ਕੁਦਰਤੀ ਆਫਤ। ਇਹ ਮੰਤਰਾਲੇ ਨੇ ਫਿਲਹਾਲ ਜਿਹੜੇ ਇਹਨਾਂ 10 ਮੰਤਰੀਆਂ ਨੂੰ ਦਿੱਤੇ ਗਏ ਨੇ ਕਿਉਂਕਿ 2-3 ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਿਹੜੇ ਕਿਹੜੇ ਮੰਤਰਾਲੇ ਦਿੱਤੇ ਜਾਂਦੇ ਨੇ ਇਹਨਾਂ ਮੰਤਰੀਆਂ ਨੂੰ। ਜਿਹੜੇ ਨਵੇਂ ਮੰਤਰੀ ਬਣਾਏ ਗਏ ਨੇ 10 ਮੰਤਰੀ ਨੇ ਔਰ ਉਹਨਾਂ ਦੇ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਇੱਕ ਇੱਕ ਕਰਕੇ ਇਹ ਮਹਿਕਮੇ ਜਿਹੜੇ ਹੈ ਅਸੀਂ ਇਸ ਦੀ ਸੂਚੀ ਦੱਸ ਰਹੇ ਹਾਂ ਜਿੰਨੀ ਜਾਣਕਾਰੀ ਫਿਲਹਾਲ ਸਾਡੇ ਕੋਲ ਪਹੁੰਚੀ ਹੈ ਉਸ ਦੀ। ਔਰ ਬਾਕੀ ਵੀ ਜਿਹੜੇ ਮਹਿਕਮੇ ਨੇ ਉਹ ਵੀ ਅਸੀਂ ਸਾਰੇ ਦੱਸਾਂਗੇ ਕਿ ਸੀਐਮ ਦੇ ਕੋਲ ਕਿੰਨੇ ਮਹਿਕਮੇ ਰਹਿਣਗੇ ਔਰ ਕੀ ਕਿਸੇ ਹੋਰ ਮੰਤਰੀ ਨੂੰ ਨਾਲ ਐਡੀਸ਼ਨਲ ਜਿਹੜਾ ਪੋਰਟਫੋਲੀਓ ਹੈ ਉਹ ਦਿੱਤਾ ਜਾਂਦਾ ਹੈ ਜਾਂ ਨਹੀਂ। ਪਰ ਮੋٹے ਤੌਰ ਤੇ ਇਹ ਜਿਹੜੇ ਮਹਿਕਮੇ ਨੇ ਇੱਕ ਵਾਰੀ ਫਿਰ ਦੱਸ ਦਿੰਦੇ ਆ। ਸਭ ਤੋਂ ਵੱਡੀ ਖਬਰ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ 18 ਤੇ ਜਿਸ ਦਾ ਇੰਤਜ਼ਾਰ ਪਿਛਲੇ 2-3 ਦਿਨਾਂ ਤੋਂ ਹੋ ਰਿਹਾ ਸੀ ਮੰਤਰਾਲੇ ਦੇ ਦਿੱਤੇ ਗਏ ਨੇ। ਭਗਵੰਤ ਮਾਨ ਨੇ ਆਪਣੇ ਕੋਲ ਗ੍ਰਹਿ ਮੰਤਰਾਲਾ ਰੱਖਿਆ ਹੈ ਔਰ ਐਕਸਾਈਜ਼ ਟੈਕਸੇਸ਼ਨ ਉਹ ਵੀ ਭਗਵੰਤ ਮਾਨ ਕੋਲ ਰਹੇਗਾ।
ਹਰਪਾਲ ਚੀਮਾ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਗਿਆ ਹੈ ਪੰਜਾਬ ਦੇ। ਇਸ ਤੋਂ ਇਲਾਵਾ ਮੀਤ ਹੇਅਰ ਐਜੂਕੇਸ਼ਨ ਮਿਨਿਸਟਰ, ਸਿੱਖਿਆ ਮੰਤਰੀ ਪੰਜਾਬ ਮੀਤ ਹੇਅਰ, ਗੁਰਮੀਤ ਸਿੰਘ ਮੀਤ ਹੇਅਰ ਜਿਨ੍ਹਾਂ ਦਾ ਪੂਰਾ ਨਾਮ ਹੈ। ਸੋ ਡਾਕਟਰ ਵਿਜੇ ਸਿੰਗਲਾ ਨੂੰ ਹੈਲਥ ਮਹਿਕਮਾ ਦਿੱਤਾ ਗਿਆ ਹੈ। ਹਰਜੋਤ ਬੈਂਸ ਕਾਨੂੰਨ ਤੇ ਟੂਰਿਜ਼ਮ ਮੰਤਰੀ ਹੋਣਗੇ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਜਿਹੜਾ ਮਹਿਕਮਾ ਹੈ ਉਹ ਡਾਕਟਰ ਬਲਜੀਤ ਕੌਰ ਨੂੰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਰਭਜਨ ਸਿੰਘ ਈਟੀਓ ਦੇ ਕੋਲ ਪਾਵਰ ਮਿਨਿਸਟਰੀ ਹੋਏਗੀ, ਬਿਜਲੀ ਮੰਤਰੀ ਹੋਣਗੇ। ਲਾਲਚੰਦ ਕਟਾਰੂ ਚੱਕ ਦੇ ਕੋਲ ਫੂਡ ਸਪਲਾਈ ਮਹਿਕਮਾ ਰਹੇਗਾ। ਫੂਡ ਸਪਲਾਈ ਮਹਿਕਮਾ ਇਹ ਵੀ ਕਾਫੀ ਵੱਡਾ ਵਿਭਾਗ ਹੈ। ਔਰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮਹਿਕਮਾ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਨੂੰ ਮਿਲੇਗਾ। ਲਾਲਜੀਤ ਸਿੰਘ ਭੁੱਲਰ ਜਿਹੜੇ ਨੇ ਉਹ ਟਰਾਂਸਪੋਰਟ ਮੰਤਰੀ ਬਣ ਗਏ ਤੇ ਬ੍ਰਹਮ ਸ਼ੰਕਰ ਜਿੰਪਾ ਇਹਨਾਂ ਨੂੰ ਜਿਹੜਾ ਹੈ ਪਾਣੀ ਤੇ ਕੁਦਰਤੀ ਆਫਤ ਜਿਹੜਾ ਮੰਤਰਾਲਾ ਹੈ ਉਹ ਸੌਂਪਿਆ ਗਿਆ ਹੈ। ਸੋ ਇਹ ਮਹਿਕਮੇ ਜਿਹੜੇ ਨੇ ਇਹ ਦਿੱਤੇ ਗਏ ਨੇ, ਇਹਨਾਂ ਮਹਿਕਮਿਆਂ ਦੀ ਵੰਡ ਹੋਈ ਹੈ। ਔਰ ਇਸ ਦੀ ਅਸੀਂ ਜਿਹੜਾ ਇੱਕ ਇੱਕ ਕਰਕੇ ਹੈ ਜਾਣਕਾਰੀ ਟੀਵੀ ਸਕਰੀਨ ਤੇ ਦਰਸ਼ਕਾਂ ਨੂੰ ਦੱਸ ਰਹੇ ਹਾਂ। तो डॉक्टर बलजीत कौर महिला ते बाल विकास मंत्री, एक एक करके असीं इस दी जानकारी दे रहे हैं। जिन्हां मंत्रियों ने परसों सौं चक्की सी, काफ़ी इंतजार तो बाद महकमे जिहड़े ने वो दिते गए ने। हालांकि पहला जदों सौं चुकी जाती है, उस सैरामनी मुकती है, उस तो बाद ही कई बार तुरंत महकमिਆਂ ਦੀ सूची आ जाती है। पर इस बार देरी हुई है महकमिਆਂ ਦੀ सूची आउण दे विच। पर जिम्मेवारी ਜਿਹੜੇ ਮੰਤਰੀਆਂ ਨੂੰ ਦਿੱਤੀ ਗਈ ਹੈ, ਇੱਕ ਇੱਕ ਕਰਕੇ ਅਸੀਂ ਦੱਸ ਰਹੇ ਹਾਂ। ਮੋਟੇ ਤੌਰ ਤੇ ਜਿਹੜੇ ਵੱਡੇ ਮਹਿਕਮੇ ਨੇ ਉਹ ਭਗਵੰਤ ਮਾਨ ਹੋਰਾਂ ਨੇ, ਸੀਐਮ ਨੇ ਆਪਣੇ ਕੋਲ ਰੱਖੇ ਨੇ, ਜਿਹਦੇ ਵਿੱਚ ਹੋਮ ਡਿਪਾਰਟਮੈਂਟ ਆ ਜਾਂਦਾ ਹੈ, ਗ੍ਰਹਿ ਮੰਤਰਾਲਾ यानी ਸਾਰੀ ਪੁਲਿਸ ਜਿਸ ਦੇ ਅੰਡਰ ਆਉਂਦੀ ਹੈ ਉਹ ਭਗਵੰਤ ਮਾਨ ਦੇ ਕੋਲ ਰਹੇਗਾ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਜਿਹੜਾ ਟੈਕਸੇਸ਼ਨ ਡਿਪਾਰਟਮੈਂਟ ਹੈ ਉਹ ਵੀ ਆਪਣੇ ਕੋਲ ਰੱਖਿਆ ਹੈ, ਕਿਉਂਕਿ ਉਹ ਵੀ ਰੈਵਨਿਊ ਦਾ ਇੱਕ ਬਹੁਤ ਵੱਡਾ ਸਾਧਨ ਹੈ। ਜਿਹੜਾ ਟੈਕਸੇਸ਼ਨ ਮੰਤਰਾਲਾ ਹੈ ਸਾਰਾ ਰੈਵਨਿਊ ਉਸ ਦੇ ਜ਼ਰੀਏ ਆਉਂਦਾ ਹੈ, ਉਹ ਸੀਐਮ ਨੇ ਆਪਣੇ ਕੋਲ ਰੱਖਿਆ ਹੈ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੂੰ ਬਣਾ ਦਿੱਤਾ ਗਿਆ ਹੈ, ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਹੋਣਗੇ। ਮੀਤ ਹੇਅਰ ਦੇ ਨੂੰ ਐਜੂਕੇਸ਼ਨ ਡਿਪਾਰਟਮੈਂਟ ਦਿੱਤਾ ਗਿਆ ਹੈ। ਹਰਜੋਤ ਬੈਂਸ ਟੂਰਿਜ਼ਮ ਮਿਨਿਸਟਰ ਹੋਣਗੇ। ਹਰਭਜਨ ਸਿੰਘ ਈਟੀਓ ਬਿਜਲੀ ਮੰਤਰਾਲਾ ਦਿੱਤਾ ਗਿਆ ਹੈ। ਡਾਕਟਰ ਬਲਜੀਤ ਕੌਰ ਨੂੰ ਮਹਿਲਾ ਤੇ ਬਾਲ ਵਿਕਾਸ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ। ਲਾਲਚੰਦ ਕਟਾਰੂ ਚੱਕ ਫੂਡ ਸਪਲਾਈ ਮਿਨਿਸਟਰ। ਕੁਲਦੀਪ ਸਿੰਘ ਧਾਲੀਵਾਲ ਪੰਚਾਇਤੀ ਰਾਜ ਮੰਤਰੀ। ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਤੇ ਬ੍ਰਹਮ ਸ਼ੰਕਰ ਜਿੰਪਾ ਪਾਣੀ ਤੇ ਕੁਦਰਤੀ ਆਫਤ ਮੰਤਰੀ। सो न्यूज़ 18 ਤੇ ਅਸੀਂ ਇਹ ਜਾਣਕਾਰੀ ਦੇ ਰਹੇ ਹਾਂ, ਐਕਸਕਲੂਸਿਵ ਜਾਣਕਾਰੀ। ਇਹ ਜਿਹੜੇ ਮਹਿਕਮੇ ਨੇ, ਹਾਲਾਂਕਿ ਇਸ ਦੀ ਸੂਚੀ ਹਲੇ ਜਾਰੀ ਨਹੀਂ ਕੀਤੀ ਗਈ ਹੈ ਸਰਕਾਰ ਵੱਲੋਂ, ਪਰ ਸਾਡੇ ਕੋਲ ਐਕਸਕਲੂਸਿਵ ਜਾਣਕਾਰੀ ਕਿਹੜੇ ਮੰਤਰੀ ਹੋਣਗੇ ਇਹ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ ਉਹਨਾਂ ਦੀਆਂ ਤਸਵੀਰਾਂ ਦੇ ਨਾਲ। ਕਿਹੜੇ ਮੰਤਰੀ ਦੇ ਕੋਲ ਕਿਹੜਾ ਮਹਿਕਮਾ ਹੈ। ਹਰਪਾਲ ਚੀਮਾ ਖਜ਼ਾਨਾ ਮੰਤਰੀ ਬਣਾਏ ਗਏ ਨੇ। ਖਜ਼ਾਨਾ ਮੰਤਰੀ ਹਰਪਾਲ ਚੀਮਾ ਹੋਣਗੇ, ਯਾਨੀ ਪੰਜਾਬ ਦੇ ਖਜ਼ਾਨੇ ਦੀ ਚਾਬੀ ਹਰਪਾਲ ਚੀਮਾ ਨੂੰ ਸੌਂਪ ਦਿੱਤੀ ਗਈ ਹੈ। ਪੰਜਾਬ ਦੀ ਆਰਥਿਕਤਾ ਦਾ ਜ਼ਿਕਰ ਸਭ ਤੋਂ ਜ਼ਿਆਦਾ ਹਰਪਾਲ ਚੀਮਾ ਬਤੌਰ ਆਪੋਜੀਸ਼ਨ ਲੀਡਰ ਕਰਦੇ ਰਹੇ ਨੇ। ਔਰ ਉਹਨਾਂ ਵੱਲੋਂ ਇਹ ਹਰ ਵਾਰ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਜੇ ਸਾਡੇ ਕੋਲ ਮੌਕਾ ਆਇਆ ਤਾਂ ਅਸੀਂ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਾਂਗੇ। ਸੋ ਪੰਜਾਬ ਦੀ ਆਰਥਿਕਤਾ ਯਾਨੀ ਖਜ਼ਾਨੇ ਦੀ ਚਾਬੀ ਹਰਪਾਲ ਚੀਮਾ ਨੂੰ ਸੌਂਪ ਦਿੱਤੀ ਗਈ ਹੈ। ਖਜ਼ਾਨਾ ਮੰਤਰੀ ਹਰਪਾਲ ਚੀਮਾ ਹੋਣਗੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਅਗਲੇ ਖਜ਼ਾਨਾ ਮੰਤਰੀ। ਸੋ ਮੀਤ ਹੇਅਰ ਉਹਨਾਂ ਨੂੰ ਐਜੂਕੇਸ਼ਨ ਮਹਿਕਮਾ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਪੰਜਾਬ ਦੇ ਮੀਤ ਹੇਅਰ, ਗੁਰਮੀਤ ਸਿੰਘ ਮੀਤ ਹੇਅਰ। ਹਰਜੋਤ ਬੈਂਸ ਕਾਨੂੰਨ ਤੇ ਟੂਰਿਜ਼ਮ, ਲਾਅ ਤੇ ਟੂਰਿਜ਼ਮ ਜਿਹੜਾ ਕਾਨੂੰਨ ਤੇ ਸੈਰ ਸਪਾਟਾ ਵਿਭਾਗ, ਹਰਜੋਤ ਬੈਂਸ ਨੂੰ ਦਿੱਤਾ ਗਿਆ। ਹਰਭਜਨ ਸਿੰਘ ਈਟੀਓ ਇਹਨਾਂ ਨੂੰ ਬਿਜਲੀ ਮਹਿਕਮਾ ਦਿੱਤਾ ਗਿਆ। ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ, ਇਹ ਮਹਿਕਮਾ ਡਾਕਟਰ ਬਲਜੀਤ ਕੌਰ ਨੂੰ ਦਿੱਤਾ ਗਿਆ। ਲਾਲਚੰਦ ਕਟਾਰੂ ਚੱਕ ਨੂੰ ਫੂਡ ਸਪਲਾਈ ਮਿਨਿਸਟਰ ਬਣਾਇਆ ਗਿਆ। ਫੂਡ ਸਪਲਾਈ ਬਹੁਤ ਅਹਿਮ ਵਿਭਾਗ ਹੈ। ਅਗਲੇ ਦਿਨਾਂ ਦੇ ਵਿੱਚ ਫਸਲ ਆਉਣੀ ਹੈ ਔਰ ਕੇਂਦਰ ਦੇ ਨਾਲ ਜਿਹੜਾ ਸਾਰਾ ਹਿਸਾਬ ਕਿਤਾਬ ਹੁੰਦਾ ਉਹ ਫੂਡ ਸਪਲਾਈ ਮਹਿਕਮਾ ਕਰਦਾ ਹੈ। ਕਿਸਾਨਾਂ ਦੀ ਫਸਲ ਜਿਹੜੀ ਚੱਕਣੀ ਹੈ ਉਹ ਫੂਡ ਸਪਲਾਈ ਮਹਿਕਮੇ ਦੇ ਜ਼ਰੀਏ ਹੀ ਸਾਰੀ ਲਿਫਟਿੰਗ ਵਗੈਰਾ ਹੁੰਦੀ ਹੈ। ਸੋ ਲਾਲਚੰਦ ਕਟਾਰੂ ਚੱਕ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ, ਇਹ ਵੀ ਇੱਕ ਵੱਡਾ ਮੰਤਰਾਲਾ ਹੈ ਪੰਜਾਬ ਦਾ, ਇਹ ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤਾ ਗਿਆ ਹੈ। ਟਰਾਂਸਪੋਰਟ ਮਹਿਕਮਾ ਜਿਹੜਾ ਰਾਜਾ ਵੜਿੰਗ ਕੋਲ ਸੀ ਔਰ ਕਾਫੀ ਚਰਚਾ ਦੇ ਵਿੱਚ ਰਿਹਾ ਪਿਛਲੇ 3 ਮਹੀਨਿਆਂ ਦੇ ਵਿੱਚ, ਖਾਸ ਕਰਕੇ ਟਰਾਂਸਪੋਰਟ ਨੂੰ ਲੈ ਕੇ, ਕਿਉਂਕਿ ਪੰਜਾਬ ਦੇ ਕਈ ਵੱਡੇ ਘਰਾਣੇ ਨੇ ਜਿਹੜੇ ਟਰਾਂਸਪੋਰਟ ਦੇ ਬਿਜ਼ਨਸ ਦੇ ਵਿੱਚ ਨੇ। ਸੋ ਰਾਜਾ ਵੜਿੰਗ ਵੱਲੋਂ ਪਿਛਲੇ ਦਿਨੀ ਕਈ
ਰੇਡਾਂ ਮਾਰੀਆਂ ਗਈਆਂ ਸੀ ਜਦੋਂ ਟਰਾਂਸਪੋਰਟ ਮੰਤਰੀ ਉਹਨਾਂ ਨੂੰ ਬਣਾਇਆ ਗਿਆ ਸੀ ਤੇ ਹੁਣ ਇਹ ਜ਼ਿੰਮਾ ਲਾਲਜੀਤ ਸਿੰਘ ਭੁੱਲਰ ਨੂੰ ਦਿੱਤਾ ਗਿਆ। ਲਾਲਜੀਤ ਸਿੰਘ ਭੁੱਲਰ ਵੀ ਹਾਲਾਂਕਿ ਪਹਿਲਾਂ ਅਕਾਲੀ ਦਲ ਦੇ ਵਿੱਚ ਰਹੇ ਨੇ, ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸ਼ਾਮਲ ਹੋਏ, ਜਿੱਤ ਕੇ ਮੰਤਰੀ ਬਣੇ ਤੇ ਅੱਜ ਟਰਾਂਸਪੋਰਟ ਮਹਿਕਮਾ ਲਾਲਜੀਤ ਸਿੰਘ ਭੁੱਲਰ ਨੂੰ ਮਿਲਿਆ ਹੈ। ਇਸੇ ਤਰ੍ਹਾਂ ਬ੍ਰਹਮ ਸ਼ੰਕਰ ਜਿੰਪਾ, ਜਿਨ੍ਹਾਂ ਨੂੰ ਪਾਣੀ ਤੇ ਕੁਦਰਤੀ ਆਫਤ ਮੰਤਰਾਲਾ ਜਿਹੜਾ ਹੈ ਉਹ ਦਿੱਤਾ ਗਿਆ। ਇਹ ਐਕਸਕਲੂਸਿਵ ਜਾਣਕਾਰੀ ਹੈ ਨਿਊਜ਼ 18 ਦੀ। ਹਲੇ ਸੂਚੀ ਜਾਰੀ ਨਹੀਂ ਹੋਈ, ਜਿਵੇਂ ਅਸੀਂ ਵਾਰ-ਵਾਰ ਦੱਸ ਰਹੇ ਹਾਂ, ਲਿਸਟ ਜਾਰੀ ਨਹੀਂ ਕੀਤੀ ਗਈ ਕਿਹੜੇ ਨੂੰ ਕਿਹੜਾ ਮਹਿਕਮਾ ਜਿਹੜਾ ਹੈ ਸੂਚੀ ਦੇ ਮੁਤਾਬਕ, ਕਿਉਂਕਿ ਉਸ ਦੇ ਵਿੱਚ ਕੁਝ ਹੋਰ ਮਹਿਕਮੇ ਜਿਹੜੇ ਨੇ ਐਡੀਸ਼ਨਲ ਹੋ ਸਕਦੇ ਨੇ, ਹੋਰ ਮਹਿਕਮੇ ਐਡ ਆਨ ਹੋ ਸਕਦੇ ਨੇ, ਪਰ ਮੋٹے ਤੌਰ ਤੇ ਜਿਹੜੀ ਜ਼ਿੰਮੇਵਾਰੀ ਇਹਨਾਂ ਮੰਤਰੀਆਂ ਦੇ ਕੋਲ ਰਹੇਗੀ ਉਹ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ। ਮੋٹے ਤੌਰ ਤੇ ਜਿਹੜੀ ਜ਼ਿੰਮੇਵਾਰੀ ਰਹੇਗੀ ਉਹਨਾਂ ਦੇ ਵਿੱਚ ਮੋٹے ਤੌਰ ਤੇ ਗ੍ਰਹਿ ਮੰਤਰਾਲਾ, ਕਿਉਂਕਿ ਪਿਛਲੀ ਵਾਰ ਇਹ ਗ੍ਰਹਿ ਮੰਤਰਾਲਾ ਜਿਹੜਾ ਸੀ ਇਹ ਸੁਖਜਿੰਦਰ ਰੰਧਾਵਾ ਦੇ ਕੋਲ ਸੀ, ਕਿਉਂਕਿ ਡਿਪਟੀ ਸੀਐਮ ਦੀ ਜ਼ਿੰਮੇਵਾਰੀ ਸੀ ਔਰ ਉਹਨਾਂ ਨੇ ਉਸ ਮੌਕੇ ਗ੍ਰਹਿ ਮੰਤਰਾਲਾ ਆਪਣੇ ਦੇ ਕੋਲ ਰੱਖਿਆ ਸੀ। ਔਰ ਇਸ ਵਾਰ ਇਹ ਗ੍ਰਹਿ ਮੰਤਰਾਲਾ ਜਿਹੜਾ ਹੈ ਇਹ ਭਗਵੰਤ ਮਾਨ ਦੇ ਕੋਲ ਹੀ ਰਹੇਗਾ। ਉਸ ਤੋਂ ਪਹਿਲਾਂ ਵੀ ਗ੍ਰਹਿ ਮੰਤਰਾਲਾ ਜਿਹੜਾ ਹੈ ਆਮ ਤੌਰ ਤੇ ਮੁੱਖ ਮੰਤਰੀ ਦੇ ਕੋਲ ਹੀ ਰਹਿੰਦਾ ਹੈ। ਪੂਰੀ ਪੁਲਿਸ ਡਿਪਾਰਟਮੈਂਟ ਜਿਸ ਦੇ ਤਹਿਤ ਆਉਂਦਾ ਹੈ ਉਹ ਮੰਤਰਾਲਾ ਮੁੱਖ ਮੰਤਰੀ, ਜਿੰਨੇ ਵੀ ਮੁੱਖ ਮੰਤਰੀ ਪਿਛਲੇ ਸਮੇਂ 'ਚ ਰਹੇ ਨੇ ਉਹ ਹੋਮ ਡਿਪਾਰਟਮੈਂਟ ਆਪਣੇ ਕੋਲ ਰੱਖਦੇ ਰਹੇ ਨੇ। ਸੋ ਭਗਵੰਤ ਮਾਨ ਨੇ ਵੀ ਹੋਮ ਡਿਪਾਰਟਮੈਂਟ ਆਪਣੇ ਕੋਲ ਰੱਖਿਆ, ਟੈਕਸੇਸ਼ਨ ਡਿਪਾਰਟਮੈਂਟ ਵੀ ਆਪਣੇ ਕੋਲ ਰੱਖਿਆ ਔਰ ਬਾਕੀ ਜਿਹੜੇ ਮਹਿਕਮੇ ਨੇ ਉਹਨਾਂ ਚੋਂ ਕੁਝ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ, ਜੋ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ, ਜੋ ਅਸੀਂ ਦਰਸ਼ਕਾਂ ਦੇ ਸਾਹਮਣੇ ਰੱਖ ਰਹੇ ਹਾਂ, ਇੱਕ ਇੱਕ ਕਰਕੇ ਦੱਸ ਰਹੇ ਹਾਂ। ਭਗਵੰਤ ਮਾਨ ਦੀ ਤਸਵੀਰ ਟੀਵੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ, ਸੀਐਮ ਜਿਨ੍ਹਾਂ ਦੇ ਕੋਲ ਗ੍ਰਹਿ ਮੰਤਰਾਲਾ ਰਹੇਗਾ ਔਰ ਆਬਕਾਰੀ ਵਿਭਾਗ ਰਹੇਗਾ। ਇਸੇ ਤਰ੍ਹਾਂ ਬਾਕੀ ਮੰਤਰੀਆਂ ਦੇ ਕੋਲ ਹਰਪਾਲ ਚੀਮਾ, ਯਾਨੀ ਪੰਜਾਬ ਦਾ ਅਗਲਾ ਬਜਟ ਜਿਹੜਾ ਕੱਲ ਪੇਸ਼ ਕੀਤਾ ਜਾਣਾ ਹੈ, ਜਿਸ ਨੂੰ ਵੋਟ ਔਨ ਅਕਾਊਂਟ ਦਾ ਨਾਮ ਦਿੱਤਾ ਜਾਂਦਾ ਹੈ, ਕਿਉਂਕਿ ਜਦੋਂ ਨਵੀਂ ਸਰਕਾਰ ਬਣਦੀ ਹੈ, ਨਵੀਂ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਫਿਰ ਇੱਕਦਮ ਪੂਰਾ ਬਜਟ ਪੇਸ਼ ਨਹੀਂ ਕੀਤਾ ਜਾਂਦਾ। 3 ਮਹੀਨੇ ਦਾ ਜਿਹੜਾ ਲੇਖਾ ਅਨੁਦਾਨ ਹੁੰਦਾ ਹੈ ਉਹ ਪੇਸ਼ ਕੀਤਾ ਜਾਂਦਾ ਹੈ ਵਿਧਾਨ ਸਭਾ ਦੇ ਵਿੱਚ। ਉਸ ਨੂੰ ਵੋਟ ਔਨ ਅਕਾਊਂਟ ਕਿਹਾ ਜਾਂਦਾ ਹੈ ਕਿਉਂਕਿ ਸਿਰਫ ਉਹ ਖਰਚੇ ਦਾ ਤੇ ਆਮਦਨੀ ਦਾ ਇੱਕ ਮੋਟਾ ਹਿਸਾਬ ਕਿਤਾਬ ਹੁੰਦਾ ਹੈ। ਬਾਕੀ ਫਿਰ ਸਰਕਾਰ 3 ਮਹੀਨਿਆਂ ਬਾਅਦ ਪੌਣੇ ਸਾਲ ਦਾ ਬਜਟ ਹੈ ਜਿਹੜਾ ਉਹ ਪੇਸ਼ ਕਰਦੀ ਹੈ, ਜਿਹੜੀ ਨਵੀਂ ਸਰਕਾਰ ਹੁੰਦੀ ਹੈ। ਸੋ ਇੱਕ ਵਾਰੀ 3 ਮਹੀਨੇ ਦਾ ਜਿਹੜਾ ਵੋਟ ਔਨ ਅਕਾਊਂਟ ਹੈ ਉਹ ਖਜ਼ਾਨਾ ਮੰਤਰੀ ਦੇ ਤੌਰ ਤੇ ਬਤੌਰ ਖਜ਼ਾਨਾ ਮੰਤਰੀ ਹਰਪਾਲ ਚੀਮਾ ਕੱਲ ਸਦਨ ਦੇ ਵਿੱਚ ਪੇਸ਼ ਕਰਨਗੇ। ਇਹ ਤੈਅ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਬਾਕੀ ਵੀ ਮੰਤਰੀਆਂ ਦੀ ਜਿਵੇਂ ਅਸੀਂ ਜਾਣਕਾਰੀ ਦੇ ਰਹੇ ਹਾਂ, ਗੁਰਮੀਤ ਸਿੰਘ ਮੀਥੇਰ, ਉਹਨਾਂ ਨੂੰ ਸਿੱਖਿਆ ਵਿਭਾਗ ਦਿੱਤਾ ਗਿਆ ਹੈ। ਇਹ ਵੀ ਇਸ ਨੂੰ ਪੰਜਾਬ ਦੀ ਕੈਬਨਿਟ ਦਾ ਜੇ ਜ਼ਿਕਰ ਕਰੀਏ ਤਾਂ ਉਸ ਦੇ ਵਿੱਚ ਕੰਡਿਆਂ ਦਾ ਤਾਜ ਕਿਹਾ ਜਾਂਦਾ ਹੈ ਕਿ ਸਿੱਖਿਆ ਮਹਿਕਮਾ ਜਾਂ ਸਿਹਤ ਮਹਿਕਮਾ, ਕਿਉਂਕਿ ਇਹ ਦੋ ਐਸੇ ਵੱਡੇ ਮਹਿਕਮੇ ਨੇ ਜਿਨ੍ਹਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ। ਸਿੱਖਿਆ ਤੇ ਸਿਹਤ ਉਹਨਾਂ ਨੇ ਕਿਹਾ ਹੈ ਕਿ ਸਾਡੀ ਪ੍ਰਾਇੋਰਟੀ ਰਹੇਗੀ, ਸਾਡੀ ਪਹਿਲ ਰਹੇਗੀ ਕਿ ਇਹਨਾਂ ਦੋ ਚੀਜ਼ਾਂ ਨੂੰ, ਇਹਨਾਂ ਦੋ ਜਿਹੜੇ ਪੰਜਾਬ ਦੇ ਵੱਡੇ ਮੁੱਦੇ ਨੇ ਸਿੱਖਿਆ ਤੇ ਸਿਹਤ, ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਹੈ, ਪਹਿਲ ਦੇ ਆਧਾਰ ਤੇ ਦਰੁਸਤ ਕਰਨਾ ਹੈ। ਸੋ ਇਹ ਜ਼ਿੰਮੇਵਾਰੀ ਜਿਹੜੀ ਸਿੱਖਿਆ ਤੇ ਸਿਹਤ ਦੀ ਹੈ, ਸਿੱਖਿਆ ਦੀ ਜ਼ਿੰਮੇਵਾਰੀ ਗੁਰਮੀਤ ਸਿੰਘ ਮੀਥੇਰ ਨੂੰ ਦਿੱਤੀ ਗਈ ਹੈ ਤੇ ਸਿਹਤ ਮੰਤਰਾਲੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਡਾਕਟਰ ਵਿਜੇ ਸਿੰਗਲਾ ਨੂੰ ਦਿੱਤੀ ਗਈ ਹੈ। ਡਾਕਟਰ ਵਿਜੇ ਸਿੰਗਲਾ ਪੇਸ਼ੇ ਤੋਂ ਡੈਂਟਿਸਟ ਨੇ, ਦੰਦਾਂ ਦੇ ਡਾਕਟਰ ਨੇ ਔਰ ਸਿਹਤ ਮੰਤਰਾਲਾ ਵੀ ਇਸੇ ਕਰਕੇ ਉਹਨਾਂ ਨੂੰ ਸੌਂਪਿਆ ਗਿਆ ਕਿ ਸਿਹਤ ਮੰਤਰਾਲੇ ਬਾਰੇ ਉਹ ਆਲਰੇਡੀ ਉਸ ਪ੍ਰੋਫੈਸ਼ਨ ਦੇ ਵਿੱਚ ਨੇ, ਜਾਣਦੇ ਨੇ, ਉਸ ਦੀਆਂ ਬਰੀਕੀਆਂ ਬਾਰੇ ਜਾਣਦੇ ਨੇ, ਕਿਸ ਕਰਕੇ ਉਹਨਾਂ ਦੇ ਕੋਲ ਇਹ ਮਹਿਕਮਾ ਰਹਿਣਾ ਪੰਜਾਬ ਦੇ ਸਿਹਤ ਮਹਿਕਮੇ, ਸਿਹਤ ਪੰਜਾਬ ਦੇ ਜਿਹੜੇ ਹੈਲਥ ਡਿਪਾਰਟਮੈਂਟ ਦੀ ਸਿਹਤ ਹੈ ਉਸ ਦੇ ਲਈ ਜ਼ਿਆਦਾ ਫਾਇਦੇਮੰਦ ਰਹਿ ਸਕਦਾ ਹੈ। ਸੋ ਡਾਕਟਰ ਵਿਜੇ ਸਿੰਗਲਾ ਨੂੰ ਸਿਹਤ ਮੰਤਰਾਲਾ ਸੌਂਪਿਆ ਗਿਆ। ਮੀਥੇਰ ਉਹਨਾਂ ਦੇ ਕੋਲ ਸਿੱਖਿਆ ਮੰਤਰਾਲਾ ਰਹੇਗਾ। ਦੋਹਾਂ ਦੇ ਲਈ ਬਹੁਤ ਵੱਡੀ ਚੁਣੌਤੀ ਰਹੇਗੀ ਕਿ ਕਿਵੇਂ ਇਸ ਚੀਜ਼ ਦੇ ਵਿੱਚ ਸੁਧਾਰ ਕਰਨਾ ਹੈ, ਕਿਵੇਂ ਇਸ ਚੀਜ਼ ਨੂੰ ਸਰ ਕਰਨਾ ਹੈ। ਹਰਪਾਲ ਚੀਮਾ ਖਜ਼ਾਨਾ ਮੰਤਰੀ, ਮੀਥੇਰ ਸਿੱਖਿਆ ਮੰਤਰੀ, ਡਾਕਟਰ ਵਿਜੇ ਸਿੰਗਲਾ ਸਿਹਤ ਮੰਤਰੀ। ਇਸ ਤੋਂ ਇਲਾਵਾ ਹਰਜੋਤ ਬੈਂਸ ਕਾਨੂੰਨ ਮੰਤਰੀ ਔਰ ਨਾਲ ਟੂਰਿਜ਼ਮ ਮਹਿਕਮਾ, ਸੈਰ ਸਪਾਟਾ ਵਿਭਾਗ, ਉਹ ਵੀ ਹਰਜੋਤ ਬੈਂਸ ਕੋਲ ਰਹੇਗਾ। ਹਰਭਜਨ ਸਿੰਘ ਈਟੀਓ, ਉਹਨਾਂ ਨੂੰ ਪਾਵਰ ਮਿਨਿਸਟਰੀ ਦਿੱਤੀ ਗਈ ਹੈ, ਯਾਨੀ ਬਿਜਲੀ ਮੰਤਰੀ ਪੰਜਾਬ ਦੇ ਹਰਭਜਨ ਸਿੰਘ ਈਟੀਓ ਹੋਣਗੇ। ਡਾਕਟਰ ਬਲਜੀਤ ਕੌਰ ਇੱਕੋ ਹੀ ਮਹਿਲਾ ਮਿਨਿਸਟਰ ਬਣਾਏ ਗਏ ਨੇ। ਜਿਹੜੇ 10 ਨਵੇਂ ਕੈਬਨਿਟ ਮੰਤਰੀ ਨੇ ਉਹਨਾਂ ਦੇ ਵਿੱਚ ਡਾਕਟਰ ਬਲਜੀਤ ਕੌਰ ਮਲੋਟ ਹਲਕੇ ਤੋਂ ਜਿੱਤ ਕੇ ਵਿਧਾਇਕ ਬਣੇ ਨੇ ਔਰ ਕੈਬਨਿਟ ਦੀ ਕੁਰਸੀ ਉਹਨਾਂ ਨੂੰ ਮਿਲੀ ਹੈ। ਉਹਨਾਂ ਨੂੰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮਹਿਕਮਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਡਾਕਟਰ ਬਲਜੀਤ ਕੌਰ ਨੂੰ। ਇਸ ਤੋਂ ਇਲਾਵਾ ਲਾਲ ਚੰਦ ਕਟਾਰੂ ਚੱਕ, ਉਹਨਾਂ ਨੂੰ ਫੂਡ ਸਪਲਾਈ ਮਿਨਿਸਟਰੀ ਦਿੱਤੀ ਗਈ ਹੈ। ਖੁਰਾਕ ਸਪਲਾਈ ਵਿਭਾਗ, ਫੂਡ ਸਪਲਾਈ ਮਿਨਿਸਟਰ ਜਿਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਅੱਗੇ ਜਦ ਜਿਹੜੀਆਂ ਫਸਲਾਂ ਆਉਂਦੀਆਂ ਨੇ ਉਸ ਦਾ ਸਾਰਾ ਜਿਹੜਾ ਕੰਮ ਹੈ ਉਸ ਦੀ ਚੁਕਾਈ, ਰਖਾਈ ਸਭ ਕੁਝ ਫੂਡ ਸਪਲਾਈ ਮਹਿਕਮੇ ਦੇ ਅੰਡਰ ਆਉਂਦਾ ਹੈ। ਇਸ ਵੇਲੇ ਵੀ ਪੰਜਾਬ ਦੇ ਜਿੰਨੇ ਗੋਡਾਊਨਸ ਨੇ
ਉਹ ਸਾਰੇ ਫੂਡ ਸਪਲਾਈ ਮਹਿਕਮੇ ਦੇ ਮਤਹਿਤ ਆਉਂਦੇ ਨੇ ਔਰ ਜਿਹੜੀ ਗਰੀਬਾਂ ਨੂੰ ਸਸਤੀ ਆਟਾ ਦਾਲ ਜਾਂ ਐਸੀਆਂ ਖਾਣ ਦਾ ਸਮਾਨ ਦਿੱਤਾ ਜਾਂਦਾ ਹੈ ਉਹ ਵੀ ਫੂਡ ਸਪਲਾਈ ਮਹਿਕਮੇ ਦੇ ਅੰਡਰ ਆਉਂਦਾ ਹੈ। ਸੋ ਕੇਂਦਰ ਦੇ ਨਾਲ ਫੂਡ ਸਪਲਾਈ ਮਹਿਕਮੇ ਦਾ ਰਾਬਤਾ ਰਹਿੰਦਾ ਹੈ ਔਰ ਫੂਡ ਸਪਲਾਈ ਦੀ ਜ਼ਿੰਮੇਵਾਰੀ ਲਾਲ ਚੰਦ ਕਟਾਰੂ ਚੱਕ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਲਦੀਪ ਸਿੰਘ ਧਾਲੀਵਾਲ ਜਿਨ੍ਹਾਂ ਦੇ ਕੋਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਬਣਾਏ ਗਏ ਨੇ। ਸੋ ਇਸ ਤੋਂ ਇਲਾਵਾ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ, ਬ੍ਰਹਮ ਸ਼ੰਕਰ ਜਿੰਪਾ ਪਾਣੀ ਤੇ ਕੁਦਰਤੀ ਆਫਤ ਮੰਤਰੀ। ਸੋ ਲਗਾਤਾਰ ਮਹਿਕਮਿਆਂ ਦੀ ਵੰਡ ਹੋ ਰਹੀ ਹੈ। ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ, ਗੁਰਮੀਤ ਸਿੰਘ ਮੀਥੇਰ ਨਜ਼ਰ ਆ ਰਹੇ ਨੇ, ਪੰਕਜ ਕਪਾਹੀ ਨਾਲ ਬੈਠੇ ਹੋਏ, ਸਿੱਖਿਆ ਮੰਤਰਾਲਾ ਕੰਡਿਆਂ ਦਾ ਤਾਜ। ਪੰਕਜ ਮੇਰੀ ਆਵਾਜ਼ ਮਿਲ ਪਾ ਰਹੀ ਹੈ? कोशिश करांगे गलबात करनी। पंकज मेरी आवाज मिल पा रही है तो मीत हेयर होਰਾਂ ਤੋਂ जानना चाहांगे ਕੰਡਿਆਂ ਦਾ ਤਾਜ। ਮੀਤ ਹੇਅਰ ਦਾ ਪਹਿਲਾ ਇੰਟਰਵਿਊ ਕਰਨ ਜਾ ਰਿਹਾ। ਮੀਤ ਹੇਅਰ ਮੇਰੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਮੀਤ ਸਾਹਿਬ ਨਵੇਂ ਸਿੱਖਿਆ ਮੰਤਰੀ, ਬਹੁਤ ਬਹੁਤ ਮੁਬਾਰਕਾਂ। ਹਾਂ ਧੰਨਵਾਦ ਜੀ, ਬਹੁਤ ਬਹੁਤ। ਵਿਜੇ ਹੋਰੀ ਜ਼ਿਕਰ ਕਰ ਰਹੇ ਸੀ, ਕਹਿੰਦੇ ਕਿ ਕੰਡਿਆਂ ਭਰਿਆ ਤਾਜ ਜਿਹੜਾ ਵੈ ਉਹ ਸਿੱਖਿਆ ਮਹਿਕਮਾ ਵੈ। ਦੇਖੋ ਮੈਂ ਖੁਸ਼ ਹਾਂ ਕਿ ਜਿਹੜਾ ਸਭ ਤੋਂ ਚੈਲੰਜਿੰਗ ਡਿਪਾਰਟਮੈਂਟ ਹੈ ਉਹ ਮੈਨੂੰ ਦਿੱਤਾ ਤੇ ਨਾਲ ਮੈਨੂੰ ਹੌਸਲਾ ਵੀ ਹੈ। ਦੂਸਰੀ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਸਾਡੀ ਪਾਰਟੀ ਦਾ ਜਿਹੜਾ ਮੇਨ ਏਜੰਡਾ ਉਹ ਐਜੂਕੇਸ਼ਨ ਤੇ ਹੈਲਥ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ, ਅਰਵਿੰਦ ਕੇਜਰੀਵਾਲ ਜੀ ਨੇ, ਸਮੁੱਚੀ ਸਾਡੀ ਹਾਈ ਕਮਾਂਡ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਨੂੰ ਉਹ ਡਿਪਾਰਟਮੈਂਟ ਦਿੱਤਾ ਗਿਆ ਜਿਹਨੂੰ ਐਜ਼ ਏ ਮਾਡਲ ਬਣਾ ਕੇ ਪੂਰੇ ਹਿੰਦੁਸਤਾਨ ਦੇ ਸਾਹਮਣੇ ਪੇਸ਼ ਕਰਨਾ। ਸੋ ਕੋਈ ਨਹੀਂ, ਜਿਹੜਾ ਪਾਰਟੀ ਨੇ ਲੋਕਾਂ ਨੇ ਸਾਡੇ ਤੇ ਉਮੀਦ ਦਿਖਾਈ ਹੈ, ਹਾਈ ਕਮਾਂਡ ਨੇ, ਇਮਾਨਦਾਰੀ ਨਾਲ ਇਸ ਉਮੀਦ ਤੇ ਖਰੇ ਉਤਰਾਂਗੇ ਤੇ ਜੋ ਅੱਜ ਤੱਕ ਐਜੂਕੇਸ਼ਨ ਮਹਿਕਮੇ 'ਚ ਜਿਹੜੇ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਉਹ ਲੈ ਕੇ ਆਵਾਂਗੇ। ਸਿੱਖਿਆ ਮਹਿਕਮੇ ਦੇ ਨਾਲ ਕੋਈ ਹੋਰ ਮਹਿਕਮਾ ਵੀ ਦਿੱਤਾ ਗਿਆ ਜਾਂ ਸਿੱਖਿਆ ਮਹਿਕਮੇ ਦੀ ਜਾਣਕਾਰੀ ਮਿਲੀ? ਨਹੀਂ, ਹਜੇ ਤੱਕ ਸਿੱਖਿਆ ਮਹਿਕਮੇ ਦੀ ਜਾਣਕਾਰੀ ਮਿਲੀ ਹੈ। ਮੈਨੂੰ ਲੱਗਦਾ ਹੋਰ ਜਿਹੜੇ ਡਿਪਾਰਟਮੈਂਟ ਉਹ ਵੀ ਸ਼ਾਇਦ ਨਾਲ ਮਿਲਣਗੇ। ਹਜੇ ਜਲਦਬਾਜ਼ੀ ਹੋਏਗਾ, ਲੇਕਿਨ ਕੋਈ ਬਲੂ ਪ੍ਰਿੰਟ ਤਿਆਰ ਕੀਤਾ ਹੈ? ਕਿਉਂਕਿ ਕਈ ਵਾਰ ਬੰਦਾ ਸੋਚਦਾ, ਤਾਂ ਓਪੋਜੀਸ਼ਨ 'ਚ ਸੀਗੇ 5 ਸਾਲ, ਕਿ ਅਗਰ ਮੇਰੇ ਕੋਲ ਸਿੱਖਿਆ ਮਹਿਕਮਾ ਆ ਜਾਏ ਤਾਂ ਮੈਂ ਸਭ ਤੋਂ ਪਹਿਲਾਂ ਇਹ ਸੁਧਾਰ ਕਰਾਂਗਾ। ਦੇਖੋ ਸੁਧਾਰ ਤਾਂ ਬੜੇ ਹੋਣ ਵਾਲੇ ਆ। ਹਜੇ ਤੱਕ ਜਿਹੜੇ ਚੌਥਾ ਦਰਜਾ ਮੁਲਾਜ਼ਮਾਂ ਦੀ ਭਰਤੀ ਨਹੀਂ ਹੋਈ ਹੈ ਨਾ। ਟੀਚਰਸ ਤੇ ਬੜਾ ਕਹਿ ਲਓ ਵੀ ਉਹਨਾਂ ਤੇ ਵੀ ਬੋਝ ਪਾਇਆ ਜਾਂਦਾ, ਸਾਰੇ ਕੰਮ ਉਹਨਾਂ ਨੂੰ ਕਰਨੇ ਪੈਂਦੇ ਆ। ਟੀਚਰਾਂ ਦੀ ਗਿਣਤੀ ਬੜੀ ਘੱਟ ਹੈ। ਕੋਈ ਨਹੀਂ, ਦੇਖੋ ਓਵਰ ਦਾ ਨਾਈਟ ਤਾਂ ਕੁਛ ਨਹੀਂ ਚੇਂਜ ਹੁੰਦਾ, ਪਰ ਸਾਰੇ ਕਾਸਤੇ ਕੰਮ ਕਰਨ ਦੀ ਜ਼ਰੂਰਤ ਹੈ। ਟੀਚਰਾਂ ਦੀ ਭਰਤੀ ਵੀ ਕਰਾਂਗੇ, ਉਹਨਾਂ ਨੂੰ ਟ੍ਰੇਨਿੰਗ ਵੀ ਦਵਾਵਾਂਗੇ, ਨਵੀਆਂ ਬਿਲਡਿੰਗਸ ਬਣਾਉਣ ਦੀ ਪੰਜਾਬ 'ਚ ਜ਼ਰੂਰਤ ਹੈ। ਸਾਰੇ ਕਾਸਤੇ ਦੇਖੋ ਕੰਮ ਹੈ ਜਿਹੜਾ ਹੁਣੇ ਤੋਂ ਸ਼ੁਰੂ ਹੋ ਜਾਊਗਾ। ਪ੍ਰਗਟ ਸਿੰਘ ਸੀ ਜਦੋਂ ਸਿੱਖਿਆ ਮੰਤਰੀ ਸੀ ਤੁਹਾਡੇ ਤੋਂ ਪਹਿਲਾਂ, ਤਾਂ ਉਹਨਾਂ ਦੇ ਘਰ ਦੇ ਬਾਹਰ ਧਰਨੇ ਬਹੁਤ ਲੱਗੇ। ਉਸ ਤੋਂ ਪਹਿਲਾਂ ਵਿਜੇ ਸਿੰਗਲਾ ਸੀਗੇ, ਵਿਜੇਂਦਰ ਸਿੰਗਲਾ ਸੀਗੇ, ਉਹਨਾਂ ਦੇ ਘਰ ਦੇ ਬਾਹਰ ਟੀਚਰਾਂ ਨੇ ਧਰਨੇ ਬਹੁਤ ਲਗਾਏ। ਅਜਿਹਾ ਨਾ ਹੋਵੇ ਕਿ ਤੁਹਾਡੇ ਖਿਲਾਫ ਧਰਨੇ ਲੱਗਣੇ ਸ਼ੁਰੂ ਹੋ ਜਾਣ। ਉਹਨਾਂ ਲਈ ਕੋਈ ਤਿਆਰੀ ਹੈ ਕਿ ਕੋਈ ਟੈਟ ਕਲੀਅਰ ਹੈ, ਕੋਈ ਵੱਖ-ਵੱਖ ਥਾਵਾਂ ਤੇ ਕਲੀਅਰ? ਉਹ ਕਹਿੰਦੇ ਕਿ ਸਾਨੂੰ ਰੈਗੂਲਰ ਨਹੀਂ ਕੀਤੇ ਜਾਂਦੇ। ਦੇਖੋ ਮੈਂ ਉਹੀ ਕਹਿਣਾ, ਦੇਖੋ ਚੈਲੰਜਿੰਗ ਤਾਂ ਹੈ ਹੀ ਹੈ। ਬੜੇ ਲੰਬੇ ਸਮੇਂ ਤੋਂ ਇੱਦਾਂ ਦਾ ਇੱਕ ਪੰਜਾਬ 'ਚ ਪਿਰਤ ਬਣ ਗਈ ਵੀ ਜਿਹੜਾ ਸਿੱਖਿਆ ਮੰਤਰੀ ਉਹਦੇ ਘਰ ਦੇ ਬਾਹਰ ਧਰਨੇ ਆ। ਉਹ ਧਰਨੇ ਇਸੇ ਕਰਕੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸੁਣਵਾਈ ਹੈ, ਜਿਹੜੀਆਂ ਸਮੱਸਿਆਵਾਂ ਉਹ ਹੱਲ ਨਹੀਂ ਹੋ ਰਹੀਆਂ। ਪਰ ਅਸੀਂ ਇਮਾਨਦਾਰੀ ਨਾਲ ਜੋ ਕਰ ਸਕਦੇ ਹੋਏ ਪੰਜਾਬ ਦੀ ਬਿਹਤਰੀ ਲਈ, ਐਜੂਕੇਸ਼ਨ ਦੀ ਬਿਹਤਰੀ ਲਈ, ਜਿਹੜੇ ਟੀਚਰਸ ਹੈ ਉਹਨਾਂ ਦੀ ਬਿਹਤਰੀ ਲਈ, ਜਿਹੜੇ ਅਨਇੰਪਲਾਇਡ ਹੈ ਉਹਨਾਂ ਨੂੰ ਐਡਜਸਟ ਕਰਨ ਦੇ ਲਈ ਉਹ ਇਮਾਨਦਾਰੀ ਦੇ ਨਾਲ ਪੰਜਾਬ ਦੇ ਵਿੱਚ ਕਰਾਂਗੇ। ਵਿਜੇਂਦਰ ਸਿੰਗਲਾ ਪਿੱਠ ਥਾਪੜ ਰਹੇ ਸੀ, ਉਹ ਕਹਿ ਰਹੇ ਸੀ ਕਿ ਪੂਰੇ ਦੇਸ਼ 'ਚ ਪੰਜਾਬ ਪਹਿਲੇ ਨੰਬਰ ਤੇ ਹੋ ਗਿਆ ਸਿੱਖਿਆ ਮਹਿਕਮੇ 'ਚ, ਸੈਂਟਰ ਵੱਲੋਂ ਜਿਹੜਾ ਇਸ ਗੱਲ ਦਾ ਅਵਾਰਡ ਦਿੱਤਾ ਗਿਆ। ਦੇਖੋ ਸਾਰਿਆਂ ਨੂੰ ਪਤਾ ਵੀ ਕਿਸ ਤਰ੍ਹਾਂ ਇੱਕ ਫੇਕ ਜਿਹੜਾ ਡਾਟਾ ਉਹ ਕ੍ਰੀਏਟ ਕੀਤਾ ਗਿਆ, ਧੱਕੇ ਨਾਲ ਟੀਚਰਾਂ ਨੂੰ ਪ੍ਰੈਸ਼ਰਾਈਜ਼ ਕਰਕੇ ਕਿਸ ਤਰ੍ਹਾਂ ਜਿਹੜਾ ਸਿਸਟਮ ਹੈ ਚਲਾਇਆ ਜਾਂਦਾ ਸੀ। ਬਟ ਹੁਣ ਅਸੀਂ ਵਾਕਿਆ ਹੀ ਜਿਹਨੂੰ ਮੀਡੀਆ ਵੀ ਕਹੂਗਾ ਤੇ ਪੰਜਾਬ ਦੇ ਲੋਕ ਵੀ ਕਹਿਣਗੇ, ਇਸ ਤਰ੍ਹਾਂ ਪੰਜਾਬ ਨੂੰ ਨੰਬਰ 1 ਬਣਾਉਣ ਦੀ ਜਿਹੜਾ ਅਸਲੀ ਰੂਪ ਦੇ ਵਿੱਚ 1 ਨੰਬਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਦਿੱਲੀ ਦੇ ਵਿੱਚ ਅਸੀਂ ਬਣਾਇਆ ਨਾ ਕਿ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਪੜ੍ਹੇ, IIT ਕਲੀਅਰ ਕਰ ਰਹੇ ਆ, ਉਹ ਡਾਕਟਰ ਬਣ ਰਹੇ ਆ, ਹੈ ਨਾ, ਵੱਡੀਆਂ ਨੌਕਰੀਆਂ 'ਤੇ ਲੱਗ ਰਹੇ ਆ। ਇਸ ਤਰ੍ਹਾਂ ਪੰਜਾਬ ਦੇ ਵੀ ਜਿਹੜੇ ਸਰਕਾਰੀ ਸਕੂਲ ਆ ਉਹਨਾਂ 'ਚ ਸੁਧਾਰ ਕੀਤਾ ਜਾਊਗਾ। ਤੇ ਕੋਈ ਨਹੀਂ, ਹਜੇ ਤਾਂ ਅੱਜ ਬਣਿਆਗੇ, ਇਸ ਤੋਂ ਬਾਅਦ ਕੋਈ ਨਹੀਂ, ਬੜੀ ਜਲਦੀ ਇਹ 'ਤੇ ਕੰਮ ਹੈ ਜਿਹੜਾ ਸ਼ੁਰੂ ਹੋ ਜਾਊਗਾ। ਮੈਂ 3 ਕੰਮ ਕਹਾਂ ਕਿ ਮੀਤ ਹੇਅਰ ਨੇ ਜਦੋਂ ਸੋਚਿਆ ਹੋਵੇ ਕਿ ਮੈਂ ਸਿੱਖਿਆ ਮੰਤਰੀ ਬਣਾਂਗਾ, ਸਿੱਖਿਆ ਦੇ ਸੁਧਾਰ ਲਈ ਸਭ ਤੋਂ ਪਹਿਲਾਂ ਇਹ 3 ਕੰਮ ਜਿਹੜੇ ਆ ਉਹ ਮੈਂ ਕਰਾਂਗਾ ਕਿ ਸਕੂਲਾਂ ਨੂੰ ਬਿਹਤਰ ਕਰਨ ਦੇ ਲਈ ਕੀ ਬਿਲਡਿੰਗ ਸਹੀ ਕੀਤੀ ਜਾਏਗੀ ਜਾਂ ਟੀਚਰ ਹੋਰ ਜ਼ਿਆਦਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ, ਕੀ ਕੁਝ ਕੀਤਾ ਜਾਏਗਾ? ਦੇਖੋ ਸਭ ਤੋਂ ਪਹਿਲਾਂ ਤਾਂ ਦੇਖੋ ਟੀਚਰਾਂ ਦੇ ਨਾਲ ਹੀ ਸਕੂਲ ਹੈ। ਅੱਜ ਜਿੱਥੇ 10 ਟੀਚਰ ਚਾਹੀਦੇ ਉੱਥੇ 3 ਟੀਚਰ ਹੈ ਨਾ। ਬਰਡਨ ਬਹੁਤ ਜ਼ਿਆਦਾ ਹੈਗਾ, ਜਿਹੜਾ ਕੰਮ ਹੈ ਹਰ ਤਰ੍ਹਾਂ ਦਾ ਕੰਮ ਟੀਚਰਸ ਨੂੰ ਕਰਨਾ ਪੈਂਦਾ। ਹੋਰ ਜਿਹੜੇ ਟੀਚਿੰਗ ਤੋਂ ਬਿਨਾਂ ਹੋਰ ਬੜੇ ਕੰਮ ਹੈ ਜਿਹੜੇ ਉਹ ਕਰਵਾਏ ਜਾਂਦੇ ਆ। ਇਹਨਾਂ ਦੇਖੋ ਰਾਤੋਂ ਰਾਤ ਮੈਂ ਕਹਿਣਾ ਕੁਝ ਨਹੀਂ ਠੀਕ ਹੋਣਾ,
ਪਰ ਇਹ ਸਾਰੇ ਕਸ ਨੂੰ ਠੀਕ ਕਰਾਂਗੇ। ਹਾਂ, ਬਿਲਡਿੰਗਸ ਵੀ ਬੜੀ ਬਣਾਵਾਂਗੇ ਸਕੂਲਾਂ 'ਚ, ਜਿੱਥੇ ਸਾਇੰਸ ਦਾ ਉੱਥੇ ਸਬਜੈਕਟ ਹੈ, ਲੈਬ ਤੱਕ ਹੈ ਨਹੀਂ, ਕਈ ਜਗ੍ਹਾ ਨਾਨ ਮੈਡੀਕਲ ਹੈ, ਨਾਨ ਮੈਡੀਕਲ ਟੀਚਰ ਹੈ ਨਹੀਂ। ਸੋ ਸਾਰੀਆਂ ਗੱਲਾਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਵੀ ਸਾਨੂੰ ਕਰਨਾ ਪਿਆ, ਫੰਡਸ ਵੀ ਅਸੀਂ ਜਨਰੇਟ ਕਰਨੇ ਪੈਣਗੇ ਤੁਹਾਨੂੰ, ਕਿਉਂਕਿ ਸਿੱਖਿਆ ਲਈ ਬਹੁਤ ਸਾਰੇ ਫੰਡਸ ਚਾਹੀਦੇ ਆ। ਪਿਛਲੇ ਸਮੇਂ 'ਚ ਜਿਹੜਾ ਬਜਟ ਸਿੱਖਿਆ ਦਾ ਬੜਾ ਘੱਟ ਸੀ, ਪੰਜਾਬ 'ਚ ਬਜਟ ਵੀ ਵਧਾਵਾਂਗੇ। ਤੁਸੀਂ ਕਹਿ ਰਹੇ ਹੋ ਸਿੱਖਿਆ ਦਾ ਬਜਟ ਵਧਾਇਆ ਜਾਏਗਾ? 100%। ਦੇਖੋ, ਬਿਨਾਂ ਬਜਟ ਤੋਂ ਕਿਵੇਂ ਹੋਊਗਾ? ਬਜਟ ਤਾਂ ਵਧਾਉਣਾ ਪਊਗਾ। ਬਜਟ ਵਧਾਵਾਂਗੇ, ਬਜਟ ਦੇ ਨਾਲ ਹੀ ਜਿਹੜਾ ਸਿੱਖਿਆ ਦਾ ਜਿਹੜਾ ਮਹਿਕਮੇ ਦੇ ਹੱਲ ਹੋਣਗੇ। ਪੰਜਾਬ 'ਚ ਇੱਕ ਮਾਨਤਾ ਹੈ, ਕਹਿੰਦੇ ਕਿ ਲੀਡਰਾਂ ਦੇ ਬੱਚੇ ਹਮੇਸ਼ਾ ਮਹਿੰਗੇ ਸਕੂਲਾਂ 'ਚ, ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ, ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਦੇ। ਕੀ ਪੰਜਾਬ ਬਦਲ ਰਿਹਾ? ਜੋ ਬਦਲਾਅ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕਿ ਅਮੀਰਾਂ ਦੇ ਬੱਚੇ, ਕਿ ਲੀਡਰਾਂ ਦੇ ਬੱਚੇ, ਕੁਝ ਅਜਿਹਾ ਸਿਸਟਮ ਹੋਏਗਾ ਕਿ ਜਦੋਂ ਸਕੂਲ ਚੰਗੇ ਕਰਾਂਗੇ ਤਾਂ ਆਪਦੇ ਆਪ ਅਮੀਰ ਵੀ ਸਰਕਾਰੀ ਸਕੂਲਾਂ 'ਚ ਲਾ ਦੇਣਗੇ, ਹਨਾ। ਜਦੋਂ ਹੁਣ ਸਰਕਾਰ ਨੇ ਸਕੂਲ ਸੁਧਾਰੇ ਹੀ ਨਹੀਂ, ਪਹਿਲਾਂ ਸਾਡੀ ਜ਼ਿੰਮੇਵਾਰੀ ਹੈ ਕਿ ਸਕੂਲ ਸੁਧਾਰੀ, ਅਸੀਂ ਕਿਸੇ ਨੂੰ ਫੋਰਸਫੁਲੀ ਨਹੀਂ, ਲੋਕਾਂ ਦਾ ਆਪਦਾ ਜੀ ਕਰੇ ਵੀ ਭਾਈ ਹਾਂ ਹੁਣ ਜਦੋਂ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਦਾ ਰਿਜ਼ਲਟ ਵਧੀਆ ਆ ਰਿਹਾ ਤਾਂ ਅਸੀਂ ਸਰਕਾਰੀ 'ਚ ਕਿਉਂ ਨਾ ਲਾਈਏ। ਹੁਣ ਅਸੀਂ ਕਿਸੇ ਨੂੰ ਇਹ ਚੀਜ਼ ਲਈ ਤੁਸੀਂ ਫੋਰਸ ਨਹੀਂ ਕਰ ਸਕਦੇ ਵੀ ਇਹਨੂੰ ਇੱਥੇ ਲਾਓ, ਇੱਥੇ ਲਾਓ। ਅਸੀਂ ਦਿੱਲੀ ਵੀ ਕਿਸੇ ਨੂੰ ਫੋਰਸ ਨਹੀਂ ਕੀਤਾ। ਅਸੀਂ ਪ੍ਰਾਈਵੇਟ ਦੇ ਮੁਕਾਬਲੇ ਸਰਕਾਰੀ ਚੀਜ਼ ਜਿਹੜੇ ਸੀ, ਸਰਕਾਰੀ ਸਕੂਲ ਸੀ, ਉਹ ਚੰਗੇ ਕਰਤੇ। ਕੀ NRI ਦੀਆਂ ਵੀ ਮਦਦ ਲਿੱਤੀ ਜਾਏਗੀ? ਕਿਉਂਕਿ ਬਹੁਤ ਸਾਰੇ ਪਿੰਡਾਂ 'ਚ ਅਜਿਹਾ ਹੁੰਦਾ, NRI ਅੱਗੇ ਆਉਂਦੇ, ਉਹ ਕਹਿੰਦੇ ਕਿ ਅਸੀਂ ਸਰਕਾਰ ਦੇ ਨਾਲ ਇੱਕ ਕੋਆਰਡੀਨੇਸ਼ਨ ਬਣਾਉਣ ਨੂੰ ਤਿਆਰ ਹਾਂ। ਪਹਿਲੇ ਸਿੱਖਿਆ ਮਹਿਕਮੇ 'ਚ ਨਹੀਂ, ਪੰਜਾਬ ਨੂੰ ਬਿਹਤਰ ਬਣਾਉਣ ਲਈ ਪੂਰੇ 3 ਕਰੋੜ ਆਬਾਦੀ 'ਚੋਂ ਕੋਈ ਵੀ ਅੱਗੇ ਆਊਗਾ, ਅਸੀਂ ਹਰ ਜਗ੍ਹਾ ਹਰ ਇੱਕ ਦੀ ਮਦਦ ਹੈ ਜਿਹੜੀ ਲਵਾਂਗੇ, ਚਾਹੇ ਉਹ NRI ਹੈ, ਚਾਹੇ ਇੱਥੇ ਕੋਈ ਜਿਹੜੀਆਂ ਸਮਾਜ ਸੇਵੀ ਕੰਮ ਕਰਦੀਆਂ ਸੰਸਥਾਵਾਂ ਨੇ, ਸਾਰਿਆਂ ਨੂੰ ਨਾਲ ਲੈ ਕੇ ਅਸੀਂ ਚੱਲਣਾ ਹੈਗਾ। NRIs ਵੀ ਉਹ ਵਿਚਾਰੇ ਬਾਹਰ ਬੈਠੇ, ਕਿਉਂਕਿ ਉਹਨਾਂ ਦਾ ਪੇਕਾ ਘਰ ਆ, ਇਹ ਬੜਾ ਸੋਚਦੇ ਆ ਪੰਜਾਬ ਬਾਰੇ। ਉਹਨਾਂ ਨੂੰ ਇੱਕੋ ਚੀਜ਼ ਦੀ ਜ਼ਰੂਰਤ ਸੀ ਕਿ ਇੱਦਾਂ ਦੇ ਬੰਦੇ ਆਉਣ, ਇੱਦਾਂ ਦੀ ਸਰਕਾਰ ਆਵੇ ਜਿਹਦੇ 'ਤੇ ਅਸੀਂ ਵਿਸ਼ਵਾਸ ਕਰ ਸਕੀਏ ਵੀ ਭਾਈ ਸਾਡਾ ਪੈਸਾ ਇੱਧਰ ਉੱਧਰ ਨਹੀਂ ਜਾਊਗਾ। ਬੜਾ ਟਰਾਂਸਪੇਰੈਂਟ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੱਲਣਾ। ਲੋਕਾਂ ਦਾ ਪੈਸਾ ਨਾ ਪੰਜੀ ਖਾਣੀ ਹੈ, ਨਾ ਪੰਜੀ ਕਿਸੇ ਨੂੰ ਖਾਣ ਦੇਣੀ ਹੈ। ਇਹ ਪ੍ਰਣ ਕਰਕੇ ਅਸੀਂ ਚੱਲੇ ਹੋਏ ਹਾਂ। ਸੋ ਕੋਈ ਨਹੀਂ, ਰਾਤੋਂ ਰਾਤ ਤਾਂ ਉਹਨਾਂ ਦਾ ਵਿਸ਼ਵਾਸ ਵੀ ਨਹੀਂ ਬਣਨਾ, ਪਰ ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤਾਂਗੇ। ਲੋਕ ਇੱਥੇ ਇਨਵੈਸਟ ਵੀ ਕਰਨਗੇ, ਸਾਡਾ ਸਾਥ ਵੀ ਦੇਣਗੇ। ਪਰ ਇਹ ਕਮਿਟਮੈਂਟ ਹੈ ਵੀ ਦਿਨ ਰਾਤ ਇੱਕ ਕਰ ਦਾਂਗੇ। ਜੇ ਮੈਂ ਆਪਣਾ ਕਹਾਂ, ਮੈਂ ਦਿਨ ਰਾਤ ਇੱਕ ਕਰ ਦੂੰਗਾ। ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਸੁਧਾਰਨ ਦੇ ਲਈ, ਸਾਡਾ ਬੱਚੇ, ਕਿਉਂਕਿ ਸਾਡਾ ਐਸਟ ਆ, ਸਾਡੀ ਪ੍ਰਾਪਰਟੀ ਹੈ, ਬੱਚਿਆਂ ਨੂੰ ਚੰਗੀ ਸਿੱਖਿਆ ਦੇ ਲਈ, ਉਸ ਤੋਂ ਬਾਅਦ ਉਹਨੂੰ ਰੁਜ਼ਗਾਰ ਦੇ ਲਿਆ ਤਾਂ ਪੰਜਾਬ ਆਪਣੇ ਆਪ ਪੈਰਾਂ ਸਿਰ ਖੜਾ ਹੋ ਜਾਊਗਾ। ਇੱਕ ਦਿੱਲੀ 'ਚ ਅਮੂਮਨ ਜ਼ਿਕਰ ਹੁੰਦਾ ਕੇਜਰੀਵਾਲ ਸਰਕਾਰ ਦਾ ਕਿ ਅਸੀਂ 2 ਕੰਮ ਸਭ ਤੋਂ ਬਿਹਤਰ ਕੀਤੇ ਹੈ, ਇੱਕ ਸਿਹਤ, ਦੂਜਾ ਸਿੱਖਿਆ। ਕੀ ਦਿੱਲੀ ਦੀ ਮਦਦ ਲਿੱਤੀ ਜਾਏਗੀ? ਕਿਉਂਕਿ ਮਨੀਸ਼ ਸਿਸੋਦੀਆ ਉਹ ਕਹਿੰਦੇ ਕਿ ਅਮਰੀਕਾ ਦੇ ਅਗਰ ਰਾਸ਼ਟਰਪਤੀ ਆਉਂਦੇ ਨੇ ਤਾਂ ਉਹਨਾਂ ਦੀ ਪਤਨੀ ਦਿੱਲੀ ਦੇ ਸਰਕਾਰੀ ਸਕੂਲ ਦੇਖਦੇ ਨੇ, ਕਿ ਉਹਨਾਂ ਤੋਂ ਮਦਦ ਲਿੱਤੀ ਜਾਏਗੀ ਕਿ ਉਹਨਾਂ ਨੇ ਕੀ ਅਜਿਹਾ ਫਾਰਮੂਲਾ ਅਪਣਾਇਆ ਔਰ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਸਕੂਲ ਹੋਣਗੇ। ਦੇਖੋ, ਇਹ ਤਾਂ ਕੋਈ ਸੋਚਣ ਵਾਲੀ ਗੱਲ ਹੀ ਨਹੀਂ। ਉਹਨਾਂ ਨੇ ਪਹਿਲਾਂ ਸਾਲ 1.5 ਸਾਲ ਉਹਨਾਂ ਨੂੰ ਵੀ ਕਿਸ ਚੀਜ਼ਾਂ ਦਾ ਸਮਝ ਨਹੀਂ ਲੱਗਿਆ ਹੋ, ਪਰ ਉਹਨਾਂ ਕੋਲ ਹੁਣ ਐਕਸਪੀਰੀਅੰਸ ਹੈ। ਸਾਨੂੰ ਇਸ ਚੀਜ਼ ਦਾ ਫਾਇਦਾ ਹੈ ਕਿ ਜਿਹੜਾ ਉਹਨਾਂ ਨੇ ਆਪਣੇ ਤਜਰਬੇ ਤੋਂ ਸਿੱਖਿਆ, ਫਿਰ ਉਸ ਤੋਂ ਬਾਅਦ ਇੰਪਲੀਮੈਂਟ ਕੀਤਾ, ਫਿਰ ਦਿੱਲੀ ਦੇ ਸਕੂਲਾਂ ਦੇ ਵਿੱਚ ਨੰਬਰ 1 ਬਣਾਇਆ। ਹੁਣ ਸਾਡੇ ਕੋਲੋਂ ਸਾਰਾ ਕੁਝ ਸਿੱਖਿਆ ਸਿਖਾਇਆ ਹੈਗਾ ਉਹਨਾਂ ਦੀ। ਮਨੀਸ਼ ਸਿਸੋਦੀਆ ਜੀ, ਉਹ ਅੱਜ ਸਾਰੀ ਦੁਨੀਆ ਉਹਨਾਂ ਨੂੰ ਇਸੇ ਕਰਕੇ ਜਾਣਦੀ ਹੈ ਕਿ ਇੱਦਾਂ ਦਾ ਐਜੂਕੇਸ਼ਨ ਮਿਨਿਸਟਰ ਅੱਜ ਤੱਕ ਕਿਸੇ ਸਰਕਾਰ 'ਚ ਨਹੀਂ, ਕਿਸੇ ਸੂਬੇ 'ਚ ਨਹੀਂ। ਸੋ ਉਹਨਾਂ ਦੀ ਗਾਈਡੈਂਸ ਲੈ ਕੇ ਕਿਸ ਤਰ੍ਹਾਂ ਉਹਨਾਂ ਨੇ ਸੁਧਾਰ ਕੀਤਾ, ਉਹਨਾਂ ਕੋਲੇ ਜਾਵਾਂਗੇ, ਸਿੱਖਾਂਗੇ। ਉਹੀ ਪਾਲਿਸੀਜ਼ ਕਿਸ ਤਰ੍ਹਾਂ ਉਹਨਾਂ ਨੇ ਸੁਧਾਰ ਕੀਤਾ, ਉਹੀ ਪੰਜਾਬ ਦੇ ਵਿੱਚ ਲਾਗੂ ਕਰਕੇ ਇੱਥੇ ਵੀ ਸੁਧਾਰ ਕਰਾਂਗੇ। ਤਾਂ ਗੌਰਵ ਵਿਜੇ, ਪੰਜਾਬ ਦੇ ਨਵੇਂ ਸਿੱਖਿਆ ਮੰਤਰੀ ਸਭ ਤੋਂ ਪਹਿਲਾਂ ਨਿਊਜ਼ 18 ਤੇ ਆਏ। ਕੋਈ ਸਵਾਲ ਹੋਵੇ, ਕਿਉਂਕਿ ਇਹ ਵੀ ਨਿਊਜ਼ 18 ਦੇਖ ਰਹੇ ਸੀਗੇ, ਇਹਨਾਂ ਨੂੰ ਵੀ ਉੱਥੋਂ ਹੀ ਜਾਣਕਾਰੀ ਮਿਲੀ ਹੈ। ਕੋਈ ਸਵਾਲ ਤੁਹਾਡਾ ਹੋਵੇ ਤਾਂ ਉਹ ਵੀ ਸਿੱਖਿਆ ਮੰਤਰੀ ਨਵੇਂ ਮੀਤ ਹੇਰ ਦੇ ਸਕਦੇ ਨੇ। ਪੰਕਜ, ਸਭ ਤੋਂ ਵੱਡਾ ਸਵਾਲ ਤਾਂ ਇਸ ਦੇ ਵਿੱਚ ਇਹ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਸੀ, ਖਾਸ ਕਰਕੇ ਸਿੱਖਿਆ ਮਹਿਕਮੇ ਦੇ, ਉਹ ਇਸ ਵੇਲੇ ਸਰਕਾਰ ਵੱਲ ਦੇਖ ਰਹੇ ਹੈ, ਇਸ ਵੇਲੇ ਉਡੀਕ ਰਹੇ ਨੇ ਕਿ ਕਦੋਂ ਜਿਹੜੇ ਨਵੇਂ ਸਿੱਖਿਆ ਮੰਤਰੀ ਬਣਨਗੇ। ਤੇ ਸਾਡੀ ਜਿਹੜੀ ਚਰਨਜੀਤ ਚੰਨੀ ਸਰਕਾਰ ਸੀ, ਜਿਹੜੀ ਉਹ ਕਹਿੰਦੀ ਰਹੀ ਹੈ ਕਿ ਸਾਈਨ ਨਹੀਂ ਹੋਏ, ਦਸਤਖਤ ਤੇ ਵੀ ਆਲਮੋਸਟ ਕੰਮ ਉਹ ਕਰ ਗਏ ਸੀ, ਤੇ ਕੀ ਉਸ ਨੂੰ ਪਹਿਲ ਦੇ ਆਧਾਰ ਤੇ ਹੁਣ ਕਰਨਗੇ? ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਇਹ ਉਹਨਾਂ ਦਾ ਉਹਨਾਂ ਕਾਮਿਆਂ ਦਾ ਇਸ ਇੰਤਜ਼ਾਰ ਦੇ ਵਿੱਚ ਕਿ ਕਦੋਂ ਸਰਕਾਰ ਉਸ ਤੇ ਦਸਤਖਤ ਕਰਕੇ ਉਸ ਫਾਈਲ ਨੂੰ ਕਢਵਾਏਗੀ। ਦੇਖੋ, ਸਿੱਖਿਆ ਮੰਤਰੀ ਇਹ ਸਵਾਲ ਸੁਣ ਵੀ ਰਹੇ ਆ, ਸਿੱਧਾ ਪੁੱਛ ਵੀ ਲੈਣੇ। ਕੱਚੇ ਮੁਲਾਜ਼ਮ ਇੰਤਜ਼ਾਰ ਕਰ ਰਹੇ ਆ ਤੁਹਾਡੇ ਉਸ ਹਰੇ ਪੈਨ ਦਾ ਕਿ ਕਦੋਂ ਪੱਕਾ ਕੀਤਾ ਜਾਏਗਾ। ਵਿਜੇ ਹੋਰਾਂ ਦਾ ਸਵਾਲ ਹੈ। ਦੇਖੋ, ਪਹਿਲਾਂ ਸਾਨੂੰ ਮਹਿਕਮਾ ਸੰਭਾਲਣ ਦਿਓ, ਉਹਦੇ ਵਿੱਚ ਦੇਖਾਂਗੇ ਵੀ ਕਿਹੜੇ ਮੁਲਾਜ਼ਮ ਕੱਚੇ ਆ, ਕਿਹਨਾਂ ਦਾ ਕਿੰਨੇ ਸਾਲ ਹੋ ਗਏ।
ਪਰ ਮੈਂ ਦੇਖੋ ਆਪ ਉਹਨਾਂ ਦੇ ਧਰਨਿਆਂ 'ਚ ਵੀ ਜਾਂਦਾ ਰਿਹਾ ਹਨਾ, ਮੈਨੂੰ ਇਸੇ ਕਰਕੇ ਉਮੀਦਾਂ ਜ਼ਿਆਦਾ ਵੱਧ ਜਾਂਦੀਆਂ। ਸਾਰੇ ਉਹਨਾਂ ਦੀਆਂ ਦੁੱਖ ਤਕਲੀਫਾਂ ਸਮਝਦਾ ਹਨਾ, ਕਈ 6-6 ਹਜ਼ਾਰ ਤੇ ਕਿੰਨੇ ਸਾਲ ਹੋ ਗਏ ਉਹ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਕੰਮ ਕਰਦਿਆਂ ਨੂੰ। ਮੈਂ ਵੀ ਇੱਕ ਉਹਨਾਂ 'ਚ ਉੱਠਿਆ ਹੋਏ ਨੌਜਵਾਨ ਆ। ਮੈਂ ਇਮਾਨਦਾਰੀ ਨਾਲ ਇਹ ਕਹਿਣਾ, ਖਜ਼ਾਨਾ ਲੋਕਾਂ ਦਾ ਪੈਸਾ ਹੈ, ਜੋ ਵੀ ਉਹਦੇ 'ਚ ਪੰਜਾਬ ਦੇ ਚਾਹੇ ਸਾਡੇ ਮੁਲਾਜ਼ਮ ਨੇ ਚਾਹੇ ਸਾਡੇ ਬੱਚੇ ਆ, ਜੋ ਵੀ ਕਰ ਸਕਦੇ ਹੋਏ ਉਹ ਇਮਾਨਦਾਰੀ ਦੇ ਨਾਲ ਕਰਾਂਗੇ। ਜੋ ਪਹਿਲੀਆਂ ਸਰਕਾਰਾਂ ਤੋਂ ਨਹੀਂ ਹੋਇਆ, ਦੇਖੋ ਲੋਕਾਂ ਨੇ ਸਾਨੂੰ ਇਸੇ ਕਰਕੇ ਲੈ ਕੇ ਆਂਦਾ, ਤਾਂ ਇਸੇ ਕਰਕੇ ਏਡਾ ਵੱਡਾ ਮੈਂਡੇਟ ਦਿੱਤਾ। ਅੱਛਾ, ਕਈ ਅਫਸਰ ਤੋਂ ਬੜਾ ਖਫਾ ਰਹਿੰਦੇ, ਕਹਿੰਦੇ ਸੈਕਟਰੀ ਜਿਹੜੇ ਨੇ ਐਜੂਕੇਸ਼ਨ ਦੇ ਉਹ ਕਈ ਮੰਤਰੀ ਬਦਲਾ ਦਿੰਦੇ, ਕਹਿੰਦੇ ਪਹਿਲੀ ਸਰਕਾਰ 3 ਮੰਤਰੀ ਉਹਨਾਂ ਨੇ ਬਦਲਾਤੇ ਸੀਗੇ, ਉਹਨਾਂ ਦਾ ਬੜਾ ਹੋਲਡ ਰਹਿੰਦਾ ਵਾ। ਉਹ ਕਹਿੰਦੇ ਕਿ ਲਟਕਾਉਂਦੇ ਨੇ, ਉਹ ਕੰਮ ਨਹੀਂ ਕਰਦੇ। ਕਈ ਕਹਿੰਦੇ ਉਹ ਬੜੇ ਇਮਾਨਦਾਰ ਨੇ, ਉਹ ਸਹੀ ਕੰਮ ਕਰਦੇ ਨੇ। ਤਾਂ ਉਹਨਾਂ ਦੇ ਨਾਲ ਕਿਵੇਂ ਕੋਆਰਡੀਨੇਸ਼ਨ ਰਹੇਗਾ ਔਰ ਅਫਸਰਾਂ ਨਾਲ ਕਿਵੇਂ ਇਹ ਸਿਸਟਮ ਰਹੇਗਾ? ਕਿਉਂਕਿ ਉਹ ਕਹਿੰਦੇ ਕਿ ਵੈਕੈਂਸੀ ਤਾਂ ਹੈ ਨਹੀਂ, ਉਹ ਉਸ ਤਰੀਕੇ ਨਾਲ ਡਿਜ਼ਰਵ ਨਹੀਂ ਕਰਦੇ, ਉਹ ਉਹਨਾਂ ਦੇ ਆਪਣੇ ਤਰਕ ਹੈ। ਦੇਖੋ ਅਫਸਰਾਂ ਨੇ ਸਰਕਾਰ ਦੇ ਹਿਸਾਬ ਨਾਲ ਹੀ ਚੱਲਣਾ ਹੁੰਦਾ। ਜੇ ਅਸੀਂ ਸਹੀ ਤਰੀਕੇ ਨਾਲ ਚੱਲਾਂਗੇ ਹਨਾ, ਡਿਪਾਰਟਮੈਂਟ ਨੂੰ ਪੈਸਾ ਦੇਵਾਂਗੇ ਹਨਾ, ਤਾਂ ਆਪਦੇ ਆਪ ਸਾਰਾ ਕੁਝ ਪੈਸੇ ਦੇ ਨਾਲ ਹੋਣਾ। ਹੁਣ ਬਿਨਾਂ ਪੈਸੇ ਤੋਂ ਅਫਸਰ ਵੀ ਕੀ ਕਰਦੇ ਨੇ, ਸੈਕਟਰੀ ਕੀ ਕਰੂਗਾ ਜਦੋਂ ਡਿਪਾਰਟਮੈਂਟ ਕੋਲੇ ਫੰਡਸ ਹੀ ਕੋਈ ਨਹੀਂ, ਤਨਖਾਹ ਦੇਣ ਨੂੰ ਪੈਸਾ ਹੀ ਨਹੀਂ, ਕੋਈ ਨਹੀਂ, ਕਿੱਥੋਂ ਕਰੂਗਾ? ਸੋ ਅਸੀਂ ਪਹਿਲਾਂ ਫੰਡਸ ਡਿਪਾਰਟਮੈਂਟ ਕੋਲੇ ਲੈ ਕੇ ਆਵਾਂਗੇ। ਜਿੱਥੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਪੱਕੇ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੱਥੇ ਕੋਈ ਟੀਚਰਸ ਦੀ ਨਵੀਂ ਰਿਕੁਆਇਰਮੈਂਟ ਆ, ਨਵੀਆਂ ਭਰਤੀਆਂ ਨੇ, ਉਹ ਵੀ ਕੱਢਾਂਗੇ। ਇਸ ਤਾਂ ਦੇਖੋ ਇਸ ਤੋਂ ਪਹਿਲਾਂ ਹੀ ਪੰਕਜ ਜੀ ਆਮ ਆਦਮੀ ਪਾਰਟੀ ਆ ਜਿਹਨੇ ਪਹਿਲੀ ਉਦਾਹਰਨ ਸੈੱਟ ਕੀਤੀ ਆ। ਨਹੀਂ, ਆਮ ਤੌਰ 'ਤੇ ਜਦੋਂ ਨਾ ਨੌਕਰੀਆਂ ਕੱਢਣੀਆਂ ਹੁੰਦੀਆਂ ਨੇ, ਵੋਟਾਂ ਤੋਂ 2-4 ਮਹੀਨੇ ਪਹਿਲਾਂ ਡਰਾਮਾ ਕੀਤਾ ਜਾਂਦਾ ਹੈ ਵੀ ਹੁਣ ਕੱਢਤੀਆਂ ਜੀ ਸਰਕਾਰੀ ਨੌਕਰੀਆਂ ਦੇ ਗੱਫੇ। ਭਗਵੰਤ ਸਿੰਘ ਮਾਨ ਮੈਨੂੰ ਲੱਗਦਾ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਪਹਿਲੀ ਕੈਬਨਿਟ ਦੀ ਮੀਟਿੰਗ 'ਚ, ਅੱਗੇ ਕੋਈ ਇਲੈਕਸ਼ਨ ਤਾਂ ਨਹੀਂ ਰਹੀ, ਪਹਿਲੀ ਮੀਟਿੰਗ 'ਚ ਕਿਹਾ ਵੀ 25,000 ਸਰਕਾਰੀ ਨੌਕਰੀਆਂ ਕੱਢੀਆਂ ਜਾਣਗੀਆਂ। ਕਿਉਂਕਿ ਸਾਡਾ ਏਜੰਡਾ ਕੱਲਾ ਇਹ ਨਹੀਂ ਵੀ ਸੱਤਾ ਤੇ ਬੈਠਣਾ ਸੀ। ਜਿਹੜੀਆਂ ਕਾਰਨਾਂ ਕਰਕੇ ਲੋਕਾਂ ਨੇ ਸੱਤਾ ਤੇ ਬਿਠਾਇਆ, 92 ਸੀਟਾਂ ਦਿੱਤੀਆਂ ਨੇ, ਉਹਨਾਂ ਉਮੀਦਾਂ ਤੇ ਖਰੇ ਉਤਰਨਾ, ਇਮਾਨਦਾਰੀ ਦੇ ਨਾਲ ਲੋਕਾਂ ਦੀ ਜਿਹੜੀ ਸੇਵਾ ਕਰਨੀ ਆ। ਸੋ ਮੈਂ ਜਿੰਨੇ ਵੀ ਸਾਡੇ ਟੀਚਰ ਨੇ ਜਾਂ ਮਿਨਿਸਟਰੀ ਇਹਨਾਂ ਨੂੰ ਦਿੱਤੀ ਗਈ ਸੀਗੀ, ਸਹੁੰ ਚੁੱਕੀ, ਹੁਣ ਡਿਪਾਰਟਮੈਂਟ ਰੂਰਲ ਤੇ ਪੰਚਾਇਤੀ ਵਿਭਾਗ ਦਿੱਤਾ ਗਿਆ। ਪਹਿਲਾਂ ਤਾਂ ਮੁਬਾਰਕਾਂ, ਕਿਵੇਂ ਦੇਖਦੇ ਹੋ ਇਸ ਵਿਭਾਗ ਨੂੰ, ਕਿੰਨੀ ਕੁ ਜ਼ਿੰਮੇਵਾਰੀ? ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਪੰਜਾਬ ਇੱਕ ਪੇਂਡੂ ਏਰੀਆ ਹੈ ਔਰ ਪੰਜਾਬ ਖੇਤੀਬਾੜੀ ਆਧਾਰਿਤ ਸਟੇਟ ਹੈ। 12,400 ਪੰਜਾਬ ਪਿੰਡ ਨੇ, ਪੰਚਾਇਤਾਂ ਨੇ। ਇੰਨੇ ਪਿੰਡਾਂ ਦਾ ਇੱਕ ਸਵਾਲ ਹੈ ਵਿਕਾਸ ਦਾ। ਸਾਡੇ ਚੀਫ ਮਿਨਿਸਟਰ ਸਾਹਿਬ ਨੇ, ਮਾਨ ਸਾਹਿਬ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਪਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਂਦਾ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ। ਚੈਲੰਜਸ ਬਹੁਤ ਜ਼ਿਆਦਾ ਨੇ, ਕਿਉਂਕਿ ਪਹਿਲੀਆਂ ਜਿਹੜੀਆਂ ਪੰਚਾਇਤਾਂ ਸੀਗੀਆਂ, ਪਹਿਲੀਆਂ ਸਰਕਾਰਾਂ ਦੇ ਵਿੱਚ ਬਹੁਤ ਵੱਡੇ ਘਪਲੇ ਹੋਏ ਆ। ਵਿਕਾਸ ਦੇ ਨਾਂ 'ਤੇ ਕਰੋੜਾਂ ਰੁਪਈਏ ਮਤਲਬ ਪੰਜਾਬ ਦੇ ਵਿੱਚ ਜਿਹੜੇ ਉਹ ਖਿਲਾਫ ਹੋਏ ਆ। ਉਹ ਪੈਸਾ ਕਿੱਥੇ ਗਿਆ? ਕਦੀ ਛੱਪੜਾਂ ਦੇ ਨਾਂ 'ਤੇ ਪੈਸੇ ਜਾਂਦੇ ਆ, ਨਰੇਗਾ ਦੇ ਨਾਂ 'ਤੇ ਜਾਂਦੇ ਆ। ਉਹ ਜਿਹੜੇ ਸਰਪੰਚ ਖਾ ਗਏ, ਉਹ ਸਾਰੀਆਂ ਇਨਕੁਆਇਰੀਆਂ ਕਰਾਂਗੇ, ਸਭ ਇਨਕੁਆਇਰੀਆਂ ਕਰਾਂਗੇ ਜੀ। ਜਿਸ ਕਰਕੇ ਤੁਸੀਂ ਕਹਿ ਰਹੇ ਹੋ ਕਾਰਵਾਈ ਵੀ ਕਰਾਂਗੇ? ਕਾਰਵਾਈ ਵੀ ਕਰਾਂਗੇ ਜੀ, ਬਿਲਕੁਲ ਜਾਂਚ ਵੀ ਕਰਾਂਗੇ, ਕਾਰਵਾਈ ਕਰਾਂਗੇ। ਕਿਉਂਕਿ ਜਿਹੜਾ ਪੈਸਾ ਜਾਂਦਾ ਇਹ ਸਾਡੇ ਟੈਕਸ ਦਾ ਪੈਸਾ, ਸਾਡੀ ਮਿਹਨਤ ਦਾ ਪੈਸਾ। ਤੇ ਸਰਪੰਚ ਨੂੰ ਕੀ ਅਧਿਕਾਰ ਹੈ ਜੀ ਉਹ ਪੈਸੇ ਖਾ ਜੇ? ਬਲਾਕ ਸੰਮਤੀ ਦੇ ਚੇਅਰਮੈਨ ਨੂੰ ਕੀ ਅਧਿਕਾਰ ਹੈ ਉਹ ਪੈਸੇ ਖਾ ਜੇ? ਜੇ ਉਹ ਕਿਸੇ ਹਲਕੇ ਦੇ ਐਮਐਲਏ ਨਾਲ ਰਲ ਕੇ ਖਾਦੇ ਹੋਣਗੇ, ਉਹਦੇ 'ਤੇ ਵੀ ਕਾਰਵਾਈ ਕਰਾਂਗੇ। ਇਸ ਕਰਕੇ ਵੱਡਾ ਮਤਲਬ ਚੈਲੰਜ ਹੈ। ਪਰ ਮੈਂ ਖੁਦ ਸਰਪੰਚ ਰਿਹਾ, ਬਹੁਤ ਵੱਡਾ ਪਿੰਡ ਹੈ ਮਾਝੇ ਦਾ, ਜਗਦੇਖ 12 ਪੱਤੀਆਂ ਪਿੰਡ ਹੈ। ਮੇਰਾ ਭਾਈ ਸਾਹਿਬ ਸਰਪੰਚ ਰਹੇ, ਮੇਰਾ ਖੁਦ ਐਕਸਪੀਰੀਅੰਸ ਹੈ, ਤਜਰਬਾ ਹੈ, ਮੈਨੂੰ ਪਤਾ ਹੈ ਕਿ ਲੋਕ ਕੀ ਕਰਦੇ ਆ। ਸੋ ਪੰਚਾਇਤੀ ਰਾਜ ਨੂੰ ਜਿਹੜਾ ਬਿਲਕੁਲ ਲੀਹਾਂ 'ਤੇ ਲਿਆਵਾਂਗੇ। ਉਹ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਹ ਲੋਕਾਂ ਨੂੰ ਜਿਹੜਾ ਸਹੀ ਮਾਇਨੇ 'ਚ ਲਾਗੂ ਹੁੰਦਾ ਹੁਣ ਨਜ਼ਰ ਆਊਗਾ। ਕਿਉਂਕਿ ਬਹੁਤ ਸਾਰੇ ਸਰਪੰਚ ਵਿਚਾਰੇ ਇੱਦਾਂ ਦੇ ਆ ਜਿਨ੍ਹਾਂ ਨੇ ਕਦੀ ਪੰਚਾਇਤੀ ਰਾਜ ਐਕਟ ਹੀ ਨਹੀਂ ਪੜ੍ਹਿਆ। ਪੰਚਾਇਤਾਂ ਕੋਲ ਬਹੁਤ ਜ਼ਿਆਦੀਆਂ ਪਾਵਰਾਂ ਨੇ, ਅਤੇ ਉਹ ਸਾਰੀਆਂ ਪਾਵਰ ਯੂਟੀਲਾਈਜ਼ ਕਰਕੇ ਪੰਜਾਬ ਦਾ ਆਪਾਂ ਵਿਕਾਸ ਕਰ। ਹਾਂ, ਪਿਛਲੇ ਸਮੇਂ 'ਚ ਕੀ ਦੇਖਦੇ ਹੋ ਕਿ ਤ੍ਰਿਪਤ ਰਜਿੰਦਰ ਬਾਜਵਾ ਕੋਲੇ ਮੰਤਰਾਲੇ ਸੀਗਾ, ਕਿੰਨਾ ਕੰਮ ਹੋਇਆ ਸੀਗਾ, ਕਿੱਥੇ ਕਮੀ ਰਹਿ ਗਈ ਸੀ, ਕਿਆ ਹੁਣ ਉਸ ਨੂੰ ਕਿਵੇਂ ਅੱਗੇ ਕੈਰੀ ਕਰਿਆ ਜਾਏਗਾ? ਨਹੀਂ, ਉਹਦੇ ਤੁਹਾਨੂੰ ਮੈਂ ਦੱਸਿਆ ਕਿ ਕੰਮ ਕੋਈ ਹੋਇਆ ਹੀ ਨਹੀਂ। ਬਹੁਤ ਜ਼ਿਆਦੀਆਂ ਘਪਲੇਬਾਜ਼ੀਆਂ ਹੋਈਆਂ, ਖਾਸ ਤੌਰ 'ਤੇ ਨਰੇਗਾ ਦਾ ਜਿਹੜਾ ਅਰਬਾਂ ਰੁਪਈਆ ਆਇਆ ਪੰਜਾਬ ਦੇ ਵਿੱਚ, ਉਹ ਕੌਣ ਖਾ ਗਿਆ? ਔਰ ਸਾਡੇ ਕੋਲ ਸਬੂਤ ਨੇ, ਸਾਡੇ ਕੋਲ ਡਾਕੂਮੈਂਟ ਨੇ ਕਿ ਬਹੁਤ ਸਾਰੇ ਪਿੰਡਾਂ ਦੇ ਸਰਪੰਚਾਂ ਨੇ ਨਰੇਗਾ ਦਾ ਪੈਸਾ ਖਾਧਾ, ਆਪਣੇ ਭਤੀਜੇ ਦੇ ਨਾਂ 'ਤੇ ਅਕਾਊਂਟ ਖੁਲਾ ਕੇ, ਆਪਣੀ ਘਰ ਦੀ ਦੇ ਨਾਂ 'ਤੇ ਅਕਾਊਂਟ, ਫਰਜ਼ੀ ਅਕਾਊਂਟ ਖੁਲਾ ਕੇ ਬੈਂਕਾਂ 'ਚ।
ਜਿਹੜੇ ਬੰਦੇ ਨੇ ਕੰਮ ਕੀਤਾ ਨਰੇਗਾ 'ਚ ਉਹਨਾਂ ਨੂੰ ਪੈਸੇ ਨਹੀਂ ਮਿਲੇ, ਤੇ ਜਿਹੜੇ ਫਰਜ਼ੀ ਅਕਾਊਂਟ ਹੈ ਉਹ ਬੈਂਕਾਂ ਨੂੰ ਨਾਲ ਲੈ ਕੇ ਚੈੱਕ ਕਰਾਂਗੇ ਕਿ ਇਹ ਜਿਹੜੇ ਫਰਜ਼ੀ ਅਕਾਊਂਟਾਂ 'ਚ ਕਿੱਦਾਂ ਪੈਸਾ ਹੁੰਦਾ ਰਿਹਾ, ਔਰ ਹਰ ਚੀਜ਼ ਦੀ ਵੱਲੋਂ ਜਾਂਚ ਕਰਾਵਾਂਗੇ। ਅੱਛਾ, ਜਦੋਂ ਭਗਵੰਤ ਮਾਨ ਨੇ ਕੰਮਕਾਜ ਸੰਭਾਲਿਆ ਉਸ ਵੇਲੇ ਕਿਹਾ ਗਿਆ ਕਿ ਪੰਜਾਬ ਹੁਣ ਪਿੰਡਾਂ ਤੇ ਚੱਲੂਗਾ, ਹੋਰ ਤੁਹਾਡੇ ਕੋਲੇ ਵਿਭਾਗ ਹੈ, ਕਿਵੇਂ ਤਬਦੀਲੀ ਕਿਵੇਂ ਆਏਗੀ? ਜੇਕਰ ਪ੍ਰੈਕਟੀਕਲ ਰੂਪ 'ਚ ਦੇਖਿਆ ਜਾਵੇ, ਤੁਹਾਨੂੰ ਪੰਜਾਬ ਦੇ ਲੋਕ ਵੀ ਸੁਣ ਰਹੇ ਹੋਣਗੇ ਕਿ ਇਹ ਤਬਦੀਲੀ ਆਏਗੀ ਕਿਵੇਂ, ਕੀ ਤੁਹਾਡੇ ਜ਼ਿਹਨ 'ਚ ਕੀ ਆ ਰਿਹਾ ਕਿ ਮੈਂ ਆਹ ਪਿੰਡ 'ਚ ਆਹ ਚੀਜ਼ ਲਿਆਣੀ ਹੈ, ਉਸ ਨਾਲ ਖਾਸ ਕਰਕੇ ਮਾਸ ਲੈਵਲ ਤੇ ਫਰਕ ਪਏਗਾ? ਨਹੀਂ, ਬੜੇ ਪਿੰਡਾਂ ਦੇ ਦੇਖੋ, ਹਰ ਪਿੰਡ ਦਾ ਵੱਖੋ ਵੱਖ ਦਾ ਮਸਲਾ। ਕਿਤੇ ਤੇ ਮਸਲਾ ਆਇਆ ਕਿ ਉੱਥੇ ਪੀਣ ਵਾਲਾ ਪਾਣੀ ਜਾਂਦਾ ਨਹੀਂ, ਕਿਤੇ ਮਸਲਾ ਆਇਆ ਕਿ ਉਸ ਪਿੰਡ ਦਾ ਗੰਦਾ ਪਾਣੀ ਬਾਹਰ ਉਹਦਾ ਨਿਕਾਸ ਨਹੀਂ, ਪਾਣੀ ਲੋਕਾਂ ਦੇ ਘਰਾਂ 'ਚ ਚਲ ਜਾਂਦਾ, ਕਿਤੇ ਮਸਲਾ ਲੋਕਾਂ ਦੇ ਛੱਪੜ ਵਾਲੇ, ਕਿਤੇ ਮਸਲਾ ਲੋਕਾਂ ਕੋਲ ਰੂੜੀਆਂ ਲਾਉਣ ਲਈ ਥਾਂ ਨਹੀਂ, ਗਰੀਬ ਲੋਕਾਂ ਕੋਲ, ਕਿਤੇ ਮਸਲਾ ਪਿੰਡਾਂ ਦੇ ਵਿੱਚ ਅਜੇ ਲੈਟਰਿੰਗ ਬਣਨ ਵਾਲੀਆਂ, ਉਹ ਲੋਕ ਬਾਅਦ ਉਹਨਾਂ ਨੂੰ ਗਰੀਬ ਲੋਕਾਂ ਨੂੰ ਟੱਟੀ ਪਿਸ਼ਾਬ ਨਹੀਂ ਕਰਨ ਦਿੰਦੇ, ਬੜੇ ਮਸਲੇ ਆ ਉਹਦੇ। ਪਿੰਡਾਂ ਦੇ ਵਿੱਚ ਸਟੇਡੀਅਮ ਨਹੀਂ ਹੈਗੇ, ਮਤਲਬ ਇਹ ਪਿੰਡਾਂ ਦੇ ਸਕੂਲਾਂ ਦੀਆਂ ਬਿਲਡਿੰਗਾਂ ਨਹੀਂ। ਤੁਸੀਂ ਇਹ ਸਭ ਕੁਝ ਸੋਚ ਰਹੇ ਹੋ ਕਿ ਇਹਨਾਂ ਸਭ ਤੇ ਕੰਮ ਕਰਨਾ? ਬਿਲਕੁਲ ਕਰਨਾ, ਇੱਥੇ ਕੰਮ ਕਰਾਂਗੇ ਵਧੀਆ ਢੰਗ ਦੇ ਨਾਲ। ਔਰ ਸਾਡੇ ਜਿਹੜਾ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ, ਇਹਦੇ ਅੰਡਰ ਬਹੁਤ ਸਾਰੀਆਂ ਪਿੰਡੂ ਜਿਹੜੀਆਂ ਸਾਡੀਆਂ ਡਿਸਪੈਂਸਰੀਆਂ ਉਹ ਸਾਡੇ ਅੰਡਰ ਨੇ, ਉਹਨਾਂ ਦੀ ਬੜੀ ਬੁਰੀ ਹਾਲਤ ਹੈ। ਕਿਤੇ ਤੇ ਡਾਕਟਰਾਂ ਨਹੀਂ, ਜਿੱਥੇ ਡਾਕਟਰ ਹੈਗਾ ਉੱਥੇ ਦਵਾਈਆਂ ਨਹੀਂ, ਜਿੱਥੇ ਦਵਾਈਆਂ ਆ ਗਈਆਂ ਉੱਥੇ ਟੈਸਟ ਕਰਨ ਦੀਆਂ ਮਸ਼ੀਨਾਂ ਨਹੀਂ। ਇਸ ਕਰਕੇ ਇਹਨੂੰ ਪੂਰਾ ਵਧੀਆ ਢੰਗ ਨਾਲ ਜਿਹੜਾ ਪਿੰਡਾਂ ਦਾ ਗਰੀਬ ਬੰਦਾ, ਸਧਾਰਨ ਬੰਦਾ, ਉਹ ਇਹਨਾਂ ਚੀਜ਼ਾਂ ਦਾ ਫਾਇਦਾ ਲੈ ਸਕੇ, ਉਹ ਆਪਾਂ ਕਰਨਾ ਵਾ। ਅੱਛਾ, ਤੁਹਾਡਾ ਹਲਕਾ ਅੱਜ ਨਾਲ ਹੈ, ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ ਕਿ ਕੀ ਖਾਸੀਅਤ ਸਮਝੀ ਹੋਗੀ ਜਿਹੜਾ ਇਹ ਵਿਭਾਗ ਤੁਹਾਨੂੰ ਦਿੱਤਾ ਹੈ? ਨਹੀਂ, ਮੈਂ ਤਾਂ ਵੈਸੇ ਪਾਰਟੀ ਕੋਈ ਮੰਗਿਆ ਨਹੀਂ ਕੁਛ ਵੀ। ਮੈਂ ਪਾਰਟੀ ਨੂੰ ਕਿਹਾ ਤੁਸੀਂ ਵਜ਼ੀਰ ਬਣਾਇਆ, ਤੁਸੀਂ ਦੇਖੋ ਕਿ ਮਤਲਬ ਮੈਂ ਕਿੱਥੇ ਫਿੱਟ ਹਾਂ, ਕਿਹੜਾ ਕੰਮ ਕਰ ਸਕਦਾ। ਕਿਉਂਕਿ ਮਾਨ ਸਾਹਿਬ ਨੂੰ ਪਤਾ ਸੀ, ਪਾਰਟੀ ਹਾਈ ਕਮਾਂਡ ਨੂੰ ਪਤਾ ਹੈ ਕਿ ਮੈਂ ਪਿੰਡ ਦਾ ਸਰਪੰਚ ਰਿਹਾ, ਔਰ ਬਹੁਤ ਵੱਡੇ ਪਿੰਡ ਦਾ ਸਰਪੰਚ ਰਿਹਾ। ਸ਼ਾਇਦ ਉਹਨਾਂ ਨੇ ਇਹ ਐਂਗਲ ਨਾਲ ਵੀ ਕੀਤਾ ਹੋਵੇ। ਉਹਨਾਂ ਨੇ ਖੁਦ ਕਿਹਾ ਕਿ ਤੁਹਾਨੂੰ ਆਹੀ ਵਿਭਾਗ ਦੇਣਾ ਹੈ? ਨਹੀਂ, ਮੈਨੂੰ ਕਿਹਾ ਜੀ ਕਹਿੰਦੇ ਜੀ ਨਾ, ਮੈਂ ਅੱਛਾ, ਦੱਸਿਆ ਵੀ ਨਹੀਂ ਹਲੇ? ਨਾ ਜੀ, ਹੁਣ ਮੈਂ ਤਾਂ ਟੀਵੀ ਤੇ ਸੁਣਿਆ। ਅੱਛਾ, ਮੈਨੂੰ ਕੋਈ ਅਜੇ ਤੱਕ ਕਾਲ ਨਹੀਂ ਆਈ, ਟੀਵੀ ਤੇ ਹੁਣ ਸੁਣਿਆ, ਨੈਟ ਦੇ ਉੱਤੇ ਲਿਸਟ ਵੇਖੀ ਹੈ। ਠੀਕ ਆ, ਬੜਾ ਧੰਨਵਾਦ ਆ ਮਤਲਬ ਸੀਐਮ ਸਾਹਿਬ ਦਾ, ਉਹਨਾਂ ਨੇ ਬਹੁਤ ਵਧੀਆ ਮਹਿਕਮਾ ਦਿੱਤਾ, ਵਧੀਆ ਆਊਟਪੁੱਟ ਦੇਵਾਂਗੇ, ਵਧੀਆ ਕੰਮ ਕਰਾਂਗੇ ਆਪਾਂ, ਕੋਈ ਚੱਕਰ ਨਹੀਂ। ਕਹਿ ਵੀ ਰਹੇ ਸੀਗੇ ਜਦੋਂ ਕੱਲ ਵੀ ਤੁਹਾਡੀ ਮੀਟਿੰਗ ਹੋਈ ਕਿ ਜਿਹਦੀ ਮੈਰਿਟ ਨਹੀਂ ਆਈ, ਜੋ ਮੰਤਰੀ ਕੰਮ ਨਹੀਂ ਕਰੇਗਾ, ਵਿਧਾਇਕ ਨਹੀਂ ਕਰੇਗਾ, ਤਬਦੀਲੀ ਆਏਗੀ ਉਸ ਦੇ ਅੰਦਰ ਵੀ, ਉਸ ਨੂੰ ਹਟਾ ਦੇਵਾਂਗੇ। ਉਹ ਤਾਂ ਵੇਖੋ ਜੀ, ਨੇਚਰਲੀ ਸਾਨੂੰ ਲੋਕਾਂ ਨੇ ਚੁਣ ਕੇ ਘੱਲਿਆ, ਪਾਰਟੀ ਨੇ ਸਾਨੂੰ ਮੰਤਰੀ ਬਣਾਇਆ, ਸਾਡੀ ਡਿਊਟੀ ਇਹੀ ਕੰਮ ਕਰੀਏ। ਜੇ ਨਹੀਂ ਕੰਮ ਕਰਦੇ ਸਾਨੂੰ ਇਹ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ। ਕਦੋਂ ਤੋਂ ਉਹ ਅਸਰ ਦਿਖਣਾ ਸ਼ੁਰੂ ਹੋ ਜਾਏਗਾ ਤੁਹਾਡੇ ਵਿਭਾਗ 'ਚ? ਸਾਡੇ ਵਿਭਾਗ 'ਚ ਦੇਖੋ ਜੀ 2-3 ਦਿਨ 'ਚ ਹੀ ਕੰਮ ਚੱਕ ਰਿਹਾ। ਸਭ ਤੋਂ ਪਹਿਲਾ ਕੰਮ ਕੀ ਕਰੋਗੇ? ਨਹੀਂ, ਸਭ ਤੋਂ ਪਹਿਲਾਂ ਕੰਮ ਤੇ ਹੈ ਕਿ ਜਿਹੜਾ ਪਿੰਡਾਂ ਦੇ ਅੰਦਰ ਕੰਮ ਰੁਕੇ ਆ, ਜਿਹੜੀਆਂ ਗਰਾਂਡਾਂ ਵਗੈਰਾ ਲੋਕਾਂ ਦੀਆਂ ਰੁਕੀਆਂ, ਜਾਂ ਜਿਹੜੇ ਪੈਸੇ ਅਕਾਊਂਟਾਂ 'ਚ ਪਏ ਆ, ਪੈਸੇ ਲੱਗ ਨਹੀਂ ਰਹੇ, ਉਹ ਸਭ ਪੈਸਿਆਂ ਦੀ ਜਾਂਚ ਕਰਕੇ ਦੁਬਾਰਾ ਤੋਂ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਦੇ ਕੰਮ ਸ਼ੁਰੂ ਕਰਾਵਾਂਗੇ। ਕਿਤੇ ਛੱਪੜਾਂ ਦੇ ਕੰਮ ਹੋ ਰਿਹਾ, ਕਿਤੇ ਗਲੀਆਂ ਨਾਲੀਆਂ ਤੋਂ ਹੋ ਰਿਹਾ। ਲਾਲ ਡੋਰੇ ਨੂੰ ਲੈ ਕੇ ਵੀ ਕਿਹਾ ਜਾਂਦਾ, ਤੁਹਾਡਾ ਕੀ ਵਿਜ਼ਨ ਹੈ ਲਾਲ ਡੋਰੇ ਦੀ ਜ਼ਮੀਨ ਨੂੰ ਲੈ ਕੇ ਜਾਂ ਪੱਕੇ ਕਰਨ ਨੂੰ ਲੈ ਕੇ? ਨਹੀਂ, ਉਹ ਤਾਂ ਠੀਕ ਹੈ ਉਹ, ਪਰ ਉਹ ਬੜਾ ਟੈਕਨੀਕਲ ਇਸ਼ੂ ਆ, ਇੰਨਾ ਸੌਖਾ ਨਹੀਂ ਹੈ ਉਹ। ਕਈ ਜਾਣ ਲੀਡਰ ਜੋ ਮਰਜ਼ੀ ਕਹੀ ਜਾਣ, ਕਿਉਂਕਿ ਮੰਨ ਲਓ ਮੇਰਾ ਪਿੰਡ ਹੀ ਹੈ, ਬਹੁਤ ਪੁਰਾਣਾ ਪਿੰਡ ਹੈ, ਹੁਣ ਲਾਲ ਲਕੀਰ ਦੇ ਅੰਦਰ ਉਹਦਾ ਕੋਈ ਰਿਕਾਰਡ ਨਹੀਂ। ਉਹਨੂੰ ਤੁਸੀਂ ਕਿੱਦਾਂ ਦੁਬਾਰਾ ਮੇਨਟੇਨ ਕਰਨਾ, ਦੁਬਾਰਾ ਬਣਾਉਣਾ, ਕਿੱਦਾਂ ਉਹਦੀ ਨਿਸ਼ਾਨਦੇਹੀ ਕਰਨੀ, ਉਹ ਬੜਾ ਵੱਡਾ ਇਸ਼ੂ ਆ। ਉਹ ਇਹ ਚੀਜ਼ਾਂ ਆਪਾਂ ਹੁਣ ਜਦੋਂ ਆਪਣੇ ਅੱਗੇ ਆਉਣਗੀਆਂ ਟੇਬਲ ਤੇ, ਇਹਨਾਂ ਚੀਜ਼ਾਂ ਦੇ ਉੱਤੇ ਵਧੀਆ ਇੱਕ ਅਪਰੋਚ ਚਾਹੀਦੀ। ਚਾਰਜ ਕਦੋਂ ਸੰਭਾਲ ਰਹੇ ਹੋ ਸੈਕਟਰੀਏਟ ਜਾ ਕੇ? ਅਜੇ ਸਾਨੂੰ ਦਫ਼ਤਰ ਵਗੈਰਾ ਮਿਲੇ ਨਹੀਂ, ਤੇ ਸੀਐਮ ਸਾਹਿਬ ਨੂੰ ਸਵੇਰੇ ਪੁੱਛਾਂਗੇ ਵਿਧਾਨ ਸਭਾ 'ਚ, ਜਦੋਂ ਕਹਿਣਗੇ ਚਾਰਜ ਸੰਭੋ ਉਸੇ ਵੇਲੇ ਚਾਰਜ ਸੰਭੋ। ਧੰਨਵਾਦ ਜੀ। ਪੰਜਾਬ ਦੇ ਲੋਕਾਂ ਨੂੰ ਕੀ ਆਖਰੀ ਸੁਨੇਹਾ ਹੈ ਇੱਕ ਮੰਤਰੀ ਵੱਲੋਂ? ਹੁਣ ਨਹੀਂ, ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਪਿੰਡੂ ਲੋਕਾਂ ਨੂੰ ਮੇਰਾ ਸੁਨੇਹਾ ਕਿ ਉਹ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ, ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਮਾਨ ਸਾਹਿਬ ਨੇ ਇੱਕ ਚੰਗਾ ਮੰਤਰੀ ਦਿੱਤਾ, ਤੁਹਾਡੇ ਕੰਮ ਕਰਨ ਵਾਲਾ, ਔਰ ਮੈਂ ਰਾਤ ਦਿਨ ਮੇਰੀ ਡਿਊਟੀ ਹੈ ਜੀ 24 ਘੰਟੇ 7 ਦਿਨ ਮੈਂ ਲਗਾਤਾਰ ਕੰਮ ਕਰਨਾ। ਪਾਰਟੀ ਵੀ ਇੱਦਾਂ ਹੀ ਕਰਦਾ। ਮੇਰੀ ਫੈਮਿਲੀ ਬਾਹਰ ਹੈ ਅਮਰੀਕਾ 'ਚ, ਮੈਨੂੰ ਆਪਣੀ ਫੈਮਿਲੀ ਦਾ ਕੋਈ ਭਾਰ ਨਹੀਂ, ਕੋਈ ਚਿੰਤਾ ਨਹੀਂ, ਤੇ ਮੈਂ ਤੇ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਆਇਆ, ਪੰਜਾਬ ਨੂੰ ਬਦਲਣ ਵਾਸਤੇ ਆਇਆ। ਤਾਂ ਕੁਲਦੀਪ ਸਿੰਘ ਧਾਲੀਵਾਲ ਪੰਚਾਇਤੀ ਰਾਜ ਮਹਿਕਮਾ ਜਿਨ੍ਹਾਂ ਨੂੰ ਮਿਲਿਆ ਹੈ, ਸਾਡੇ ਸਹਿਯੋਗੀ ਗੱਲਬਾਤ ਕਰ ਰਹੇ ਸੀ ਕੁਲਦੀਪ ਸਿੰਘ ਧਾਲੀਵਾਲ ਨਾਲ। ਇੱਕ ਹੋਰ ਮੰਤਰੀ ਦੇ ਰੂਬਰੂ ਕਰਾਉਣੇ ਆ, ਲਾਲਜੀਤ ਸਿੰਘ ਭੁੱਲਰ ਨਜ਼ਰ ਆ ਰਹੇ ਨੇ ਪੰਕਜ ਕਪਾਹੀ ਦੇ ਨਾਲ ਬੈਠੇ ਹੋਏ। ਪੰਕਜ, ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪਿਛਲੀ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਚਰਚਾ 'ਚ ਰਹੇ ਨੇ,
ਰਾਜਾ ਵੜਿੰਗ, ਕਿਉਂਕਿ ਟਰਾਂਸਪੋਰਟ ਮਹਿਕਮਾ ਉਹਨਾਂ ਨੂੰ ਮਿਲਿਆ ਸੀ ਔਰ ਹੁਣ ਉਹੀ ਜ਼ਿੰਮੇਵਾਰੀ, ਔਰ ਖਾਸ ਕਰਕੇ ਮੇਰਾ ਸਵਾਲ ਇਸ ਲਈ ਵੀ ਇਹਨਾਂ ਤੋਂ ਰਹੇਗਾ ਕਿ ਇਹ ਪਹਿਲਾਂ ਅਕਾਲੀ ਦਲ ਦੇ ਨਾਲ ਰਹੇ ਨੇ, ਸੋ ਸ਼ਾयद ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹੋਣਗੇ ਚੁਣੌਤੀਆਂ ਨੂੰ। ਮੈਨੂੰ ਲੱਗ ਰਿਹਾ ਕਿ ਸ਼ਾਇਦ ਪੰਕਜ ਕੋਲ ਇਹ ਆਵਾਜ਼ ਨਹੀਂ ਪਹੁੰਚ ਰਹੀ ਆਪਣੀ, ਔਰ ਦੁਬਾਰਾ ਕੋਸ਼ਿਸ਼ ਕਰਦੇ ਹਾਂ ਕਿ ਪੰਕਜ ਦੇ ਕੋਲ ਆਵਾਜ਼ ਪਹੁੰਚੇ। ਉਹਨਾਂ ਦੇ ਨਾਲ ਇੱਕ ਕੈਬਨਿਟ ਮੰਤਰੀ ਨੇ ਔਰ ਮੰਤਰਾਲੇ ਜਿਹੜੇ ਨਵੇਂ ਸੌਂਪੇ ਗਏ ਨੇ ਔਰ ਪੋਰਟਫੋਲੀਓ ਵੰਡੇ ਗਏ ਨੇ, ਆਪਾਂ ਉਸ ਦਾ ਜ਼ਿਕਰ ਕਰ ਰਹੇ ਹਾਂ। ਸਿੱਖਿਆ ਮੰਤਰੀ, ਸਿਹਤ ਮੰਤਰੀ, ਸਮਾਜਿਕ ਬਾਲ ਵਿਕਾਸ ਮੰਤਰਾਲਾ, ਮਹਿਲਾ ਮੰਤਰਾਲਾ, ਡਾਕਟਰ ਬਲਜੀਤ ਕੌਰ ਦੇ ਕੋਲ ਪੰਕਜ ਕੋਲ ਲੱਗ ਰਿਹਾ ਹੁਣ ਆਵਾਜ਼ ਪਹੁੰਚ ਰਹੀ ਹੈ। ਪੰਕਜ, ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਕੋਲ? ਬਲਜੀਤ ਸਿੰਘ ਭੁੱਲਰ ਨਵੇਂ ਟਰਾਂਸਪੋਰਟ ਮੰਤਰੀ ਬਣੇ ਨੇ ਔਰ ਸਭ ਤੋਂ ਪਹਿਲਾਂ ਨਿਊਜ਼ 18 ਤੇ ਜੁੜੇ ਨੇ, ਗੱਲਬਾਤ ਕਰਦੇ ਹਾਂ। ਭੁੱਲਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਨਿਊਜ਼ 18 ਦਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਦਿੱਤਾ। ਭੁੱਲਰ ਸਾਹਿਬ, ਨਵੇਂ ਟਰਾਂਸਪੋਰਟ ਮੰਤਰੀ, ਬਲੂਪ੍ਰਿੰਟ ਕੋਈ ਤਿਆਰ ਹੈ ਕਿ ਕਿਵੇਂ? ਕਿਉਂਕਿ ਕਿਹਾ ਜਾਂਦਾ ਹੈ ਕਿ ਪੰਜਾਬ 'ਚ ਟਰਾਂਸਪੋਰਟ ਮਾਫੀਆ ਬਹੁਤ ਹੈ, ਪੰਜਾਬ 'ਚ ਬਹੁਤ ਵੱਡੇ ਵੱਡੇ ਟਰਾਂਸਪੋਰਟ ਮਾਫੀਆ, ਉਹਨਾਂ ਤੇ ਕਿਵੇਂ ਰੋਕ ਲਾਓਗੇ? ਬਿਲਕੁਲ, ਟਰਾਂਸਪੋਰਟ ਮਾਫੀਆ ਆਪਾਂ ਨੂੰ ਪਤਾ ਹੀ ਆ ਜਿਵੇਂ ਥੋੜਾ ਸਮਾਂ ਪਹਿਲਾਂ ਆਪਣੇ ਕਾਂਗਰਸ ਦੇ ਨਵੇਂ ਟਰਾਂਸਪੋਰਟ ਮੰਤਰੀ ਬਣੇ ਜਿਹੜੇ ਕਹਿੰਦੇ ਕਿ 2 ਘਰਾਂ ਦੀਆਂ ਬੱਸਾਂ ਬੰਦ ਕੀਤੀਆਂ ਤੇ ਰੋਜ਼ਾਨਾ ਕਰੋੜ ਰੁਪਏ ਦਾ ਫਾਇਦਾ ਹੋਣ ਲੱਗ ਪਿਆ। ਮੈਂ ਉਹਨਾਂ ਨੂੰ ਵੀ ਪਹਿਲਾਂ ਪੁੱਛਦਾ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਵੀ ਕੋਈ ਕਾਂਗਰਸ ਦੇ ਜਿਹੜੇ ਐਮਐਲਏ ਮੰਤਰੀ ਦੀ ਕਿਸੇ ਦੀ ਬੱਸ ਫੜੀ ਇਹਨਾਂ ਨੇ, ਕਿਸੇ ਦੀ ਬੱਸ ਬੰਦ ਕੀਤੀ? ਅਸੀਂ ਭਾਵੇਂ ਕੋਈ ਕਾਂਗਰਸ ਦਾ ਹੋਵੇ, ਅਕਾਲੀ ਦਲ ਦਾ, ਭਾਵੇਂ ਕੋਈ ਆਮ ਆਦਮੀ ਪਾਰਟੀ ਦਾ ਜਿਹੜਾ ਨਜਾਇਜ਼ ਟਰਾਂਸਪੋਰਟਰ ਉਹਦੀ ਬੱਸ ਬੰਦ ਕਰਾਂਗੇ, ਤੇ ਜਿਹੜੀਆਂ ਇੱਕ ਇੱਕ ਪਰਮਿਟ ਤੇ 3-3 4-4 ਇਹਨਾਂ ਦੀਆਂ ਬੱਸਾਂ ਚੱਲਣ ਦੀਆਂ ਉਹ ਵੀ ਫੜਾਂਗੇ। ਵੇਖੋ, ਜਿਹੜੀ ਸਰਕਾਰੀ ਰੋਡਵੇਜ ਬੱਸ ਹੈ, ਕਿਸੇ ਦਾ 10 ਸਕਿੰਟ ਟਾਈਮ ਹੈ, ਕਿਸੇ ਦਾ 20 ਸਕਿੰਟ ਟਾਈਮ ਹੈ ਅੱਡੇ ਤੇ, ਇਹਨਾਂ ਨੇ ਅੱਧੇ ਸਕਿੰਟ ਤੋਂ 1 ਸਕਿੰਟ ਤੋਂ ਇਹਨਾਂ ਨੇ 5 ਮਿੰਟ ਦਾ ਟਾਈਮ ਕਰ ਲਿਆ ਆਪਦੀਆਂ ਬੱਸਾਂ ਦਾ। ਤੇ ਜਿਨ੍ਹਾਂ ਦੇ ਰੂਟ ਇਹਨਾਂ ਦੇ 40 ਤੋਂ 50 ਕਿਲੋਮੀਟਰ ਦੇ ਸਨ, ਆਪੇ ਹੀ ਰੂਟ ਵਧਾ ਕੇ 250 ਕਿਲੋਮੀਟਰ ਦੇ ਇਹਨਾਂ ਨੂੰ ਪਰਮਿਟ ਕਰ ਲਏ। ਤੇ ਜਦੋਂ ਇਹਨਾਂ ਤੇ ਨਕੇਲ ਕੱਸੀ ਗਈ, ਆਪੇ ਹੀ ਸਾਰਾ ਸਿਸਟਮ ਸਹੀ ਹੋ ਜਾਣਾ। ਨਕੇਲ ਕੱਸੋਗੇ ਤੁਸੀਂ? ਬਿਲਕੁਲ ਨਕੇਲ ਪਹਿਲੇ ਦਿਨ ਤੋਂ ਨਕੇਲ ਕੱਸੋਗੇ? ਦੇਖੋ, ਅਸੀਂ ਚੈੱਕ ਕਰਾਂਗੇ ਵੀ ਕਿੱਥੇ ਇਹਨਾਂ ਨੇ ਘਪਲੇਬਾਜ਼ੀ ਕੀਤੀ ਆ, ਕਿਵੇਂ ਇਹਨਾਂ ਨੇ ਜਿਹੜੇ ਆ ਜਾਰੀ ਕੀਤੇ ਆ ਪਰਮਿਟ ਜਾਰੀ ਕੀਤੇ ਆ। ਇਹ ਅਸਲ 'ਚ ਪਰਮਿਟ ਉਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਆ ਜਿਹੜਾ ਕੋਈ ਬੇਰੁਜ਼ਗਾਰ ਆ, ਗਰੀਬ ਪਰਿਵਾਰ ਦਾ। ਸਾਰੇ ਟਰਾਂਸਪੋਰਟ ਮਾਫੀਆ ਤੇ ਕਬਜ਼ਾ ਕਰ ਲਿਆ, ਇੱਕ ਪਰਿਵਾਰ ਦੀਆਂ ਇਹਨਾਂ ਦੀਆਂ 100 ਬੱਸਾਂ ਚੱਲਣ ਦੀਆਂ। ਟਰਾਂਸਪੋਰਟ ਮਾਫੀਆ ਖਤਮ ਕਿਵੇਂ ਹੋਏਗਾ? ਤੁਹਾਡੇ ਕੋਲ ਕੋਈ ਬਲੂਪ੍ਰਿੰਟ ਹੈ ਕਿ ਮੈਂ ਇਦਾਂ ਟਰਾਂਸਪੋਰਟ ਮਾਫੀਆ ਖਤਮ ਕਰਾਂਗਾ? ਜਿਹੜੇ ਸਿਆਸੀ ਪਾਰਟੀ ਦੇ ਕਹੇ ਜਾਂਦੇ ਕਿ ਉਹਨਾਂ ਦੀਆਂ ਬੱਸਾਂ ਚੱਲਦੀਆਂ ਨੇ, ਉਹ ਕਿਵੇਂ ਖਤਮ ਕਰੋਗੇ ਤੁਸੀਂ? ਬਿਲਕੁਲ, ਜਿਵੇਂ ਤੁਹਾਨੂੰ ਮੈਂ ਦੱਸਣ ਦਿਆਂ ਵੀ ਇਹਨਾਂ ਨੇ 5-5 ਮਿੰਟ ਦੇ ਟਾਈਮ ਕਰਾ ਲਏ ਆਪਦੇ, ਉਹਨਾਂ ਟਾਈਮਾਂ ਨੂੰ ਕੱਟ ਕੇ ਪਹਿਲਾਂ ਉਸ ਜਗ੍ਹਾ ਤੇ ਲੈ ਕੇ ਆਵਾਂਗੇ ਜਿੱਥੋਂ ਸ਼ੁਰੂ ਹੋਏ ਇਹਨਾਂ ਦੇ ਟਾਈਮ। ਫਿਰ ਜਿਹੜੇ ਇਹਨਾਂ ਨੇ ਨਜਾਇਜ਼ ਬੱਸਾਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਚੇਤਾਵਨੀ ਦਿੰਦਾ ਕਿ ਬੱਸਾਂ ਆਪਦੀਆਂ ਬੰਦ ਕਰ ਦੇਣ, ਜਿਹੜੀਆਂ ਨਜਾਇਜ਼ ਬੱਸਾਂ, ਭਾਵੇਂ ਕੋਈ ਵੀ ਟਰਾਂਸਪੋਰਟਰ ਹੋਵੇ, ਭਾਵੇਂ ਸਾਡੀ ਪਾਰਟੀ ਨਾਲ ਰਿਲੇਟਡ ਹੋਵੇ, ਅਕਾਲੀ ਦਲ, ਕਾਂਗਰਸ ਵਾਲਾ, ਜਾਂ ਕੋਈ ਗੈਰ ਸਿਆਸੀ ਬੰਦਾ ਵੀ ਹੋਵੇ, ਕਿਉਂਕਿ ਜਿਹੜੇ ਪਹਿਲੇ ਕੰਮ ਚੱਲਦੇ ਉਹ ਸਾਰੇ ਬੰਦ ਹੋ ਜਾਣੇ। ਜਿਹੜੀ ਚਾਚੇ ਭਤੀਜੇ ਦੀ ਯਾਰੀ ਵਾਲੀ ਸਰਕਾਰ ਚੱਲਦੀ ਉਹ ਬੰਦ ਹੋ ਚੁੱਕੀ ਆ। ਜੇ ਲੋਕਾਂ ਨੇ ਆਸ ਦੀ ਕਿਰਨਾਂ ਸਰਕਾਰ ਬਣਾਈ ਆ ਤੇ ਉਹ ਸਰਕਾਰ ਵਾਕਈ ਚਲਾ ਕੇ ਵਿਖਾਵਾਂਗੇ। ਤੇ ਜਿਹੜੇ ਸਾਡੇ ਨੌਜਵਾਨ ਵੀਰ ਨੇ, ਬੇਰੁਜ਼ਗਾਰ ਨੇ, ਜੇ ਪਰਮਿਟ ਦੇਵਾਂਗੇ ਤੇ ਉਹਨਾਂ ਨੌਜਵਾਨਾਂ ਨੂੰ, ਬੇਰੁਜ਼ਗਾਰਾਂ ਨੂੰ ਪਰਮਿਟ ਦੇਵਾਂਗੇ ਤਾਂ ਜੋ ਲੋਕਾਂ ਨੂੰ ਮਾਣ ਹੋਵੇ ਵੀ ਸਾਡੀ ਆਪਣੀ ਸਰਕਾਰ ਗਰੀਬਾਂ ਦੀ ਸਰਕਾਰ ਬਣ ਗਈ ਆ। ਰਾਜਾ ਵੜਿੰਗ ਬੜੀ ਆਪਣੀ ਪਿੱਠ ਥਾਪੜਦੇ ਸੀਗੇ, ਬਹੁਤ ਸੋਸ਼ਲ ਮੀਡੀਆ ਤੇ ਚਰਚਾ 'ਚ ਰਹਿੰਦੇ ਸੀਗੇ। ਰਾਤ 2 ਵਜੇ, ਕਦੀ ਸਵੇਰੇ 4 ਵਜੇ ਛਾਪੇ ਮਾਰਦੇ ਸੀ ਔਰ ਬਹੁਤ ਸਾਰੀਆਂ ਬੱਸਾਂ ਕਹਿੰਦੇ ਕਿ ਇੱਕ ਪ੍ਰਾਈਵੇਟ ਕੰਪਨੀ ਦੀਆਂ ਜਿਹੜੀਆਂ ਉਹਨਾਂ ਨੇ ਬੌਂਡ ਵੀ ਕੀਤੀਆਂ ਔਰ ਇਹ ਕਿਹਾ ਕਿ ਇਲੀਗਲ ਚੱਲ ਰਹੀਆਂ। ਤੁਹਾਡਾ ਵੀ ਉਸ ਤਰੀਕੇ ਦਾ ਕੋਈ ਸਟਾਈਲ ਰਹੇਗਾ ਕਿ ਉਸ ਤਰੀਕੇ ਨਾਲ ਰਾਤ 2 ਵਜੇ ਜਾਂ ਕਿਸੇ ਵੇਲੇ ਵੀ ਛਾਪੇਮਾਰੀ ਹੋਏਗੀ? ਵੇਖੋ, ਸਿਆਸੀ ਬਦਲਾਖੋਰੀ ਤਹਿਤ ਕੰਮ ਨਹੀਂ ਕਰਾਂਗੇ। ਰਾਤ 2 ਵਜੇ ਛੱਡ ਕੇ ਭਾਵੇਂ ਸਾਰੀ ਰਾਤ ਸਾਨੂੰ ਜਾਗਣਾ ਪਵੇ। ਜਿਹੜੀਆਂ ਨਜਾਇਜ਼ ਬੱਸਾਂ ਚੱਲਦੀਆਂ ਹੋਣਗੀਆਂ ਉਹ ਬੰਦ ਕਰਾਂਗੇ। ਤੇ ਇਸ ਗੱਲ ਦਾ ਜਵਾਬ ਮੈਂ ਪਹਿਲਾਂ ਹੀ ਦੇ ਚੁੱਕਾ। ਰਾਜੇ ਵੜਿੰਗ ਨੇ, ਤੁਸੀਂ ਵੇਖਿਆ ਹੋਣਾ, ਅਕਾਲੀ ਦਲ ਦੇ ਜਿਹੜੇ ਸਿਆਸੀ ਬੰਦੇ ਉਹਨਾਂ ਦੀਆਂ ਬੱਸਾਂ ਬੰਦ ਕੀਤੀਆਂ, ਇੱਕੋ ਪਰਿਵਾਰ ਦੀਆਂ। ਕੋਈ ਕਾਂਗਰਸ ਦਾ ਮੰਤਰੀ ਜਾਂ ਐਮਐਲਏ ਦੀ ਵੇਖੀ ਤੁਸੀਂ ਬੱਸ ਫੜੀ? ਅਸੀਂ ਭਾਵੇਂ ਕਿਸੇ ਵੀ ਪਾਰਟੀ ਨਾਲ ਰਿਲੇਟਡ ਬੰਦਾ ਹੋਵੇ, ਜਿਹੜੀ ਨਜਾਇਜ਼ ਬੱਸ ਚੱਲਦੀ ਹੋਵੇਗੀ ਉਹ ਬੰਦ ਕਰਾਂਗੇ। ਰਾਜਾ ਵੜਿੰਗ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਤੁਸੀਂ? ਵੇਖੋ, ਕਾਰਗੁਜ਼ਾਰੀ ਤੇ ਤਾਂ ਹੁੰਦੀ ਹੈ ਜੇ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਿਆ ਜਾਵੇ। ਇਹ ਕਾਰਗੁਜ਼ਾਰੀ ਨਹੀਂ ਹੁੰਦੀ ਕਿ ਆਪਾਂ ਸਿਆਸੀ ਬਦਲਾਖੋਰੀ ਤਹਿਤ ਉਹ ਬੱਸਾਂ ਬੰਦ ਕੀਤੀਆਂ ਤੇ ਹਾਈ ਕੋਰਟ ਨੇ ਛੱਡਤੀਆਂ। ਜਿਹੜੀਆਂ ਨਜਾਇਜ਼ ਬੱਸਾਂ ਸਨ ਉਹ ਖੜੀਆਂ ਕਰਨੀਆਂ ਚਾਹੀਦੀਆਂ। ਉਹਨਾਂ ਸਾਰੀਆਂ ਦੀਆਂ ਸਾਰੀਆਂ ਬੱਸਾਂ ਬੌਂਡ ਕੀਤੀਆਂ। ਹਾਈ ਕੋਰਟ ਝਟਕਾ ਦਿੰਦੀ ਰਹੀ ਉਸ ਵੇਲੇ ਪੰਜਾਬ ਸਰਕਾਰ ਨੂੰ, ਅਜਿਹਾ ਤਾਂ ਨਹੀਂ ਹੋਏਗਾ ਤੁਸੀਂ ਰੋਕੋ ਹਾਈ ਕੋਰਟ ਤੋਂ ਫਿਰ ਜਿਹੜਾ ਵਾ ਝਟਕਾ ਪੰਜਾਬ ਸਰਕਾਰ ਨੂੰ ਮਿਲੇ? ਵੇਖੋ, ਅਸੀਂ ਉਹ ਗਲਤ ਕੰਮ ਹੀ ਨਹੀਂ ਕਰਾਂਗੇ ਜਿੱਥੋਂ ਹਾਈ ਕੋਰਟ ਝਟਕਾ ਦੇਵੇ। ਜਿਹੜੀਆਂ ਗਲਤ ਤੇ ਨਜਾਇਜ਼ ਬੱਸਾਂ ਹੋਣਗੀਆਂ ਉਹ ਰੋਕਾਂਗੇ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ। ਜਿੱਥੋਂ ਤੱਕ ਸਾਨੂੰ ਡੰਗਾਈ ਤੱਕ ਜਾਣਾ ਪਿਆ, ਘੋਖ ਕਰਾਂਗੇ ਵੀ ਕਿਹੜੇ ਤਰੀਕੇ ਨਾਲ ਇਹਨਾਂ ਪਰਮਿਟ ਜਾਰੀ ਕੀਤੇ ਤੇ ਕਿਹੜੇ ਕਿਹੜੇ ਪਰਿਵਾਰਾਂ ਨੂੰ ਕਿੰਨੇ ਹੋਏ, ਇੱਕ ਬੰਦੇ ਦੇ ਨਾਲ ਕਿੰਨੇ ਪਰਮਿਟ ਜਾਰੀ ਹੋ ਸਕਦੇ। ਇਹਨਾਂ ਲੋਕਾਂ ਦੇ ਨਾਲ ਪਰਮਿਟ ਜਾਰੀ ਕਰ ਕਰਕੇ ਇੱਕ ਇੱਕ ਪਰਿਵਾਰ ਦੀ 1.5 200 ਬੱਸ ਪਾਈ ਹੈ ਨਾ, ਜਿਹੜੇ ਕਾਨੂੰਨ ਤੋਂ ਬਾਹਰ ਆ। ਤੁਸੀਂ ਕਿਵੇਂ ਪੰਜਾਬ ਰੋਡਵੇਜ਼ ਜਿਹੜੀ ਘਾਟੇ ਜਾਂਦੀ ਹੈ ਉਸ ਨੂੰ ਜਿਹੜਾ ਫਾਇਦੇ 'ਚ ਲੈ ਕੇ ਆਓਗੇ? ਕਿਉਂਕਿ ਵੜਿੰਗ ਹੋਰੀ ਕਹਿ ਰਹੇ ਸੀਗੇ ਕਿ ਮੈਂ ਫਾਇਦੇ 'ਚ ਲੈ ਆਇਆ, ਮੈਂ ਇੰਨਾ ਫਾਇਦਾ ਲੈ ਆਇਆ। ਤੁਸੀਂ ਕਿਵੇਂ ਹੋਏਗਾ ਕਿ ਜਿਹੜਾ ਪੰਜਾਬ ਰੋਡਵੇਜ਼ ਬਾਰੇ ਕਿਹਾ ਜਾਂਦਾ ਹੈ ਕਿ ਨਾ ਬੂਏ ਨਾ ਬਾਰੀ ਰੋਡਵੇਜ਼ ਦੀ ਲਾਰੀ?
ਨਵੀਆਂ ਬੱਸਾਂ ਲੈ ਕੇ ਆਵਾਂਗੇ। ਵੇਖੋ ਇਹਨਾਂ ਦਾ ਧਿਆਨ ਤੇ ਇਸੇ ਪਾਸੇ ਕਿ ਰੋਡਵੇਜ ਖਤਮ ਹੋ ਜੇ, ਪਨ ਬੱਸ ਖਤਮ ਹੋ ਜੇ ਤੇ ਸਾਡੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਦੀਆਂ ਬੱਸਾਂ ਇਹ ਚੱਲਦੀਆਂ ਰਹਿਣ ਸੜਕਾਂ ਤੇ। ਟਾਈਮ ਇੰਨਾ ਖਤਮ ਕਰਤੇ, ਬੱਸਾਂ ਇੰਨਾ ਖਤਮ ਕਰਤੀਆਂ। ਅਸੀਂ ਨਵੀਆਂ ਬੱਸਾਂ ਲੈ ਕੇ ਆਵਾਂਗੇ, ਮਹਿਕਮੇ ਨੂੰ, ਰੋਡਵੇਜ ਨੂੰ, ਪਨ ਬੱਸ ਨੂੰ, ਇਹਨਾਂ ਨੂੰ ਨਵੀਆਂ ਬੱਸਾਂ ਦੇਵਾਂਗੇ ਤੇ ਮਹਿਕਮੇ ਨੂੰ ਸਰਜੀਤ ਕਰਨ ਲਈ ਜਿੱਥੇ ਵੀ ਸਾਡੀ ਲੋੜ ਹੋਊਗੀ ਵਿਭਾਗ ਤੋਂ ਵੀ ਸਲਾਹ ਲਵਾਂਗੇ। ਚੰਗੇ ਅਫਸਰ IAS IPS ਅਫਸਰਾਂ ਨੂੰ ਅੱਗੇ ਕਰਾਂਗੇ ਤਾਂ ਜੋ ਸਾਨੂੰ ਪੰਜਾਬ ਨੂੰ ਚਲਾਉਣ ਵਿੱਚ ਕੋਈ ਦਿੱਕਤ ਨਾ ਆਵੇ। ਇਹ ਨਹੀਂ ਹੋਵੇਗਾ ਕਿ ਲੋਟੂ ਜਿਹੜੇ ਸਮਗਲਰ ਉਹਨਾਂ ਨੂੰ ਅੱਗੇ ਕਰਕੇ ਤੇ ਜਿਹੜੇ ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਲੈਂਡ ਮਾਫੀਆ, ਸੈਂਡ ਮਾਫੀਆ ਨੂੰ ਅੱਗੇ ਕਰ ਦਾਂਗੇ। ਸਹੀ ਸਿਸਟਮ ਲੈ ਕੇ ਆਵਾਂਗੇ। ਇੱਕ ਵੜਿੰਗ ਹੋਰਾਂ ਨੇ ਅਰਵਿੰਦ ਕੇਜਰੀਵਾਲ ਤੇ ਸਵਾਲ ਚੁੱਕਦੇ ਸੀ, ਕਹਿੰਦੇ ਇੱਕ ਪ੍ਰਾਈਵੇਟ ਕੰਪਨੀ ਹੈ। ਠੀਕ ਹੈ ਪੰਕਜ, ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ। ਤੁਸੀਂ ਗੱਲਬਾਤ ਕਰ ਰਹੇ ਹੋ, ਰੁਕ ਕਰਦੇ ਹਾਂ ਅਮਨ ਭਾਰਦਵਾਜ ਦਾ, ਉਹਨਾਂ ਦੇ ਨਾਲ ਨੇ ਸਿਹਤ ਮੰਤਰੀ। ਕਾਫੀ ਸੁਰਖੀਆਂ ਬਟੋਰੀਆਂ ਉਹਨਾਂ ਨੇ ਵਿਜੇ ਸਿੰਗਲਾ, ਡਾਕਟਰ ਵਿਜੇ ਸਿੰਗਲਾ ਨੂੰ ਹੈਲਥ ਮਿਨਿਸਟਰੀ ਮਿਲੀ ਹੈ, ਸਾਡੇ ਨਾਲ ਨੇ। ਪਹਿਲਾਂ ਤਾਂ ਸਿੰਗਲਾ ਜੀ ਬਹੁਤ ਬਹੁਤ ਮੁਬਾਰਕਾਂ। ਕਿਵੇਂ ਦੇਖ ਰਹੇ ਹੋ ਇਸ ਨੂੰ, ਕੀ ਆਪਣੀ ਕੈਪੇਬਿਲਿਟੀ ਸਮਝਦੇ ਹੋ ਕਿ ਇਹ ਮਿਨਿਸਟਰੀ ਮਿਲੀ ਹੈ? ਬਿਲਕੁਲ ਜੀ, ਧੰਨਵਾਦ ਤੁਹਾਡਾ। CM ਸਾਹਿਬ ਦਾ, ਕੇਜਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇਸ ਕਾਬਲ ਸਮਝਿਆ, ਕਿਉਂਕਿ ਅੱਜ ਪੰਜਾਬ ਨੂੰ ਬੜੀ ਲੋੜ ਹੈ। ਸਾਡਾ ਪਬਲਿਕ ਹੈਲਥ ਕੇਅਰ ਸਿਸਟਮ ਹੈ ਜਿਹੜਾ, ਉਹਨੂੰ ਅਸੀਂ ਇੰਪਰੂਵ ਕਰਨਾ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਇਸ ਪ੍ਰੋਫੈਸ਼ਨ 'ਚ ਹੋਣ ਦੇ ਨਾਤੇ ਮੈਂ ਸਾਡੇ ਜਿੰਨੇ ਕਲੀਗਸ ਹੈ, ਸਾਡੇ ਡਾਕਟਰ ਸਾਹਿਬਾਨ ਹੈ, ਦੋਸਤ ਮਿੱਤਰ ਹੈ, ਸਾਰਿਆਂ ਨੂੰ ਜਾਣਦਾ। ਉਹ ਜਨਤਾ ਦੀ ਸੇਵਾ ਕਰਨਾ ਚਾਹੁੰਦੇ ਆ, ਵਧੀਆ ਕੰਮ ਕਰਨਾ ਚਾਹੁੰਦੇ ਆ, ਪਰ ਉਹਨਾਂ ਨੂੰ ਜੋ ਲੋੜੀਂਦਾ ਇਨਫਰਾਸਟ੍ਰਕਚਰ ਹੈ, ਜੋ ਸਹੂਲਤਾਂ ਦੀ ਲੋੜ ਹੈ, ਉਹ ਨਹੀਂ ਦਿੱਤਾ ਜਾ ਰਿਹਾ ਸੀ ਬੜੇ ਲੰਬੇ ਸਮੇਂ ਤੋਂ। ਇਸ ਕਰਕੇ ਬੜੇ ਹਿਤਾਸ਼ ਸਾਡੇ ਡਾਕਟਰ ਤੇ ਪੈਰਾਮੈਡੀਕਲ ਸਟਾਫ ਜਿਹਦੀ ਬੜੀ ਘਾਟ ਹੈ, ਉਹਦੇ ਕਰਕੇ ਸਾਡੀਆਂ ਹੈਲਥ ਸਰਵਿਸਿਜ਼ ਕੁਝ ਹੱਦ ਤੱਕ ਇਸ ਤਰ੍ਹਾਂ ਹੋਈਆਂ ਕਿ ਉਹ ਪ੍ਰੋਪਰ ਜੋ ਡਿਲੀਵਰ ਕਰਨਾ ਚਾਹੁੰਦੇ ਉਹ ਨਹੀਂ ਹੋਈਆਂ। ਪਰ ਮੈਨੂੰ ਪੂਰਨ ਆਸ ਹੈ ਕਿਉਂਕਿ 27 ਸਾਲ ਹੋ ਗਏ ਮੈਨੂੰ ਆਪਣੀ ਗ੍ਰੈਜੂਏਸ਼ਨ ਕੀਤੀ ਹੋਈ ਨੂੰ ਇਸ ਫੀਲਡ 'ਚ ਹੋਣ ਕਰਕੇ, ਸਾਡੇ ਡਾਕਟਰ ਸਾਹਿਬਾਨ ਨਾਲ ਜੁੜਿਆ ਹੋਣ ਕਰਕੇ ਕਾਫੀ ਹੱਦ ਤੱਕ ਮੈਨੂੰ ਲੱਗਦਾ, ਕਿਉਂਕਿ ਬਹੁਤ ਸਾਰਿਆਂ ਦੇ ਫੋਨ ਆ ਰਹੇ ਜਿਹੜੇ ਗਵਰਨਮੈਂਟ ਸਰਵਿਸਿਜ਼ 'ਚ ਨੇ ਕਿ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਪਤਾ ਹੈ ਕਿ ਹੁਣ ਜੋ ਸਾਡੀਆਂ ਘਾਟਾਂ ਹੈ ਉਹ ਜ਼ਰੂਰ ਪੂਰੀਆਂ ਹੋਣਗੀਆਂ। ਤੁਸੀਂ ਤਾਂ ਪੇਸ਼ੇ 'ਚ ਰਹੇ ਹੋ, ਇਸ 'ਤੇ ਤੁਹਾਨੂੰ ਕੀ ਘਾਟ ਲੱਗਦੀ ਹੈ ਕਿ ਇੱਕ ਮਰੀਜ਼ ਜਦੋਂ ਆਉਂਦਾ ਹੈ ਜਾਂ ਲੋੜਵੰਦ ਆਉਂਦਾ ਹੈ ਬਤੌਰ ਹੈਲਥ ਮਿਨਿਸਟਰੀ ਕੋਲ ਜਾਂ ਹੈਲਥ ਡਿਪਾਰਟਮੈਂਟ ਕੋਲ, ਉਹਨੂੰ ਕੀ ਜ਼ਰੂਰਤ ਹੁੰਦੀ ਹੈ? ਔਰ ਜਿਵੇਂ ਤੁਸੀਂ ਡਾਕਟਰਸ ਦਾ ਵੀ ਜ਼ਿਕਰ ਕਰ ਰਹੇ ਹੋ, 2 ਤੋਂ 3 ਅਜਿਹੀਆਂ ਕਿਆ ਚੀਜ਼ਾਂ ਹੈ ਜਿਸ ਦੀ ਘਾਟ ਸੀਗੀ, ਹੁਣ ਤੁਸੀਂ ਜੋ ਬਤੌਰ ਹੈਲਥ ਮਿਨਿਸਟਰ ਪੂਰੀ ਕਰੋਗੇ? ਸਭ ਤੋਂ ਵੱਡੀ ਘਾਟ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਡਾਕਟਰਸ ਦੇ ਨਾਲ ਨਾਲ ਪੈਰਾਮੈਡੀਕਲ ਸਟਾਫ ਦੀ ਬੜੀ ਵੱਡੀ ਘਾਟ ਹੈ। ਕਿਉਂਕਿ ਮੰਨ ਲਓ ਡਾਕਟਰ ਆਪਰੇਟ ਕਰ ਦਿੰਦਾ ਤਾਂ ਉਸ ਨੂੰ ਸੰਭਾਲਣ ਲਈ ਮੈਡੀਸਨ ਜੋ ਲੋੜੀਂਦੀਆਂ ਉਹ ਨਹੀਂ ਮਿਲ ਰਹੀਆਂ, ਜਿਹੜੀਆਂ ਮੈਡੀਸਨ ਚਾਹੀਦੀਆਂ ਉਹ ਮਿਲ ਨਹੀਂ ਰਹੀਆਂ, ਜਿਹੜੀਆਂ ਨਹੀਂ ਚਾਹੀਦੀਆਂ ਉਹਨਾਂ ਦਾ ਢੇਰ ਲੱਗੇ ਪਏ ਨੇ। ਉਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਮੈਂ ਜਾ ਕੇ ਦੇਖਿਆ। ਬਹੁਤ ਸਾਰੇ ਡਾਕਟਰਸ ਨੂੰ VIP ਡਿਊਟੀ 'ਤੇ ਲਾ ਰੱਖਿਆ ਹੈ ਨਾ, ਕੋਈ ਐਮਰਜੈਂਸੀ ਡਿਊਟੀ, ਮਤਲਬ ਇਸ ਤਰ੍ਹਾਂ ਦੀਆਂ ਕਾਫੀ ਪ੍ਰੋਬਲਮਸ ਹੈ। ਥੋੜ੍ਹਾ ਬੈਠਾਂਗੇ ਕਿਉਂਕਿ ਮੈਨੂੰ ਨਹੀਂ ਲੱਗਦਾ ਇਸ ਡਿਪਾਰਟਮੈਂਟ ਨੂੰ ਸਮਝਣ ਲਈ ਮੈਨੂੰ ਕੋਈ ਜ਼ਿਆਦਾ ਮਸ਼ੱਕਤ ਕਰਨੀ ਪਊ, ਜ਼ਿਆਦਾ ਤੁਹਾਡਾ ਲੰਬਾ ਐਕਸਪੀਰੀਅੰਸ। ਇਸ ਕਰਕੇ 1-2 ਦਿਨਾਂ 'ਚ ਜਿਹੜੇ ਸਾਡੇ ਐਕਸਪਰਟਸ ਹੈ, ਪ੍ਰੋਫੈਸ਼ਨ ਦੇ ਸੀਨੀਅਰ ਨੇ, ਉਹਨਾਂ ਨਾਲ ਬੈਠਾਂਗੇ, ਮੀਟਿੰਗ ਕਰਾਂਗੇ ਔਰ ਕੰਮ ਸ਼ੁਰੂ ਕਰਾਂਗੇ। ਅੱਛਾ, ਆਮ ਆਦਮੀ ਪਾਰਟੀ ਦੀ ਇੱਕ ਬੁਨਿਆਦੀ ਕੈਂਪੇਨ 'ਚ ਵੀ ਇਹੀ ਚਰਚਾ ਰਹੀ ਕਿ ਅਸੀਂ ਹੈਲਥ ਸਟਰਕਚਰ ਨੂੰ ਸੁਧਾਰਾਂਗੇ। ਦਿੱਲੀ ਮਾਡਲ ਦੇ ਅੰਦਰ ਅਹਿਮ ਚੀਜ਼ ਹੈਲਥ ਇਨਫਰਾਸਟ੍ਰਕਚਰ ਹੈ, ਸਹੂਲਤ ਹੈ ਸਿਹਤ ਨੂੰ ਲੈ ਕੇ, ਉਸ 'ਤੇ ਕੰਮ ਕਰੋਗੇ ਉਸ ਨੂੰ, ਕਿਉਂਕਿ ਤੁਹਾਡੇ 'ਤੇ ਜ਼ਿੰਮੇਵਾਰੀ ਵੀ ਵੱਡੀ ਹੈਗੀ ਹੈ। ਬਿਲਕੁਲ ਜੀ, ਵੱਡੀ ਜ਼ਿੰਮੇਵਾਰੀ ਹੈ ਔਰ ਵੱਡੀ ਜ਼ਿੰਮੇਵਾਰੀ ਨੂੰ ਸਾਰੇ ਸਾਡੇ ਪ੍ਰੋਫੈਸ਼ਨ ਨੂੰ, ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ। ਉਹਨਾਂ ਦੀ ਐਕਸਪੈਕਟੇਸ਼ਨਸ ਵੀ ਨੇ, ਐਕਸਪੈਕਟੇਸ਼ਨ 'ਤੇ ਪੂਰੇ ਖਰੇ ਉਤਰਾਂਗੇ। ਮੈਨੂੰ ਪਤਾ ਜਿਸ ਤਰ੍ਹਾਂ ਦਿੱਲੀ 'ਚ ਬਿਹਤਰੀਨ ਕੰਮ ਹੋ ਰਹੇ ਨੇ, ਬਿਨਾਂ ਫੀਸ ਤੇ ਹਰ ਇੱਕ ਦਾ ਜ਼ੀਰੋ ਜਿਹੜਾ ਹੈਗਾ ਕੈਸ਼ਲੈਸ ਟ੍ਰੀਟਮੈਂਟ ਹੋ ਰਿਹਾ, ਉਹੀ ਕੋਸ਼ਿਸ਼ ਕਰਾਂਗੇ ਕਿ ਪੰਜਾਬ 'ਚ। ਬਿਲਕੁਲ ਹਾਂਜੀ, ਉਹ ਸਾਡਾ ਪਾਇਲਟ ਪ੍ਰੋਜੈਕਟ ਹੈ। ਸਾਰਿਆਂ ਦੇ ਹੈਲਥ ਕਾਰਡ ਬਣਨਗੇ। 16,000 ਡਿਸਪੈਂਸਰੀਜ਼ ਹੋਣਗੀਆਂ ਜੋ ਪਹਿਲਾਂ ਵਾਲੀਆਂ ਹੈ, ਉਹਨਾਂ ਨੂੰ ਵਰਤਣ ਵਾਲੀ ਪੋਜੀਸ਼ਨ 'ਚ ਲੈ ਕੇ ਆਵਾਂਗੇ। ਲੋਕਾਂ ਲਈ ਕੀ ਸੁਨੇਹਾ ਹੈ ਬਤੌਰ ਹੈਲਥ ਮਿਨਿਸਟਰ? ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਹੈ ਜੋ ਹਲੇ ਵੀ ਇਸ ਵਿਭਾਗ ਨਾਲ ਜਾਂ ਇਨ ਸਮੱਸਿਆ ਨਾਲ ਜੂਝ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਹੈ? ਉਹਨਾਂ ਨੇ ਇਹ ਸੁਨੇਹਾ ਕਿ ਤੁਹਾਡੇ ਸਹਿਯੋਗ ਦੀ ਲੋੜ ਹੈ ਇੱਕਦਮ, ਕਿਉਂਕਿ ਇਹ ਡਾਕਟਰਸ ਹੈ, ਪੈਰਾਮੈਡੀਕਲ ਸਟਾਫ ਹੈ। ਇੱਕਦਮ ਆਪਾਂ ਕਹੀਏ ਕਿ 4 ਦਿਨਾਂ 'ਚ ਸਾਡੇ ਕੋਲੇ ਸਾਰੇ ਡਾਕਟਰ ਪੂਰੇ ਹੋ ਜਾਣਗੇ, ਪੈਰਾਮੈਡੀਕਲ ਸਟਾਫ ਪੂਰਾ ਹੋ ਜੂ, ਨਹੀਂ, ਥੋੜ੍ਹਾ ਟਾਈਮ ਲੱਗਦਾ। ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਥੋੜ੍ਹਾ ਸਹਿਯੋਗ ਦੇਣ। ਕੁਛ ਦਿਨਾਂ 'ਚ ਹੌਲੀ ਹੌਲੀ ਇਹ ਸਾਰੇ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ। ਜੋ ਸਾਡੇ ਪੰਜਾਬ ਦੇ ਵਾਸੀ ਨੇ ਜਿਨ੍ਹਾਂ ਨੇ
ਇੰਨਾ ਵੱਡਾ ਮੈਂਡੇਟ ਦੇ ਕੇ ਜਿਹੜਾ ਹੈਲਥ ਤੇ ਐਜੂਕੇਸ਼ਨ ਇਹਨਾਂ ਮੇਨ ਮੁੱਦਿਆਂ ਤੇ ਦਿੱਤਾ, ਔਰ ਮੈਨੂੰ ਲੱਗਦਾ ਕਿ ਉਹ ਵੀ ਸਹਿਯੋਗ ਦੇਣਗੇ ਔਰ ਅਸੀਂ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਲੋੜਾਂ ਨੇ ਉਹ ਵੀ ਸਮੇਂ ਸਿਰ ਪੂਰੇ ਪ੍ਰਾਇੋਰਟੀ ਜੇ ਪੁੱਛਾਂ, ਚਲੋ ਕੰਮ ਤਾਂ ਤੁਸੀਂ ਸਾਰੇ ਗਿਣਾਏ ਹੈ, ਪ੍ਰਾਇੋਰਟੀ ਕੀ ਰਹੇਗੀ ਕਿ ਇੱਕ ਤੇ ਦੋ ਚੀਜ਼ਾਂ ਸਭ ਤੋਂ ਪਹਿਲਾਂ ਆ ਕਰਨੀਆਂ ਹੈ ਜੋ ਪਿਛਲੇ ਬਲਬੀਰ ਸਿੱਧੂ ਜੋ ਹੈਲਥ ਮਿਨਿਸਟਰ ਸੀਗੇ ਜਾਂ ਓਪੀ ਸੋਨੀ ਰਹੇ 2.5 ਸਾਲ, ਉਹਨਾਂ ਨੇ ਨਹੀਂ ਕੀਤੀਆਂ, ਉਹ ਵਿਜੇ ਸਿੰਗਲਾ ਕਰਕੇ ਦਿਖਾਣਗੇ। ਪ੍ਰਾਇੋਰਟੀ ਤਾਂ ਇਹੀ ਹੈ ਜੇ ਐਮਰਜੈਂਸੀ ਪੇਸ਼ੈਂਟ ਆਉਂਦਾ ਉਹਨੂੰ ਸੰਭਾਲਣ ਲਈ ਜੋ ਲੋੜੀ ਦੀ ਮੈਡੀਸਨ ਹੈ, ਲੋੜੀ ਦਾ ਇਨਫਰਾਸਟ੍ਰਕਚਰ ਹੈ, ਉਹ ਹੀ ਨਹੀਂ ਮਿਲਦਾ। ਸਭ ਤੋਂ ਪਹਿਲਾਂ ਮੰਨ ਲਓ ਇੱਕ ਪੇਸ਼ੈਂਟ ਹੈ, ਕੋਈ ਐਕਸੀਡੈਂਟ ਹੋ ਗਿਆ, ਉਹ ਹਸਪੀਟਲ 'ਚ ਜਾਂਦਾ, ਉਹ ਸਾਡੇ ਡਾਕਟਰ ਕੀ ਕਰਦੇ ਵਿਚਾਰੇ ਰੈਫਰ ਕਰ ਦਿੰਦੇ ਜੋ ਉਹਨਾਂ ਕੋਲੇ ਕੋਈ ਅੱਗੇ ਆਰਥੋਪੈਡਿਕ ਸਰਜਨ ਨਹੀਂ ਹੁੰਦਾ, ਕਈ ਐਕਸਰੇ ਦੀ ਪ੍ਰੋਵੀਜ਼ਨ ਨਹੀਂ ਹੁੰਦੀ ਹੈ ਤੇ ਸਰਜਰੀ ਅਨਸਥੀਸੀਆ ਵਾਲੇ ਡਾਕਟਰ ਨਹੀਂ ਹੁੰਦੇ। ਇਸ ਤਰ੍ਹਾਂ ਦੇ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਪਹਿਲਾਂ ਜਿਹੜੇ ਹਾਲਾਂਕਿ ਮੈਡੀਸਨ ਵਗੈਰਾ 'ਚ ਵਧੀਆ ਕੰਮ ਹੋ ਰਿਹਾ, ਪਰ ਐਮਰਜੈਂਸੀ ਜੋ ਟਰੀਟਮੈਂਟ ਹੈ ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾਂ ਉਹਨੂੰ ਐਮਰਜੈਂਸੀ ਕੋਈ ਆਉਂਦਾ ਉਹਦਾ ਉਸ ਤਰ੍ਹਾਂ ਦਾ ਟਰੀਟਮੈਂਟ ਹੋਵੇ, ਉਹ ਵੀ ਅਸੀਂ ਸ਼ੁਰੂ ਕਰਾਂਗੇ। ਔਰ ਸੈਕੰਡਰੀ ਲੈਵਲ 'ਤੇ ਜੋ ਸਾਰਾ ਮੈਡੀਕਲ ਕਾਲਜਸ ਹੈ ਸਾਰਾ ਮਤਲਬ ਕਰਾਂਗੇ ਸਾਰਾ ਵਧੀਆ। ਇੱਕ ਮੈਂ ਕਰਮਚਾਰੀਆਂ ਦੇ ਪੁੱਛਣਾ ਚਾਹੂੰਗਾ, ਕੁਝ ਪਿਛਲੇ 3 ਤੋਂ 4 ਸਾਲ ਕੱਚੇ ਕਰਮਚਾਰੀਆਂ ਨੇ ਜਿਹੜੇ ਹੈਲਥ ਤੇ ਰਿਲੇਟਡ ਸੀਗੇ, ਕਰੋਨਾ ਵਾਰੀਅਰ ਸੀਗੇ, ਉਹਨਾਂ ਨੇ ਧਰਨੇ ਬਹੁਤ ਦਿੱਤੇ, ਉਹਨਾਂ ਲਈ ਵੀ ਕੋਈ ਜ਼ਿਹਨ 'ਚ ਹੈ ਕਿ ਇਹਨਾਂ ਲਈ ਵੀ ਆ ਕੰਮ ਕਰਨਾ ਹੈ ਜਾਂ ਵਿਚਾਰਿਆ ਜਾਏਗਾ? ਬਿਲਕੁਲ ਜੀ, ਉਹਨਾਂ ਦਾ ਵਿਚਾਰ ਕਰਾਂਗੇ ਕਿਉਂ ਜਿੰਨੀ ਦੇਰ ਕਰਮਚਾਰੀਆਂ ਨੂੰ ਕੋਈ ਸਿਕਿਉਰਿਟੀ ਨਹੀਂ ਹੁੰਦੀ ਉਹ ਵੀ ਫ੍ਰੀ ਹੈਂਡ ਨਹੀਂ ਕੰਮ ਕਰ ਸਕਣਗੇ। ਸੋ ਉਹਨਾਂ ਨੂੰ ਇਸ ਤਰ੍ਹਾਂ ਦਾ ਮਾਹੌਲ ਦੇਈਏ ਤਾਂ ਜੋ, ਕਿਉਂਕਿ ਕਰਮਚਾਰੀਆਂ ਤੋਂ ਬਿਨਾਂ ਸਿਸਟਮ ਨਹੀਂ ਚੱਲ ਸਕਦਾ ਔਰ ਕਰਮਚਾਰੀ ਸਿਸਟਮ ਚਲਾਉਣਾ ਚਾਹੁੰਦੇ ਨੇ। ਸੋ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਲੋੜਾਂ ਹੈ ਉਹ ਪੂਰੀ ਹਮਦਰਦੀ ਨਾਲ ਵਿਚਾਰਾਂਗੇ ਔਰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਆਖਰੀ, ਚਾਰਜ ਕਦੋਂ ਸੰਭਾਲ ਰਹੇ ਹੋ ਹੁਣ ਜਾ ਕੇ ਬਤੌਰ ਸੈਕਟਰੀ? ਹਜੇ ਤਾਂ ਸੀਐਮ ਸਾਹਿਬ ਦੱਸਣਗੇ, ਸੰਭਾਲਾਂਗੇ। ਬਹੁਤ ਬਹੁਤ ਮੁਬਾਰਕ ਹੈ ਇੱਕ ਵਾਰ ਫਿਰ ਡਾਕਟਰ ਸਾਹਿਬ। ਧੰਨਵਾਦ ਜੀ, ਥੈਂਕ ਯੂ। ਵਿਜੇ ਸਿੰਗਲਾ ਕਹਿ ਰਹੇ ਨੇ ਕਿ तमाम ਚੀਜ਼ਾਂ ਨੇ, ਇਨਫਰਾਸਟ੍ਰਕਚਰ ਤੋਂ ਲੈ ਕੇ ਡਾਕਟਰਸ, ਸਟਾਫ ਅਤੇ ਜੋ ਮਰੀਜ਼ ਨੇ ਜਿਨ੍ਹਾਂ ਨੂੰ ਇਸ ਸਵਾਸਥ ਸੁਵਿਧਾਵਾਂ ਜਿਹੜੀਆਂ ਹੈ ਉਹ ਨਹੀਂ ਤਰੀਕੇ ਸਿਰ ਮਿਲਦੀਆਂ, ਉਨ ਸਭ ਤੇ ਕੰਮ ਹੋਏਗਾ। ਔਰ ਹੁਣ ਜਿਹੜੀ ਹੈ ਕਮਰ ਕੱਸ ਲਿੱਤੀ ਜਾਏਗੀ ਕਿਉਂਕਿ ਦਿੱਲੀ ਮਾਡਲ ਦਾ ਪੰਜਾਬ ਆਮ ਆਦਮੀ ਪਾਰਟੀ ਦਾ ਜ਼ਿੰਮੇਵਾਰੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ, ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਬਹੁਤ ਸੋਚ ਸਮਝ ਕੇ ਦਿੱਤੀ ਗਈ ਹੈ ਮੇਰੇ ਹਿਸਾਬ ਨਾਲ। ਸਭ ਤੋਂ ਪਹਿਲਾਂ ਤਾਂ ਮੈਂ ਸੀਐਮ ਸਾਹਿਬ ਜੀ ਦਾ, ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਕੈਪੇਬਿਲਿਟੀ ਨੂੰ ਦੇਖ ਕੇ ਜਾਂ ਜੋ ਮੇਰੇ ਮਨ 'ਚ ਇੱਛਾਵਾਂ ਸੀ, ਮੈਨੂੰ ਲੱਗਦਾ ਕਿ ਮੈਂ ਉਹ ਪੂਰੀਆਂ ਕਰ ਪਾਵਾਂਗੀ ਇਸ ਜ਼ਿੰਮੇਵਾਰੀ ਦੇ ਜ਼ਰੀਏ। ਸੋ ਮੈਨੂੰ ਬਹੁਤ ਖੁਸ਼ੀ ਹੈ। ਮੰਤਰੀ ਬਣਨ ਤੋਂ ਬਾਅਦ ਮਹਿਲਾਵਾਂ ਦੇ ਲਈ, ਮਹਿਲਾਵਾਂ ਦੀ ਡਿਵੈਲਪਮੈਂਟ ਦੇ ਲਈ, ਮਹਿਲਾਵਾਂ ਦੀ ਸੁਰੱਖਿਆ ਦੇ ਲਈ, ਮਹਿਲਾਵਾਂ ਕਿਵੇਂ ਅੱਗੇ ਆ ਸਕਣ, ਕੋਈ ਰੋਡ ਮੈਪ ਤਿਆਰ ਕੀਤਾ? ਕਈ ਵਾਰੀ ਬੰਦਾ ਮਨ 'ਚ ਸੋਚਦਾ ਕਿ ਮੈਂ ਅਗਰ ਮੰਤਰੀ ਬਣੀ ਤਾਂ ਮੈਂ ਸਭ ਤੋਂ ਪਹਿਲਾਂ ਇਹ ਕੰਮ ਕਰਾਂਗੀ। ਹਾਂਜੀ, ਮੈਂ ਸੋਚਦੀ, ਮੈਂ ਪੋਲਿਟਿਕਸ ਆਉਣ ਤੋਂ ਪਹਿਲਾਂ ਵੀ ਬਹੁਤ ਸੋਚਦੀ ਹੁੰਦੀ ਸੀ ਕਿ ਸਾਡੇ ਜਿਹੜੇ ਪੰਜਾਬ ਦੀਆਂ ਬੱਚੀਆਂ ਜਾਂ ਦੇਸ਼ ਦੀਆਂ ਬੱਚੀਆਂ ਨੇ ਉਹਨਾਂ ਨੂੰ ਅਸੀਂ ਕਿਵੇਂ ਅੱਗੇ ਲਿਆਂਦਾ ਜਾਵੇ। ਤਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਮੇਰੇ ਹਿਸਾਬ ਨਾਲ ਜੋ ਲੱਗਦਾ ਹੈ ਕਿ ਬੱਚੀਆਂ ਦੀ ਜਿਹੜੀ ਐਜੂਕੇਸ਼ਨ ਹੈ ਬਹੁਤ ਜ਼ਰੂਰੀ ਹੈ। ਜਿਹੜੀਆਂ ਬੱਚੀਆਂ ਸਾਡੀਆਂ ਪੜ੍ਹਾਈ ਪੱਖੋਂ ਵਾਂਝੀਆਂ ਨੇ, ਜਾਂ ਤਾਂ ਉਹ ਸਹੂਲਤਾਂ ਉਹਨਾਂ ਤੱਕ ਪਹੁੰਚ ਨਹੀਂ ਪਾਉਂਦੀਆਂ ਜਾਂ ਉਹ ਆਰਥਿਕ ਪੱਖੋਂ ਕਮਜ਼ੋਰ ਨੇ, ਸਭ ਤੋਂ ਪਹਿਲਾਂ ਉਹਨਾਂ ਦੀ ਪੜ੍ਹਾਈ 'ਤੇ ਜ਼ੋਰ ਦਿੱਤਾ ਜਾਵੇਗਾ। ਤੇ ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਔਰਤਾਂ ਨੂੰ ਉਹ ਹੈ ਕਿ ਸੋਸ਼ਲ ਸਿਕਿਉਰਿਟੀ ਦੀ। ਤਾਂ ਉਹਦੇ 'ਤੇ ਮੈਂ ਆਪਣੇ ਮਨ 'ਚ ਜੋ ਸੋਚ ਰਹੀ ਹਾਂ ਕਿ ਉਹਦੇ ਲਈ ਕੋਈ ਵੱਡਾ ਕਦਮ ਚੁੱਕਿਆ ਜਾਵੇਗਾ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਉਹਨਾਂ ਨੂੰ ਆਏ ਨਾ ਲੱਗੇ ਕਿ ਅਸੀਂ ਇਕੱਲੀਆਂ ਘਰੋਂ ਬਾਹਰ ਜਾਵਾਂਗੀਆਂ ਤੇ ਸਾਡੇ ਲਈ ਕੋਈ ਡਰ ਦਾ ਮਾਹੌਲ ਹੋਵੇਗਾ। ਕਿਉਂਕਿ ਇੱਕ ਗਾਰੰਟੀ ਦਿੱਤੀ ਗਈ ਸੀ ਕਿ 18 ਸਾਲ ਤੋਂ ਉੱਪਰ ਜਿਹੜੀਆਂ ਮਹਿਲਾਵਾਂ ਹੋਣਗੀਆਂ, ਕੁੜੀਆਂ ਹੋਣਗੀਆਂ, ਉਹਨਾਂ ਨੂੰ 1-1000 ਰੁਪਇਆ ਦਿੱਤਾ ਜਾਏਗਾ। ਉਸ ਦੇ ਲਈ ਕੋਈ ਬਲੂਪ੍ਰਿੰਟ ਤਿਆਰ ਹੈ ਕਿ 1000 ਰੁਪਇਆ ਕਿਵੇਂ ਦੇਣਾ? ਦੇਖੋ ਜੀ, ਇਹ ਦਿੱਤਾ ਜਾਏਗਾ, ਡੈਫੀਨੇਟਲੀ ਦਿੱਤਾ ਜਾਏਗਾ। ਬਾਕੀ ਇਹ ਬਹੁਤ ਜਲਦ ਲਾਗੂ ਕੀਤਾ ਜਾਏਗਾ। ਤੇ ਬਹੁਤ ਵਾਰ ਇਹ ਸਵਾਲ ਵੀ ਉਠਾਏ ਜਾਂਦੇ ਸੀ ਕਿ 1000 ਰੁਪਇਆ ਕੁਛ ਨਹੀਂ ਹੈ। ਤਾਂ ਮੈਂ ਉਹਦੇ ਲਈ ਇਹ ਵੀ ਕਹਿਣਾ ਚਾਹਾਂਗੀ ਕਿ 1000 ਰੁਪਇਆ ਅਸੀਂ ਉਹਨਾਂ ਮਹਿਲਾਵਾਂ ਨੂੰ ਵੀ ਧਿਆਨ 'ਚ ਰੱਖ ਕੇ ਦਿੱਤਾ ਹੈ ਜਿਹੜੀਆਂ ਲੋਕਾਂ ਦੇ ਘਰਾਂ 'ਚ ਜਾ ਕੇ ਕੰਮ ਕਰਦੀਆਂ ਨੇ, ਪੋਚੇ ਲਾਉਂਦੀਆਂ ਨੇ, ਜਿਨ੍ਹਾਂ ਕੋਲ ਇੰਨੇ ਵੀ ਪੈਸੇ ਨਹੀਂ ਹੁੰਦੇ ਕਿ ਉਹ ਆਪਣੀਆਂ ਬੱਚੀਆਂ ਨੂੰ ਕੋਈ ਕਿਤਾਬ ਲੈ ਕੇ ਦੇ ਸਕਣ। ਸੋ ਇੱਕ ਛੋਟੇ ਜਿਹੇ ਉਹਦੇ ਤੋਂ ਅਸੀਂ ਸ਼ੁਰੂ ਕੀਤਾ ਸਹੂਲਤ ਤੋਂ, ਤੇ ਜੇ ਹੁਣ ਮੈਨੂੰ ਇਹ ਪਾਵਰ ਦਿੱਤੀ ਗਈ ਹੈ ਤਾਂ ਮੈਂ ਇਸ ਨੂੰ ਵੱਡੇ ਲੈਵਲ ਤੱਕ ਲੈ ਕੇ ਜਾਵਾਂਗੀ। ਮਹਿਲਾਵਾਂ ਲਈ ਮੈਂ ਵੱਧ ਤੋਂ ਵੱਧ ਜਿਹੜਾ ਜ਼ੋਰ ਲਗਾ ਦੇਵਾਂਗੀ। ਕੋਈ ਲਿਸਟ, ਕੋਈ ਕੈਟਾਗਰੀ ਤਿਆਰ ਹੈ ਕਿ ਪਹਿਲਾਂ ਇਹਨਾਂ ਮਹਿਲਾਵਾਂ ਨੂੰ 1000 ਰੁਪਇਆ ਦੇਣਾ, ਫਿਰ ਇਹਨਾਂ ਮਹਿਲਾਵਾਂ ਨੂੰ ਦੇਣਾ ਹੈ, ਕਿ ਪਹਿਲਾਂ +2 ਵਾਲੀਆਂ ਬੱਚੀਆਂ ਨੂੰ ਦੇਣਾ ਹੈ, ਜਾਂ ਜਿਹੜੇ ਗਰੀਬ ਘਰ ਤੋਂ ਨੇ ਜਿਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ, ਕੋਈ ਇਸ ਤਰੀਕਾ ਦੀ ਲਿਸਟ ਤਿਆਰ ਕੀਤੀ ਜਾਏਗੀ, ਉਸ ਹਿਸਾਬ ਨਾਲ ਦਿੱਤਾ ਜਾਏਗਾ ਜਾਂ ਕਿਵੇਂ ਦਿੱਤੇ ਜਾਣਗੇ? ਨਹੀਂ, ਇਸ ਤਰ੍ਹਾਂ ਦਾ ਹਲੇ ਕੁਝ ਵੀ ਸਾਹਮਣੇ ਨਹੀਂ ਆਇਆ। ਮਤਲਬ ਜੋ ਵੀ ਹੋਏਗਾ ਸਾਰੀਆਂ ਮਹਿਲਾਵਾਂ ਲਈ ਹੋਏਗਾ, ਉਹਦੇ ਵਿੱਚ ਕੋਈ ਅਸੀਂ ਕੈਟਾਗਰਾਈਜ਼ ਨਹੀਂ ਕੀਤਾ ਹਲੇ ਤੱਕ। ਇੱਕ ਮਹਿਲਾਵਾਂ ਨੂੰ ਪਹਿਲਾਂ ਮਿਲ ਰਹੀ ਸੀਗੀ ਫ੍ਰੀ ਬੱਸ, ਕਿ ਸਰਕਾਰੀ ਬੱਸਾਂ ਜਾਣਗੀਆਂ ਤੇ ਮੁਫਤ ਰਹਿਣਗੇ, ਉਹ ਸਿਲਸਿਲਾ ਜਾਰੀ ਰਹੇਗਾ?
ਬਿਲਕੁਲ ਜੀ, ਮੈਂ ਪੂਰਾ ਜ਼ੋਰ ਲਾਵਾਂਗੀ ਕਿ ਉਹ ਸਿਲਸਿਲਾ ਜਾਰੀ ਰਹੇ, ਕਿਉਂਕਿ ਉਹ ਇੱਕ ਬਹੁਤ ਵੱਡੀ ਸਹੂਲਤ ਹੈ ਸਾਡੀਆਂ ਬੱਚੀਆਂ ਨੂੰ ਵੀ ਜਿਹੜੀਆਂ ਬੱਸਾਂ ਤੇ ਸਫ਼ਰ ਕਰਦੀਆਂ ਨੇ, ਤੇ ਬਿਲਕੁਲ ਇਹ ਸਿਲਸਿਲਾ ਜਾਰੀ ਰਹੇਗਾ। ਦੂਸਰਾ ਇਹ ਵੀ ਹੈ ਕਿ ਬਹੁਤ ਸਾਰੇ ਪਿੰਡਾਂ 'ਚ, ਤੁਸੀਂ ਵੀ ਪਿੰਡਾਂ ਤੋਂ ਆਉਂਦੇ ਹੋ ਹਨਾ, ਕਿ ਪਿੰਡਾਂ 'ਚ ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹੁੰਦੀਆਂ ਜਿਹੜੀਆਂ ਦੂਰ ਸਕੂਲ ਕਾਲਜ ਤੱਕ ਨਹੀਂ ਜਾ ਸਕਦੀਆਂ, ਉਹਨਾਂ ਦੀਆਂ ਪੜ੍ਹਾਈ ਵਿੱਚੇ ਛੱਡਣੀ ਪੈਂਦੀ ਹੈ। ਬਹੁਤ ਸਾਰੇ ਥਾਵਾਂ 'ਤੇ ਇੱਦਾਂ ਦੇ ਮਾਮਲੇ ਸਾਹਮਣੇ ਆਉਂਦੇ, ਉਹਨਾਂ ਲਈ ਕੋਈ ਖਾਸ ਕੋਈ ਪਲੈਨਿੰਗ ਹੈ, ਕੋਈ ਤਿਆਰੀ ਹੈ? ਹਾਂਜੀ ਬਿਲਕੁਲ, ਜਦੋਂ ਮੈਂ ਜਾਂਦੀ ਸੀ ਪਿੰਡਾਂ ਦੇ ਵਿੱਚ ਤਾਂ ਮੈਨੂੰ ਮਹਿਲਾਵਾਂ ਹੀ ਦੱਸਦੀਆਂ ਸੀ ਕਿ ਸਾਡੀਆਂ ਬੱਚੀਆਂ 8ਵੀਂ ਤੱਕ ਤਾਂ ਪੜ੍ਹ ਲੈਂਦੀਆਂ, ਪਰ ਅੱਗੋਂ ਸਕੂਲ ਹੈ ਨਹੀਂ ਇਸ ਤੋਂ ਉੱਪਰ, ਤਾਂ ਸਾਨੂੰ ਦੂਰ ਅਸੀਂ ਭੇਜ ਨਹੀਂ ਸਕਦੇ। ਸੋ ਇੱਕ ਬਹੁਤ ਵੱਡੀ ਇਹ ਟ੍ਰੈਜਡੀ ਸੀ ਜੀ। ਮੈਨੂੰ ਇਹ ਲੱਗਦਾ ਸੀ ਕਿ ਜਾਂ ਤਾਂ ਸਕੂਲ ਹਰ ਪਿੰਡ ਵਿੱਚ ਜਿਹੜਾ ਉਹਨੂੰ ਡਿਵੈਲਪ ਕੀਤਾ ਜਾਵੇ, ਤੇ ਜਾਂ ਫਿਰ ਜੇ ਸਾਨੂੰ ਹਲੇ ਤੱਕ ਇੰਨਾ ਨਹੀਂ ਲੱਗਦਾ ਵੀ ਐਡੀ ਜਲਦੀ ਨਹੀਂ ਹੋ ਸਕਦਾ, ਤਾਂ ਉਹ ਬੱਚੀਆਂ ਨੂੰ ਜਾਣ ਆਉਣ ਲਈ ਕੋਈ ਵਧੀਆ ਪ੍ਰਬੰਧ ਕੀਤੇ ਜਾਣਗੇ। ਕਿਉਂਕਿ ਪ੍ਰੋਫੈਸਰ ਸਾਧੂ ਸਿੰਘ ਮੈਂਬਰ ਪਾਰਲੀਮੈਂਟ ਰਹੇ ਨੇ ਫਰੀਦਕੋਟ ਤੋਂ, ਤੁਹਾਡੇ ਫਾਦਰ ਸਾਹਿਬ ਨੇ, ਉਹਨਾਂ ਦਾ ਤਜਰਬਾ ਲਿੱਤਾ ਜਾਏਗਾ ਕਿ ਕਿਵੇਂ ਸੁਧਾਰ ਕਰਨੇ ਨੇ, ਕੀ ਕੁਝ ਮਹਿਲਾਵਾਂ ਲਈ ਕਰਨਾ ਵਾ। ਬਿਲਕੁਲ ਜੀ, ਉਹਨਾਂ ਦਾ ਵੀ ਮੈਂ ਤਜਰਬਾ ਲਵਾਂਗੀ, ਕਿਉਂਕਿ ਉਹਨਾਂ ਨੇ ਵੀ ਆਪਣੀ ਲਾਈਫ ਦੇ ਵਿੱਚ ਜਿਹੜੇ ਬੇਟੀਆਂ ਲਈ ਬਹੁਤ ਕੰਮ ਕੀਤਾ। ਬਾਕੀ ਮੈਂ ਸਾਰੀਆਂ ਮਹਿਲਾਵਾਂ ਤੋਂ ਵੀ ਪੁੱਛਾਂਗੀ, ਗਰੀਬ ਘਰ ਦੀ ਔਰਤ ਤੋਂ ਲੈ ਕੇ ਪੜ੍ਹੀ ਲਿਖੀ ਅੱਛੇ ਅਹੁਦੇ ਤੇ ਬੈਠੀ ਹੋਈ ਔਰਤ, ਮੈਂ ਉਹਨਾਂ ਸਾਰੀਆਂ ਤੋਂ ਤਜਰਬਾ ਲੈ ਕੇ ਇਹ ਕੰਮ ਸ਼ੁਰੂ ਕਰਾਂ। ਇੱਕ ਪੰਜਾਬ 'ਚ ਬਹੁਤ ਵੱਡੀ ਸਮੱਸਿਆ ਆਈ ਹੈ ਕਿ ਜਿਹੜੇ ਵਿਦੇਸ਼ਾਂ 'ਚ ਕੁੜੀਆਂ ਵਿਆਹ ਕਰਵਾ ਲੈਂਦੀਆਂ ਨੇ, ਉਹਨਾਂ ਨੂੰ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆਉਂਦੇ, ਤਕਰੀਬਨ 20,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਹੈ ਕਿ ਕੁੜੀਆਂ ਨੂੰ ਛੱਡ ਦਿੱਤਾ ਜਾਂਦਾ ਹੈ। ਪੰਜਾਬ ਨੂੰ ਹਨੀਮੂਨ ਡੈਸਟੀਨੇਸ਼ਨ ਬਣਾਇਆ ਗਿਆ। ਇਹ ਮਸਲਾ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ, ਸਾਧੂ ਸਿੰਘ ਹੋਰਾਂ ਨੇ ਇਹ ਪਾਰਲੀਮੈਂਟ ਦੇ ਵਿੱਚ ਚੁੱਕਿਆ ਸੀਗਾ, ਲੇਕਿਨ ਕੁੜੀਆਂ ਉਸ ਤਰੀਕੇ ਨਾਲ ਅਜੇ ਵੀ ਉਹਨਾਂ ਨੂੰ ਦਿੱਕਤਾਂ ਰਹੀਆਂ ਨੇ। ਉਹਨਾਂ ਦੇ ਉੱਤੇ ਕੋਈ ਪੰਜਾਬ ਸਰਕਾਰ ਕੋਈ ਵੈਬਸਾਈਟ, ਕੋਈ ਟੋਲ ਫ੍ਰੀ ਨੰਬਰ ਕੋਈ ਤਿਆਰੀ ਕਰੇਗੀ? ਬਿਲਕੁਲ ਕਰੇਗੀ ਜੀ। ਇਹ ਵੀ ਇੱਕ ਬਹੁਤ ਵੱਡਾ ਮਸਲਾ ਹੈ। ਸਾਨੂੰ ਵੀ ਇਹ ਲੱਗਦਾ ਕਿ ਪਹਿਲੀ ਗੱਲ ਤਾਂ ਬੱਚੀਆਂ ਨੂੰ ਬਾਹਰ ਜਿਹੜਾ ਜਾਣਾ ਪੈ ਰਿਹਾ ਹੈ, ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਸਾਡੇ ਪੰਜਾਬ 'ਚ ਹੀ ਉਹ ਕਿਉਂ ਨਹੀਂ ਰਹਿੰਦੀਆਂ, ਕਿਉਂਕਿ ਇੱਥੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਸਾਰੇ ਨੌਜਵਾਨ ਵਰਗ ਦਾ ਹੀ ਇਹ ਮਸਲਾ ਹੈ। ਤਾਂ ਉਹਦੇ ਲਈ ਅਸੀਂ ਪੂਰਾ ਮਤਲਬ ਕੈਬਨਿਟ ਤੋਂ ਸਾਰੇ ਇਕੱਠੇ ਹੋ ਕੇ ਇੱਕ ਵੱਡਾ ਕੋਈ ਅਸੀਂ ਬਣਾਵਾਂਗੇ, ਰਾਏ ਕਰਾਂਗੇ ਵੀ ਉਹਨਾਂ ਬੇਟੀਆਂ ਲਈ ਅਸੀਂ ਕੀ ਕਰਨਾ, ਤੇ ਬਹੁਤ ਜਲਦੀ ਉਹ ਸਾਹਮਣੇ ਲੈ ਕੇ ਆਵਾਂਗੇ। ਕੋਈ ਸੋਚਿਆ ਕਿ ਇਹ 3 ਕੰਮ ਸਭ ਤੋਂ ਪਹਿਲਾਂ ਜਿਹੜੇ ਹੈ ਉਹ ਮਹਿਲਾਵਾਂ ਲਈ ਕਰਨੇ ਹੈ, ਉਹਨਾਂ ਦੀ ਸੁਰੱਖਿਆ ਲਈ ਕਰਨੇ ਹੈ, ਇਹ ਸਮਾਜਿਕ ਵਿਕਾਸ ਲਈ ਕਰਨੇ ਹੈ। 3 ਕੰਮ ਤੋਂ ਬੰਦਾ ਕਈ ਵਾਰੀ ਸੋਚਦਾ ਕਿ ਇਹ ਸਭ ਤੋਂ ਪਹਿਲਾਂ ਮੈਂ ਕਰਨੇ। ਹਾਂਜੀ, ਐਦਾਂ ਕੋਈ ਗਿਣਤੀ ਤਾਂ ਨਹੀਂ ਹੈ, ਪਰ ਮੈਨੂੰ ਜੋ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਤਰਜੀਹ ਦੇਣੀ ਚਾਹੀਦੀ ਹੈ ਬੱਚਿਆਂ ਦੀ ਪੜ੍ਹਾਈ ਲਈ, ਕਿਉਂਕਿ ਬੱਚੀਆਂ ਸਿਰਫ ਇਸ ਪੱਖੋਂ ਹੀ ਵਾਂਝੀਆਂ ਰਹਿ ਜਾਂਦੀਆਂ ਕਿ ਉਹਨਾਂ ਲਈ ਪੈਸੇ ਨਹੀਂ ਹੈ ਜਾਂ ਉਹਨਾਂ ਦੇ ਪਿੰਡ 'ਚ ਸਕੂਲ ਨਹੀਂ ਹੈ। ਸੋ ਇਹ ਮੇਕ ਸ਼ੋਰ ਕੀਤਾ ਜਾਵੇਗਾ ਕਿ ਹਰ ਬੱਚੀ ਜਿਹੜੀ ਉਹ ਸਕੂਲ ਜਾਵੇ ਤੇ ਪੂਰੀ ਪੜ੍ਹਾਈ ਆਪਦੀ ਮੁਕੰਮਲ ਕਰੇ। ਦੂਜੀ ਗੱਲ ਜਿਹੜੀ ਅਸੀਂ ਸੋਸ਼ਲ ਸਿਕਿਉਰਿਟੀ ਦੀ ਕਰਦੇ ਹਾਂ, ਉਹਦੇ ਲਈ ਅੱਜ ਵੀ ਇਹ ਅਹਿਮ ਫੈਸਲੇ ਲਏ ਗਏ ਸੀ ਕਿ CCTV ਕੈਮਰੇ ਜਾਂ ਕਿਸ ਤਰ੍ਹਾਂ ਅਸੀਂ ਉਹਨੂੰ ਮੈਨੇਜ ਕਰਾਂਗੇ। ਇਹ 2 ਚੀਜ਼ਾਂ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ ਕਿ ਇੱਕ ਬੱਚੀਆਂ ਨੂੰ ਸੁਰੱਖਿਅਤ ਸਮਾਜ ਦਿੱਤਾ ਜਾਵੇ ਤੇ ਉਹਨਾਂ ਨੂੰ ਪੜ੍ਹਾਈ ਦਿੱਤੀ ਜਾਵੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਜਿਹੜੇ ਉਹ ਪਹਿਲ ਦੇ ਆਧਾਰ ਤੇ ਦਿੱਤੇ ਜਾਣ। ਭਗਵੰਤ ਦੀ ਕੈਬਨਿਟ ਦੇ ਵਿੱਚ ਇਕੱਲੇ ਤੁਸੀਂ ਮਹਿਲਾ ਮੰਤਰੀ ਹੋ, ਤੁਸੀਂ ਇਹ ਮਹਿਕਮਾ ਮੰਗਿਆ ਸੀਗਾ ਜਾਂ ਮਹਿਕਮਾ ਤੁਹਾਨੂੰ ਦਿੱਤਾ ਗਿਆ, ਜਾਂ ਕਿਉਂਕਿ ਡਾਕਟਰ ਵੀ ਹੋ ਤੁਸੀਂ, ਚਰਚਾ ਇਹ ਵੀ ਸੀਗੀ ਕਿ ਸਿਹਤ ਮਹਿਕਮਾ ਨਾਲ ਤੁਹਾਨੂੰ ਮਿਲ ਜੇ? ਹਾਂਜੀ, ਨਹੀਂ ਮੰਗਣ ਵਾਲੀ ਕੋਈ ਗੱਲ ਨਹੀਂ ਸੀ, ਔਰ ਨਾ ਹੀ ਮੈਂ ਕਦੇ ਅਜੇ ਤੱਕ ਜ਼ਿੰਦਗੀ 'ਚ ਕੁਝ ਮੰਗਿਆ ਹੈ। ਮਤਲਬ ਜਿਹੜਾ ਮਹਿਕਮਾ ਵੀ ਮੈਨੂੰ ਮਿਲਦਾ, ਜੇ ਹੋਰ ਵੀ ਕੋਈ ਦੇ ਦਿੰਦੇ ਤਾਂ ਮੈਂ ਉਹਨੂੰ ਐਕਸੈਪਟ ਹੀ ਕਰਨਾ ਸੀਗਾ, ਬਹੁਤ ਵਧੀਆ ਤਰੀਕੇ ਨਾਲ ਨਿਭਾਉਣਾ ਸੀ। ਪਰ ਮੈਨੂੰ ਲੱਗਦਾ ਕਿ ਜਿਹੜਾ ਵੀ ਮਹਿਕਮਾ ਮੈਨੂੰ ਇਹ ਦਿੱਤਾ ਗਿਆ, ਮੈਨੂੰ ਉਹਦੇ ਨਾਲ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਹੈ। ਪੰਜਾਬ ਦੀਆਂ ਧੀਆਂ ਜਿਹੜੀਆਂ ਤੁਹਾਨੂੰ ਸੁਣ ਰਹੀਆਂ ਹੋਣੀਆਂ ਐਜ਼ ਏ ਮਹਿਲਾ ਮੰਤਰੀ, ਤੁਸੀਂ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ? ਮੈਂ ਪੰਜਾਬ ਦੀਆਂ ਬੇਟੀਆਂ ਨੂੰ ਇਹ ਅਪੀਲ ਕਰਨਾ ਚਾਹਾਂਗੀ ਕਿ ਦੇਖੋ, ਮੈਨੂੰ ਤੁਹਾਡੇ ਇੱਕ ਗਾਰਡ ਦੀ ਤਰ੍ਹਾਂ ਨਿਯੁਕਤ ਕਰ ਦਿੱਤਾ ਗਿਆ ਹੈ, ਤਾਂ ਮੈਂ ਇੱਕ ਮਾਂ ਹੋਣ ਦੇ ਨਾਤੇ, ਭੈਣ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਇਹ ਭਰੋਸਾ ਦਿਵਾਉਣੀ ਹੈ ਕਿ ਮੈਂ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸੁਰੱਖਿਅਤ ਤੇ ਸਾਫ਼ ਸੁਥਰਾ ਜਿਹੜਾ ਪੰਜਾਬ ਲਿਆ ਕੇ ਦੇਵਾਂਗੀ, ਤੇ ਉਹਨਾਂ ਦੀ ਜਿਹੜੀ ਖੁਸ਼ੀ ਲਈ ਹੈ ਮੈਂ ਉਹ ਵਾਅਦਾ ਵੀ ਦਿੰਦੀ ਹਾਂ ਕਿ ਉਹਨਾਂ ਨੂੰ ਬਹੁਤ ਖੁਸ਼ੀ ਭਰਿਆ ਮਾਹੌਲ ਦੇਵਾਂਗੇ। ਖਾਸ ਤੌਰ ਤੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਕੁੜੀਆਂ ਦਾ ਰਹਿਣ ਸਹਿਣਾ ਬਹੁਤ ਫਰਕ ਹੈ। ਪਿੰਡਾਂ ਦੀਆਂ ਕੁੜੀਆਂ ਨੂੰ ਉਸ ਤਰੀਕੇ ਨਾਲ ਸਹੂਲਤਾਂ ਨਹੀਂ ਮਿਲ ਪਾਉਂਦੀਆਂ, ਉਹਨਾਂ ਲਈ ਵੀ ਕੋਈ ਖਾਸ ਟ੍ਰੇਨਿੰਗ ਜਾਂ ਕੋਈ ਇਸ ਤਰੀਕੇ ਦੇ ਲਗਾਏ ਜਾਣਗੇ, ਕੈਂਪ ਲਗਾਏ ਜਾਣਗੇ ਕਿ ਉਹਨਾਂ ਨੂੰ ਦਿੱਕਤਾਂ ਨਾ ਆਉਣ? ਹਾਂਜੀ, ਇਹ ਫਰਕ ਜਿਹੜਾ ਮਹਿਸੂਸ ਕੀਤਾ ਜਾਂਦਾ ਹੈ, ਕਿਉਂਕਿ ਸਾਡੀਆਂ ਪਿੰਡਾਂ ਦੀਆਂ ਬੱਚੀਆਂ ਜਿਹੜੀਆਂ ਉਹ ਐਜੂਕੇਸ਼ਨ ਪੱਖੋਂ ਵੀ ਜਾਂ ਹੋਰ ਜਿਹੜੇ ਡਿਵੈਲਪਮੈਂਟ ਜਿਹੜੇ ਕ੍ਰਾਈਟੇਰੀਏ ਹੁੰਦੇ ਆ ਉਹਦੇ ਪੱਖੋਂ ਵੀ ਥੋੜ੍ਹੀਆਂ ਪਿੱਛੇ ਰਹਿ ਜਾਂਦੀਆਂ ਨੇ। ਤਾਂ ਉਹਦੇ ਲਈ ਮੈਂ ਸਿਰਫ ਸਰਕਾਰ ਦੇ ਥਰੂ ਹੀ ਨਹੀਂ, ਸਿਰਫ NGOs ਨੂੰ ਵੀ ਨਾਲ ਲੈ ਕੇ ਚੱਲਾਂਗੀ ਕਿ ਉਹਨਾਂ ਬੇਟੀਆਂ ਨੂੰ ਅਸੀਂ ਕੋਈ ਸਪੈਸ਼ਲ ਟ੍ਰੇਨਿੰਗਸ ਲਵਾਵਾਂਗੇ ਜਾਂ ਹੋਰ ਕੋਈ ਪ੍ਰੋਗਰਾਮ ਲਾਂਚ ਕਰਾਂਗੇ। ਸੋ ਬੇਟੀਆਂ ਦਾ ਪੱਧਰ ਜਿਹੜਾ ਸਕੂਲ
ਪਿੰਡਾਂ ਤੇ ਸ਼ਹਿਰਾਂ ਦੀਆਂ ਬੇਟੀਆਂ ਉਹਨਾਂ ਦਾ ਪੱਧਰ ਇੱਕੋ ਜਿਹਾ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਪਿਛਲੇ ਸਮੇਂ 'ਚ ਇਹ ਵੀ ਨਜ਼ਰ ਆ ਰਿਹਾ ਕਿ ਸਪੋਰਟਸ ਦੇ ਵਿੱਚ ਕੁੜੀਆਂ ਜ਼ਿਆਦਾ ਅੱਗੇ ਨਹੀਂ ਆ ਰਹੀਆਂ, ਸ਼ਾਇਦ ਡਰਦੀਆਂ ਨੇ, ਘਰ ਦੇ ਨਹੀਂ ਆਉਂਦੇ ਰਹੇ, ਉਹਨਾਂ ਲਈ ਵੀ ਕੋਈ ਪਲਾਨ ਹੈ ਤੁਸੀਂ ਸੋਚਿਆ ਹੋਵੇ? ਸਪੋਰਟਸ ਦੇ ਵਿੱਚ ਜਿੱਥੋਂ ਤੱਕ ਕਿ ਮੈਨੂੰ ਬੇਟੀਆਂ ਮਿਲਦੀਆਂ ਰਹੀਆਂ ਨੇ, ਮੈਨੂੰ ਲੱਗਦਾ ਕਿ ਬੇਟੀਆਂ ਸਾਡੀਆਂ ਬਹੁਤ ਅੱਗੇ ਜਾ ਸਕਦੀਆਂ ਔਰ ਜਾਂਦੀਆਂ ਵੀ ਨੇ। ਫਰਕ ਸਿਰਫ ਇੱਥੇ ਰਹਿ ਜਾਂਦਾ ਕਿ ਵੈਸੇ ਵੀ ਜੇ ਆਪਾਂ ਦੇਖਿਆ ਜਾਵੇ ਨਾ, ਐਥਲੀਟਸ ਨੂੰ ਮੌਕੇ ਘੱਟ ਮਿਲ ਰਹੇ ਨੇ ਤੇ ਉਹ ਜਿਹੜੇ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਮੈਂ ਕੋਸ਼ਿਸ਼ ਕਰਾਂਗੀ ਕਿ ਜਿਹੜੀਆਂ ਬੇਟੀਆਂ ਸਪੋਰਟਸ ਆਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਉਹ ਸਹੂਲਤਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ। ਠੀਕ ਹੈ। ਤਾਂ ਡਾਕਟਰ ਬਲਜੀਤ ਕੌਰ ਸਭ ਤੋਂ ਪਹਿਲਾਂ ਨਿਊਜ਼ 18 ਤੇ ਜੁੜੇ, ਉਹਨਾਂ ਨੇ ਦੱਸਿਆ ਕਿ ਮਹਿਲਾਵਾਂ ਦੇ ਲਈ ਕੀ ਕੁਝ ਰੋਡ ਮੈਪ ਉਹਨਾਂ ਦੇ ਮਨ ਦੇ ਵਿੱਚ ਹੈ ਔਰ ਕਿਹੜੇ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਰਨਗੇ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ।